ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅੱਜ ਆਪਾਂ 1240 ਅੰਗ ਤੋਂ 8ਵੀਂ ਪੌੜੀ ਲੈ ਰਹੇ ਹਾਂ ਜੀ, ਜਿਹੜੀ ਸਾਰੰਗ ਦੀ ਵਾਰ ਹੈਗੀ ਚੌਥੀ ਪਾਤਸ਼ਾਹੀ ਦੀ, ਉਹਦੀ 8ਵੀਂ ਪੌੜੀ। ਇਸ ਤੋਂ ਪਹਿਲਾਂ 7ਵੀਂ ਪੌੜੀ ਲਈ ਸੀਗੀ। ਉਹਦੇ ਵਿੱਚ 7ਵੀਂ ਪੌੜੀ ਦੇ ਵਿੱਚ ਆਪਾਂ ਨੂੰ ਮਹਾਰਾਜ ਨੇ ਗਿਆਨ ਦਿੱਤਾ ਸੀਗਾ ਬਈ ਇਹ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ, ਧਿਆਨ ਸਿਮਰਨ ਜਿਹੜਾ ਹੈਗਾ, ਇਹਦੇ ਨਾਲ ਰਿੱਧੀਆਂ ਸਿੱਧੀਆਂ ਨੇ ਪਿੱਛੇ ਆਉਣਾ ਹੈ। ਤੇਰੇ ਮਨ ਚਿੰਦੇ ਫਲ ਤੈਨੂੰ ਪ੍ਰਾਪਤ ਹੋਣੇ ਆ। ਕਹਿੰਦੇ ਮਾਇਆ ਜਿਹੜੀ ਹੈਗੀ ਆ ਸਾਰੀ ਦੁਨੀਆ ਨੂੰ ਲਪੇਟ ਰਹੀ ਆ, ਉਹ ਤੇਰੇ ਪਿੱਛੇ ਤੇਰੇ ਚਰਨੀ ਲੱਗ ਜਾਏਗੀ ਤੇ ਸਹਿਜ ਅਵਸਥਾ ਆ ਜਾਏਗੀ। ਤੇ ਪਰ ਕੰਡੀਸ਼ਨ ਹੈਗੀ ਬਈ ਨਾਮ ਜਿਹੜਾ ਹੈਗਾ ਤੈਨੂੰ ਸੁਣਨਾ ਚਾਹੀਦਾ ਆ। ਤੇਰੇ ਅੰਦਰ ਜਿਹੜਾ ਹੈਗਾ, ਤੇਰੇ ਅੰਦਰ ਦੇ ਜਿਹੜੇ ਹੈਗੇ ਕੰਨ, ਜਿਹੜੇ ਹੈਗੇ ਮਨ ਦੇ ਕੰਨ, ਸੁਰਤ ਦੇ ਦੁਆਰਾ ਨਾਮ ਸੁਣਨਾ ਚਾਹੀਦਾ ਹੈ। ਤੇ ਨਾਮ ਜਿਹੜਾ ਹੈਗਾ ਇਹ ਧਿਆਨ ਸਿਮਰਨ ਕਰਨਾ ਆ, ਇਹਨੂੰ ਜਿਹੜਾ ਹੈਗਾ ਗਾਈਡੈਂਸ ਦੇ ਵਿੱਚ ਕਰਨਾ ਹੈ। ਗੁਰਮਤੀ, ਗੁਰੂ ਦੀ ਮੱਤ ਦੇ ਦੁਆਰਾ, ਜਿਵੇਂ ਗੁਰੂ ਕਹਿ ਰਿਹਾ, ਜਿਵੇਂ ਗਿਆਨ ਕਹਿ ਰਿਹਾ, ਜਿਵੇਂ ਬ੍ਰਹਮ ਗਿਆਨੀ ਕਹਿ ਰਹੇ, ਜਿਨ੍ਹਾਂ ਨੇ ਯਾਤਰਾ ਕਰ ਲਈ ਆ, ਜਿਨ੍ਹਾਂ ਨੇ ਇਹ ਜਿਹੜੀ ਹੈਗੀ ਆ ਇਹਦੀ ਕੁੰਜੀ ਉਹਨਾਂ ਨੂੰ ਪਤਾ ਆ ਗਈ ਉਹਨਾਂ ਦੇ ਕੋਲ, ਉਹਨਾਂ ਨੇ ਕਿਵੇਂ ਜਿਹੜਾ ਹੈਗਾ ਦਸਮ ਦੁਆਰਾ ਖੋਲ੍ਹਿਆ ਆ, ਉਸੇ ਤਰੀਕੇ ਦੇ ਨਾਲ ਉਹਨਾਂ ਦੇ ਕੋਲੋਂ, ਔਰ ਉਹ ਜਿਹੜੇ ਖੁਸ਼ੀ ਦੇ ਨਾਲ, ਉਹ ਇਹ ਨਹੀਂ ਆ ਉਹ ਇਸ ਤਰ੍ਹਾਂ ਗਮਰੋੜ ਨਹੀਂ ਹੋ ਜਾਂਦੇ ਵੀ ਚਲੋ ਅਸੀਂ ਤਾਂ ਯਾਤਰਾ ਕਰ ਲਈ, ਸਾਨੂੰ ਤਾਂ ਕੋਈ ਉਹ ਨਹੀਂ ਹੈਗਾ। ਨਹੀਂ ਭਾਈ, ਉਹ ਤਾਂ ਤਰਲੇ ਕਰਦੇ ਆ ਵੀ ਆ ਕੇ ਜਿਹੜਾ ਹੈਗਾ ਕੋਈ ਕੁੰਜੀ ਲੈ ਲੈ, ਕੋਈ ਜਿਹੜਾ ਹੈਗਾ ਇਹ ਧਿਆਨ ਸਿਮਰਨ ਵਾਲੀ ਚਾਬੀ ਲੈ ਲੈ। ਕਿੱਥੇ ਜਿਹੜੇ ਹੈਗੇ ਹੋਰ ਚਾਬੀਆਂ ਲਾ ਰਹੇ ਆ ਤੇ ਉਹਦੇ ਨਾਲ ਤਾਲਾ ਤਾਂ ਖੁੱਲ੍ਹ ਹੀ ਨਹੀਂ ਰਿਹਾ। ਔਰ ਸਮਾਂ ਜਿਹੜਾ ਹੈਗਾ, ਔਰ ਆਪਣੀ ਜਿਹੜੀ ਹੈਗੀ ਆ ਇਹ ਜਾ ਰਹੀ ਹੈ, ਜਿਹੜੀ ਹੈਗੀ ਆਪਣੀ ਜਿਹੜਾ ਹੈਗਾ ਇਨਸਾਨੀ ਜੂਨ ਜਿਹੜੀ ਆਪਾਂ ਨੂੰ ਮਿਲੀ ਹੋਈ ਆ, ਇਹ ਅਜਾਈ ਜਾ ਰਹੀ ਹੈ। ਤੇ ਇਸ ਕਰਕੇ ਭਾਈ ਉਹ ਚਾਬੀ ਲੈ ਕੇ ਤੇ ਆਪਾਂ ਜਿਹੜਾ ਹੈਗਾ ਆਪਣੇ ਜਿਸ ਕੰਮ ਵਾਸਤੇ ਆਏ ਆ ਉਸ ਕੰਮ ਨੂੰ ਕਰ ਲਈਏ। ਇੱਕ ਸੈਕਿੰਡ ਜੀ, ਬਹੁਤ ਜ਼ਿਆਦਾ ਆ ਰਹੇ ਜੀ, ਇਹਨਾਂ ਨੂੰ ਇੱਕ ਵਾਰੀ ਐਡਮਿਟ ਕਰ ਲੈਣ ਦਿਓ। ਮੈਂ ਨਾ ਉਧਰ WhatsApp ਤੇ ਚਲਾ ਗਿਆ ਸੀਗਾ ਤੇ ਉੱਥੇ ਹੀ ਰਹਿ ਗਿਆ ਸੀ, ਨਹੀਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਜਿਹੜੇ ਹੈਗੇ ਆ ਵੀਰ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਅੱਗੇ ਜਿਹੜੇ ਹੈਗੇ ਆ 8ਵੀਂ ਪੌੜੀ ਲੈਣ ਲੱਗੇ ਆ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਸ ਹੁਣ ਨਾ ਆਪਾਂ ਸੁਣੀਏ ਜੀ ਸ਼ਲੋਕ ਮਹੱਲਾ ਪਹਿਲਾ। ਦੁੱਖ ਵਿੱਚ ਜੰਮਣ, ਦੁੱਖੇ ਮਰਨ, ਦੁੱਖ ਵਰਤਣ ਸੰਸਾਰ। ਇਨਸਾਨ ਜਿਹੜਾ ਹੈਗਾ, ਆਪਣੀ ਜਿਹੜੀ ਹੈਗੀ, ਇਨਸਾਨ ਕਿਵੇਂ ਆਉਂਦਾ ਜੀਵ ਦੇ ਮਾਂ, ਆਪਾਂ ਮਨੁੱਖ ਜੂਨ ਦੀ ਜਿਹੜੀ ਹੈਗੀ ਆਪਾਂ ਇਨਸਾਨ ਦੀ ਬਾਰੇ ਇਨਸਾਨ ਦੀ ਜਿਹੜੀ, ਕਿਉਂਕਿ ਇਹਦੇ ਵਿੱਚ ਹੀ ਜਿਹੜਾ ਹੈਗਾ ਆਪਾਂ ਧਿਆਨ ਸਿਮਰਨ ਜਾਂ ਇਹ ਕਰ ਸਕਦੇ ਹਾਂ ਅਧਿਆਤਮਿਕ ਯਾਤਰਾ। ਤੇ ਇਸ ਕਰਕੇ ਇਸੇ ਦੇ ਬਾਰੇ ਮਹਾਰਾਜ ਆਪਾਂ ਨੂੰ ਗਿਆਨ ਦੇ ਰਹੇ ਆ। ਭਾਈ ਦੇਖ, ਤੂੰ ਸੋਚ, ਤੇਰਾ ਜਨਮ ਕਿਵੇਂ ਹੋਇਆ, ਕਿਵੇਂ ਜਿਹੜਾ ਹੈਗਾ ਮਾਂ ਦੇ ਪੇਟ ਦੇ ਵਿੱਚ ਪੁੱਠਾ ਲਟਕ ਕੇ, ਔਰ ਕਿਹੜੀ ਕਸੂਤੀ ਜਗ੍ਹਾ ਤੇ ਸੀਗਾ, ਕਿੰਨੀ ਗੰਦਗੀ ਦੇ ਵਿੱਚ ਕੀ ਖਾ ਰਿਹਾ ਸੀ, ਕੀ ਪੀ ਰਿਹਾ ਸੀ, ਕਿਸ ਤਰ੍ਹਾਂ ਸਾਰਾ ਕੁਝ ਹੋ ਰਿਹਾ ਸੀਗਾ। ਕਹਿੰਦੇ ਦੁੱਖ ਵਿੱਚ ਜੰਮਣ ਔਰ ਦੁੱਖੇ ਮਰਨ, ਔਰ ਤੇਰਾ ਮਰਨ ਜਿਹੜਾ ਹੈਗਾ ਉਹ ਵੀ ਦੁੱਖ ਦੇ ਵਿੱਚ ਹੀ ਹੋ ਰਿਹਾ ਹੈ। ਕਿੰਨਾ ਦੁੱਖ, ਕਿੰਨਾ, ਔਰ ਦੁੱਖੇ ਵਰਤਣ ਸੰਸਾਰ, ਔਰ ਸੰਸਾਰ ਦੇ ਵਿੱਚ ਜਿੰਨੀ ਦੇਰ ਤੱਕ ਤੂੰ ਰਹਿ ਰਿਹਾ ਹੈ, ਵਰਤ ਰਿਹਾ ਹੈ ਦੁਨੀਆ ਦੇ ਵਿੱਚ, ਤੇ ਤੂੰ ਜਿਹੜਾ ਹੈਗਾ ਦੁੱਖ ਦੇ ਨਾਲ ਹੀ ਵਰਤ ਰਿਹਾ ਹੈ। ਦੁੱਖ ਕੀ ਹੈਗਾ? ਮਾਇਆ ਜੇਵੜ ਦੁੱਖ ਨਾ ਕੋਈ, ਮਾਇਆ ਦੇ ਬਰੋਬਰ ਦਾ ਕੋਈ ਦੁੱਖ ਨਹੀਂ, ਇਸ ਤੋਂ ਵੱਡਾ ਕੋਈ ਦੁੱਖ ਹੀ ਨਹੀਂ ਹੈ। ਮਾਲਕ ਕਹਿੰਦਾ ਮੈਂ ਆਹੀ ਸਭ ਤੋਂ ਵੱਡਾ ਦੁੱਖ ਪਾਇਆ ਜਿਹਨੂੰ ਤੂੰ ਸੁੱਖ ਸਮਝ ਰਿਹਾ ਹੈ। ਸਭ ਤੋਂ ਵੱਡਾ ਦੁੱਖ ਇਹੀ ਹੈਗਾ ਜੋ ਦਿਸ ਰਿਹਾ ਆ। ਉਹ ਜੋ ਕੁਛ ਵੀ ਤੇਰਾ ਸਰੀਰ ਹੈਗਾ, ਦੂਸਰੇ ਦਾ ਸਰੀਰ ਹੈਗਾ, ਹੋਰ ਸਵਾਦ ਰਸ ਕਸ ਜੋ ਕੁਛ ਵੀ ਹੈ, ਕਹਿੰਦੇ ਇਹ ਸਾਰਾ ਤੈਨੂੰ ਮੈਂ ਦੁੱਖ ਹੀ ਪਾਇਆ ਹੋਇਆ ਆ। ਔਰ ਤੈਨੂੰ ਜਿਹੜਾ ਹੈਗਾ ਇਹ ਐਸਾ ਹੈਗਾ, ਤੈਨੂੰ ਜਿਹੜਾ ਹੈਗਾ ਇਹ ਤੈਨੂੰ ਸੁੱਖ ਲੱਗਣਾ ਹੈ। ਆਹੀ ਜਿਹੜੀ ਖੇਡ ਪਾਈ ਹੋਈ ਹੈ, ਆਹੀ ਬੁਝਾਰਤ ਹੈਗੀ ਹੈ। ਦੁੱਖ ਵਿੱਚ ਜੰਮਣ, ਦੁੱਖੇ ਮਰਨ,
ਦੁੱਖ ਵਰਤਨ ਸੰਸਾਰ। ਆਪਾਂ ਆਪਣੇ ਉੱਤੇ ਲਾ ਕੇ ਦੇਖ ਲਓ ਭਾਈ, ਬਿਲਕੁਲ ਬਾਣੀ ਜਿਹੜੀ ਹੈਗੀ ਬਿਲਕੁਲ ਕ੍ਰਿਸਟਲ ਕਲੀਅਰ, ਇੱਕਦਮ ਜਿਹੜੀ ਹੈਗੀ ਸੱਚ ਜਿਹੜੀ ਹੈਗੀ ਬਾਣੀ। ਇਹ ਗੱਲ, ਇਹ ਮਹਾਰਾਜ ਦੇ ਬਚਨ ਜਿਹੜੇ ਹੈਗੇ ਇਹ ਪੱਥਰ ਦੀ ਲੀਕ ਹੈਗੇ। ਦੁੱਖ ਵਿੱਚ ਜੰਮਣ ਦੁੱਖ ਵਿੱਚ ਜੰਮਣ ਦੁੱਖ ਮਰਨ, ਦੁੱਖ ਵਰਤਨ ਸੰਸਾਰ। ਦੁੱਖ ਦੁੱਖ ਅੱਗੇ ਆਖੀਏ, ਪੜ ਪੜ ਕਰੇ ਪੁਕਾਰ। ਕਹਿੰਦੇ ਇਨਸਾਨ ਜਿਹੜਾ ਹੈਗਾ ਬਸ ਗਿਆਨ ਵੀ ਲੈਂਦਾ ਹੈ, ਸਾਰਾ ਕੁਝ ਦੁਨੀਆ ਦੇ ਵਿੱਚ ਵਿਚਰ ਰਿਹਾ ਆ, ਪਰ ਫਿਰ ਵੀ ਜਿਹੜਾ ਹੈਗਾ ਦੁੱਖ ਦੁੱਖ ਹੀ ਆਖੀ ਜਾ ਰਿਹਾ ਹੈ। ਦੁੱਖ ਇਸ ਮਾਇਆ ਨੂੰ ਛੱਡਣ ਦਾ ਉਹਦਾ ਹੀਆ ਹੀ ਨਹੀਂ ਹੁੰਦਾ। ਉਹਨੂੰ ਇਹ ਜਿਹੜਾ ਹੈਗਾ ਉਹਦੇ ਅੰਦਰ ਜਿਹੜਾ ਹੈਗਾ ਫੁਰਨਾ ਹੀ ਨਹੀਂ ਉੱਠਦਾ ਵੀ ਇਹ ਜਿਹੜਾ ਹੈਗਾ ਮੈਨੂੰ ਦੁੱਖ ਦੇਣ ਵਾਲੀ ਚੀਜ਼ ਕਿਹੜੀ ਹੈਗੀ। ਕਦੀ ਇਹਨੂੰ ਇਸ ਗਿਆਨ ਨੂੰ ਵਿਚਾਰ ਹੀ ਲਏ। ਬਸ ਪੜ੍ਹੀ ਜਾ ਰਿਹਾ ਪੜ੍ਹੀ ਜਾ ਰਿਹਾ ਪੁਕਾਰ ਕਰੀ ਜਾ ਰਿਹਾ ਦੁਖੀ ਹੋ ਰਿਹਾ ਪੁਕਾਰ ਰਿਹਾ ਦੁੱਖ ਦੇ ਨਾਲ, ਪਰ ਜਿਹੜਾ ਹੈਗਾ ਨਿਕਲਣ ਦਾ ਕੋਈ ਪਤਾ ਹੀ ਨਹੀਂ ਹੈ ਕਿਸ ਤਰ੍ਹਾਂ ਨਿਕਲਣਾ ਹੈ। ਦੁੱਖ ਅੱਗੇ ਆਖੀਏ, ਹੋਰ ਜਿਹੜੀ ਮਾਇਆ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੁੱਖ ਅੱਗੇ ਆਖੀਏ, ਪੜ ਪੜ ਕਰੇ ਪੁਕਾਰ। ਫਿਰ ਕੀ ਹੁੰਦਾ ਹੈ, ਫਿਰ ਉਹਨੀ ਇਹ ਕਰਦੇ ਜਿਹੜਾ ਹੈਗਾ ਉਹ ਮਨੁੱਖੀ ਜੂਨ ਦਾ ਜਿਹੜਾ ਹੈਗਾ ਉਹ ਟੈਨਿਓਰ ਪੂਰਾ ਹੋ ਜਾਂਦਾ ਹੈ। ਉਹ ਜਿਹੜੀ ਸਵਾਸ ਮਿਲੇ ਹੋਏ ਜਿੰਨੀ ਉਮਰ ਹੈ ਉਹ ਖਤਮ ਹੋ ਜਾਂਦੀ ਹੈ। ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਔਰ ਦੇਖ ਲਓ ਇਹ ਦੁੱਖ ਦੀਆਂ ਜਿਹੜੀਆਂ ਪੰਡਾਂ ਸੀਗੀਆਂ, ਇਹ ਸਾਰੀਆਂ ਜਿਹੜੀਆਂ ਇਹਨੇ ਹੁਣ ਜੋ ਕਰਮ ਕੀਤੇ ਸੀ ਇਹੀ ਆਪਣੀਆਂ ਪੰਡ ਹੈਗੀ ਭਾਈ। ਕਹਿੰਦੇ ਇਹਨੇ ਸਾਰੀ ਗਤੀ ਜਿਹੜੀ ਹੈਗੀ ਇਹ ਮਾਇਆ ਦੇ ਵਿੱਚ ਕੀਤੀ ਸੀਗੀ, ਕਾਮ ਕ੍ਰੋਧ ਲੋਭ ਮੋਹ ਕਾਜ ਕੀਤੀ ਸੀ, ਧਨ ਦੌਲਤ ਪ੍ਰਾਪਰਟੀ ਬਣਾਉਣ 'ਚ ਕੀਤੀ ਸੀਗੀ, ਹੁੱਕ ਐਂਡ ਕਰੁੱਕ ਜਿਹੜੀ ਹੈਗੀ। ਔਰ ਮਹਾਰਾਜ ਕਹਿੰਦੇ ਆ ਕਿ ਪਾਪਾਂ ਬਾਝੋਂ ਹੋਏ ਨਹੀਂ, ਮੂੰਹਾਂ ਸਾਥ ਨਾ ਜਾਈ। ਇਹੀ ਪਾਤਸ਼ਾਹੀ ਕਹਿ ਰਹੀ ਹੈ। ਕਹਿੰਦੇ ਮਾਇਆ ਜਿਹੜੀ ਹੈਗੀ, ਕਈ ਕਹਿੰਦੇ ਜੀ ਅਸੀਂ ਤਾਂ ਕੁਝ ਨਹੀਂ ਕੀਤਾ, ਸਾਨੂੰ ਤਾਂ ਮਿਲੀ ਆ। ਉਹ ਭਾਈ ਤੁਹਾਡੇ ਪੂਰਵਜਾਂ ਨੇ ਤਾਂ ਵੀ ਕੀਤਾ ਹੋਊਗਾ, ਫਿਰ ਤੁਸੀਂ ਨਹੀਂ ਕੀਤਾ ਤੇ। ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਕਹਿੰਦੇ ਸੁੱਖ ਕੋਈ ਨਿਕਲਿਆ ਹੀ ਨਹੀਂ ਉਹਦੇ ਵਿੱਚ। ਹੁਣ ਗਾਹਾਂ ਜਿਹੜਾ ਧਰਮਰਾਜ ਨੇ ਫਿਰ ਜਿਹੜਾ ਕੀ ਕਰਨਾ ਹੈ ਭਾਈ, ਉਹਨੇ ਹੁਣ ਮਲਟੀਪਲਾਈ ਕਰਨਾ ਹੈ। ਜਿਹੜਾ ਆਪਾਂ ਨੇ ਜੋ ਕੁਛ ਕਰਕੇ ਆਏ ਸੀਗੇ ਉਹ ਹੁਣ ਜਿਹੜਾ ਹੈਗਾ ਮਲਟੀਪਲਾਈ ਹੋਣਾ ਹੈ। ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਕਹਿੰਦੇ ਔਰ ਦੁੱਖ ਦੇ ਵਿੱਚ ਜਿਹੜਾ ਹੈਗਾ ਆਤਮਾ ਜਿਹੜੀ ਹੈਗੀ, ਦੇਖੋ ਜੀਓ ਜਿਹੜਾ ਹੈਗਾ ਉਹਨੂੰ ਸਾਰਾ ਫੀਲ ਹੁੰਦਾ ਹੈ। ਸਾਰੇ ਦੁਨੀਆ ਦੇ ਦੇਖ ਲਓ ਕਿਸ ਤਰ੍ਹਾਂ ਲੋਕੀ ਚੀਕਦੇ ਆ, ਕਰਾਉਂਦੇ ਆ ਦੁੱਖਾਂ ਦੇ ਨਾਲ। ਕਹਿੰਦੇ ਸਾਰੀ ਉਮਰ ਜਿਹੜਾ ਹੈਗਾ ਇਹ ਦੁੱਖ ਦੇ ਵਿੱਚ ਇਹ ਆਪਣੇ ਜੀਓ ਨੂੰ ਜਿਹੜਾ ਹੈਗਾ ਸਾੜਦਾ ਰਹਿ ਗਿਆ। ਦੁੱਖ ਵਿੱਚ ਜੀਓ ਚਲਾਇਆ, ਦੁਖੀਆ ਚੱਲਿਆ ਰੋਏ। ਐਸੇ ਤਰੀਕੇ ਦੇ ਨਾਲ ਦੁਖੀਆ ਹੀ ਜਿਹੜਾ ਹੈਗਾ ਇੱਥੋਂ ਤੁਰ ਪੈਂਦਾ ਹੈ, ਫਿਰ ਰੋਂਦੇ ਹੋਏ ਤੁਰ ਪੈਂਦਾ ਹੈ। ਉਹ ਅੱਗੇ ਲਾ ਲੈਂਦੇ ਆ ਜਮਦੂਤ, ਨਾਨਕ ਸਿਫਤੀ ਰਤਿਆਂ ਮਨ ਤਨ ਹਾਰਿਆ ਹੋਏ। ਕਹਿੰਦੇ ਸਿਫਤ ਦੇ ਨਾਲ ਹੁਣ ਆਖਰੀ ਦੇ ਵਿੱਚ ਨੁਕਤਾ ਦੇ ਰਿਹਾ ਮਹਾਰਾਜ, ਨਾਨਕ ਸਿਫਤੀ ਰਤਿਆਂ ਮਨ ਤਨ ਹਾਰਿਆ ਹੋਏ। ਕਹਿੰਦੇ ਜੇ ਕਿਤੇ ਤੂੰ ਆ ਸੁੱਖ ਵਾਲੀ ਗੱਲ ਕਰਦਾ, ਪਰਮਾਤਮਾ ਦੀ ਸੁੱਖ, ਇਹ ਜਿਹੜਾ ਹੈਗਾ ਉਹਦੀ ਪ੍ਰੇਮਾ ਭਗਤੀ, ਧਿਆਨ ਸਿਮਰਨ, ਸਿਫਤ ਸਲਾਹ ਕਰਦਾ, ਇਹਦੇ ਵਿੱਚ ਰਤਿਆ ਜਾਂਦਾ ਤੇ ਤੇਰਾ ਮਨ ਵੀ ਤੇ ਤੇਰਾ ਤਨ ਦੋਨੋਂ ਦੇ ਦੋਨੋਂ ਸੁਖੀ ਹੋ ਜਾਣੇ ਸੀਗੇ। ਔਰ ਤੇਰੀ ਪੰਡ ਦੇ ਵਿੱਚ ਸੁੱਖ ਹੀ ਸੁੱਖ ਹੋਣੇ ਸੀਗੇ। ਔਰ ਤੈਨੂੰ ਫਿਰ ਜਿਹੜਾ ਜੂਨਾਂ ਦੇ ਵਿੱਚ ਨਹੀਂ ਭੇਜਣਾ ਸੀ। ਹੋਰ ਜਿਹੜੀ ਹੈ 10 ਗੁਣੀ ਜਿਹੜੀ ਹੈਗੀ ਤੈਨੂੰ ਜਿਹੜੇ ਹੈਗੇ ਆ ਡੰਡ ਨਹੀਂ ਲਾਉਣਾ ਸੀ ਉਹਨਾਂ ਨੇ। ਨਾਨਕ ਸਿਫਤੀ ਰਤਿਆਂ ਤਨ ਮਨ ਹਰਿਆ ਹੋਏ, ਦੁੱਖ ਕੀਆਂ ਅੱਗੀ ਮਾਰੀਆਂ, ਪੀ ਦੁੱਖ ਦਾਰੂ ਹੋਏ। ਦੁੱਖ ਦੀ ਅੱਗ ਦੇ ਵਿੱਚ ਜਿਹੜਾ ਹੈਗਾ ਆਪਣੀ ਆਤਮਿਕ ਜੀਵਨ ਨੂੰ ਇਨਸਾਨ ਖਤਮ ਕਰ ਦਿੰਦਾ ਹੈ। ਦੁੱਖ ਕੀਆਂ ਅੱਗੀ ਮਤਲਬ ਅੱਗ, ਦੁੱਖ ਕੀਆਂ ਅੱਗੀ ਮਾਰੀਆਂ ਪੀ ਦੁੱਖ ਦਾਰੂ ਹੋਏ। ਕਹਿੰਦੇ ਭਾਈ ਫਿਰ ਜਿਹੜਾ ਕੁਐਸਚਨ ਆ ਜਾਂਦਾ ਵੀ ਮਾਲਕਾ ਤੂੰ ਜਿਹੜਾ ਹੈਗਾ ਫਿਰ ਇਹ ਦੁੱਖ ਦੇ ਕਿਉਂ ਰਿਹਾ ਹੈ, ਕਾਹਦੇ ਵਾਸਤੇ ਬਣਾਇਆ ਦੁੱਖ, ਕਿਉਂ ਦੇ ਰਿਹਾ ਹੈ ਦੁੱਖ। ਮਾਲਕ ਕਹਿੰਦਾ ਭਾਈ ਮੈਂ ਦੁੱਖ ਨਹੀਂ ਦਿੰਦਾ, ਚੱਲ ਮੈਂ ਤੈਨੂੰ ਸਾਰੇ ਸੁੱਖ ਦੇ ਦਿੰਦਾ ਹੈ ਤੇ ਤੂੰ ਕਦੀ ਜਿਹੜਾ ਹੈਗਾ ਚਾਰੋਂ ਯੁੱਗ ਗੁਜ਼ਰ ਜਾਣਗੇ, ਜਦ ਵੀ ਤੂੰ ਆਏਗਾ ਸੁਖੀ ਹੋ ਕੇ ਚਲੇ ਜਾਏਗਾ ਤੇ ਤੂੰ ਮੇਰੇ ਵੱਲ ਕਦੋਂ ਸ਼ਿਫਟ ਹੋਏਗਾ। ਫਿਰ ਕਹਿੰਦੇ ਦੁੱਖ ਹੀ ਤਾਂ ਦਾਰੂ ਹੈਗਾ, ਇਹ ਦੁੱਖ ਦੇ ਨਾਲ ਹੀ ਤਾਂ ਇਨਸਾਨ ਜਿਹੜਾ ਹੈਗਾ ਇਸ ਪਾਸੇ ਨੂੰ ਪਰਤ ਸਕਦਾ ਹੈ। ਸੁੱਖ ਦੇ ਨਾਲ ਤਾਂ ਕਦੀ ਪਰਤਣ ਦਾ ਚਾਂਸ ਹੀ ਨਹੀਂ ਹੈਗਾ। ਹਾਂਜੀ ਗੁਰਪ੍ਰੀਤ ਸਾਹਿਬ। ਹਾਂਜੀ ਠੀਕ ਹੈ ਨਿਜਰ ਸਾਹਿਬ। ਸਾਧ ਸੰਗਤ ਜੀ, ਅੱਜ ਦੀ ਵਿਚਾਰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਹੁਣ ਦੁੱਖ ਦੀ ਗੱਲ ਚੱਲ ਰਹੀ ਹੈ
ਵੈਸੇ ਵੀ ਬਾਣੀ 'ਚ ਲਿਖਿਆ ਵੀ ਆ ਬੜੇ ਉੱਚੇ ਲੈਵਲ ਤੇ, ਦੁੱਖ ਦਾਰੂ ਰੋਗ ਪਿਆ ਹਨਾ? ਜਾਂ ਦੁੱਖ ਸੁਖ ਦਾਰੂ, ਕਾਮ ਨਾ ਹੋਈ। ਹਾਂ ਵੇਖ ਲਓ, ਕਹਿੰਦੇ ਕਿ ਦੁੱਖ ਜਿਹੜਾ ਦਾਰੂ ਆ। ਹੁਣ ਦਾਰੂ ਕਿੱਦਾਂ ਵਾ, ਤੁਹਾਨੂੰ ਵੀ ਪਤਾ ਦਾਰੂ ਕਿੱਦਾਂ ਵਾ, ਕਿਉਂਕਿ ਦੁੱਖ ਤੋਂ ਬਿਨਾਂ ਬੰਦਾ ਜਾਗ ਨਹੀਂ ਸਕਦਾ। ਜਿਹੜਾ ਜਦ ਤੱਕ ਬੰਦੇ ਨੂੰ ਅੱਖ ਨਹੀਂ ਖੁੱਲਦੀ ਉਹਨਾਂ ਚਿਰ ਉਹਨੂੰ ਪਤਾ ਨਹੀਂ ਲੱਗਣਾ। ਔਰ ਦੁੱਖ ਜਦੋਂ ਬੰਦੇ ਦੀ ਅੱਖ ਖੋਲਦਾ ਕਾਫੀ ਚੰਗੀ ਤਰੀਕੇ ਨਾਲ ਉਹਦਾ ਆਪਰੇਸ਼ਨ ਕਰਦਾ। ਹਾਂਜੀ ਨਿੱਜਰ ਸਾਹਿਬ, ਬਿਲਕੁਲ ਬਿਲਕੁਲ। ਫਿਰ ਉਹਦੀਆਂ ਸਾਰੇ ਜਿਹੜੀਆਂ ਉਹਦੀਆਂ ਅੱਖਾਂ ਦੇ ਵਿੱਚ ਭਰਮ ਜੰਮੇ ਹੁੰਦੇ ਸੀ, ਜਿਹੜੇ ਅਗਿਆਨ ਦੇ, ਮੋਹ ਦੇ, ਉਹ ਸਾਰੇ ਲਾ ਦਿੰਦਾ। ਫਿਰ ਉਹ ਜਦੋਂ ਆਪਰੇਸ਼ਨ ਹੁੰਦਾ ਬੰਦੇ ਦਾ ਜ਼ਰੂਰ ਆ। ਤੇ ਇਹ ਬਾਣੀ ਇਸੇ ਲਈ ਕਿਹਾ ਵਾ ਕਿ ਅਸਲ 'ਚ ਬੰਦਾ ਦੁਖੀ ਪਤਾ ਕਿਉਂ ਹੁੰਦਾ ਹੈ। ਦੇਖੋ, ਜਦੋਂ ਅਸੀਂ ਬਾਹਰ ਮੁਖੀ ਹੁੰਦੇ ਹਾਂ ਔਰ ਲੋੜ ਤੋਂ ਜ਼ਿਆਦਾ ਭੱਜੇ ਜਾਂਦੇ ਹਾਂ ਤਾਂ ਸਮਝ ਲਓ ਕਿ ਸਾਡੀ ਜ਼ਿੰਦਗੀ 'ਚ ਦੁੱਖ ਆਈ ਜਾਣਾ, ਵੱਧਦਾ ਜਾਣਾ। ਕਿਉਂਕਿ ਜਿਹੜਾ ਸੁੱਖ ਦੇਣਾ ਨਾ ਸਾਨੂੰ ਚੀਜ਼ ਨੇ, ਉਹ ਸਾਡੇ ਅੰਦਰ ਹੈ। ਉਹ ਤੇ ਸਾਡੀ ਹੋਂਦ ਤੇ ਉਹੀ ਹੈ, ਸਵੈ ਅਸਤ। ਸਵੈ ਦੇ ਵਿੱਚ ਜੋ ਬੰਦਾ ਖਲੋਤਾ ਹੈ, ਜੋ ਆਪਣੀ ਸਵੈ ਦੇ ਵਿੱਚ ਹੈ ਸਥਿਤ, ਆਪਣੇ ਅੰਦਰ ਜਿਹੜਾ ਬੰਦਾ ਸਥਿਤ ਆ, ਉਹ ਬੰਦਾ ਸੁਖੀ ਆ। ਇਟ ਡਜ਼ਨਟ ਮੈਟਰ ਤੁਹਾਡੇ ਕੋਲ ਪੈਸੇ ਹੈ ਜਾਂ ਨਹੀਂ ਹੈ। ਪੈਸੇ ਦਾ ਕਨੈਕਸ਼ਨ ਨਹੀਂ ਹੈ ਤੁਹਾਡੇ ਜੀਵਨ 'ਚ ਸੁੱਖ ਦੇਣਾ। ਪੈਸਾ ਭੌਤਿਕ ਜ਼ਰੂਰਤਾਂ ਤੁਹਾਡੀਆਂ ਪੂਰੀਆਂ ਕਰ ਸਕਦਾ ਹੈ, ਤੁਹਾਨੂੰ ਨਾਮ ਦੇ ਸਕਦਾ ਹੈ, ਸਟੇਟਸ ਦੇ ਸਕਦਾ ਹੈ, ਲੋਕੀ ਤੁਹਾਨੂੰ ਜਾਣਨਗੇ, ਤੁਹਾਡੀਆਂ ਅਖਬਾਰਾਂ 'ਚ, ਟੀਵੀ 'ਚ ਫੋਟੋਆਂ ਆ ਜਾਣਗੀਆਂ, ਪਰ ਤੁਸੀਂ ਸੁਖੀ ਨਹੀਂ ਹੋ ਸਕਦੇ। ਸੁੱਖ ਜਿਹੜੀ ਉਹ ਤੁਹਾਡੀ ਇੱਕ ਆਤਮਿਕ ਸਥਿਤੀ ਹੈ, ਤੁਹਾਡੇ ਮਨ ਦੀ ਇੱਕ ਸਥਿਤੀ ਹੈ। ਜਦੋਂ ਤੁਸੀਂ ਆਪਣੇ ਆਪ 'ਚ ਸਥਿਤ ਹੁੰਦੇ, ਜੋ ਸਾਧਨਾ ਕਰਦੇ ਪਏ, ਜੋ ਤੁਹਾਨੂੰ ਸੁੱਖ ਕਿਹੜੀ ਚੀਜ਼ ਦਾ ਮਿਲਦਾ, ਕੋਈ ਚੀਜ਼ ਥੋੜ੍ਹੀ ਅੰਦਰ ਹੋ ਰਹੀ ਹੈ, ਕੋਈ ਪ੍ਰਾਪਤ ਥੋੜ੍ਹੀ ਹੋ ਰਹੀ ਹੈ। ਕੇਵਲ ਤੁਹਾਨੂੰ ਸੁੱਖ ਇਸ ਕਰਕੇ ਲੱਗ ਰਿਹਾ ਕਿਉਂਕਿ ਤੁਹਾਡੀ ਦ੍ਰਿਸ਼ਟੀ ਜਿਹੜੀ ਆਤਮਾ ਤੱਤ ਜਾ ਕੇ ਲੀਨ ਹੋ ਰਹੀ, ਔਰ ਉਸੇ ਸੁੱਖ ਨੂੰ ਤੁਸੀਂ ਅਨੁਭਵ ਕਰ ਰਹੇ ਜੀ। ਹਾਂਜੀ ਨਿੱਜਰ ਸਾਹਿਬ, ਪਹਿਲੀ ਤੋਂ ਬੋਲੋ ਤੁਸੀਂ। ਹਾਂਜੀ, ਇੱਕ ਨਾ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਆਪਣਾ ਐਕਸਪੀਰੀਅੰਸ ਲੇਟੈਸਟ ਜਿਹੜਾ ਹੈਗਾ, ਕੱਲ੍ਹ ਦਾ ਹੀ ਐਕਸਪੀਰੀਅੰਸ ਹੈਗਾ, ਉਹ ਮੈਂ ਐਡ ਕਰਨਾ ਚਾਹੁੰਦਾ ਹੈ। ਬਈ ਆਪਾਂ ਕਿਸੇ ਦੀ ਗੱਲ ਨਹੀਂ ਕਰ ਰਹੇ, ਬਈ ਜਨਰਲ ਜਿਹੜੀ ਹੈ ਸੰਗਤ ਦੇ ਵਾਸਤੇ ਜਿਹੜਾ ਹੈਗਾ, ਸੰਗਤ ਨੂੰ ਗਿਆਨ ਦੇਣ ਵਾਸਤੇ ਜਿਹੜਾ ਹੈਗਾ, ਇਹ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਇੱਕ ਬੀਬੀ ਹੈਗੇ, ਉਹ ਕੱਲ੍ਹ ਸਾਨੂੰ ਮਿਲੇ ਸੀਗੇ ਅਤੇ ਉਹਨਾਂ ਦਾ ਜਿਹੜਾ ਹੈਗਾ, ਉਹਨਾਂ ਨੇ ਦੱਸਿਆ ਵੀ ਮੈਂ ਜਿਹੜੀ ਹੈਗੀ ਨਾ ਬਹੁਤ ਹਾਈਲੀ ਕੁਆਲੀਫਾਈਡ ਹੈਗੇ, ਬਹੁਤ ਹਾਈ ਲੈਵਲ ਦੇ ਡਾਕਟਰ ਹੈਗੇ ਆ। ਅਤੇ ਉਹ ਬਈ ਉਹਨਾਂ ਦੇ ਕਹਿੰਦੇ ਮੇਰਾ ਬੇਟਾ ਜਿਹੜਾ ਹੈਗਾ 15 ਸਾਲ ਦਾ ਸੀਗਾ, ਉਹ ਜਿਹੜਾ ਹੈਗਾ ਬਿਮਾਰੀ ਦੇ ਨਾਲ ਬਿਮਾਰ ਹੋ ਕੇ ਚੜ੍ਹਾਈ ਕਰ ਗਿਆ। ਅਤੇ ਕਹਿੰਦੇ ਉਸ ਤੋਂ ਮੈਂ ਜਿਹੜਾ ਹੈਗਾ, ਮੈਨੂੰ ਇਸ ਪਾਸੇ ਲਾਉਣ ਦਾ ਜਿਹੜਾ ਹੈਗਾ ਆਹੀ ਕਾਰਨ ਬਣਿਆ। ਕਹਿੰਦੇ ਬਈ ਉਹ ਇੰਨੀ ਜ਼ਿਆਦਾ ਉਹਨਾਂ ਦੇ ਅੰਦਰ ਇੱਛਾ ਹੈਗੀ ਨਾ, ਮੈਂ ਤਾਂ ਸਲੂਟ ਕਰਦਾ ਹਾਂ, ਇੰਨਾ ਉਹਨਾਂ ਦੇ ਅੰਦਰ ਮਤਲਬ ਜਿਹੜੀ ਹੈਗੀ ਆ ਇਸ ਰਸਤੇ 'ਤੇ ਜਿਹੜੀ ਹੈਗੀ ਤੁਰਨ ਦੀ ਲਗਨ ਹੈਗੀ ਆ। ਅਤੇ ਬਹੁਤ ਜਿਹੜਾ ਹੈਗਾ ਦੇਖੋ, ਕਹਿੰਦੇ ਮੈਨੂੰ ਜਿਹੜਾ ਹੈਗਾ ਇਸ ਪਾਸੇ ਮੇਰਾ ਬੇਟਾ ਹੀ ਹੈਗਾ ਜਿਹਦੀ ਉਹੀ ਮੈਨੂੰ ਇਸ ਪਾਸੇ ਲਾ ਗਿਆ। ਅਤੇ ਹਾਂਜੀ ਗੋਰਖ ਸਾਹਿਬ ਜੀ ਬਿਲਕੁਲ ਠੀਕ ਹੈ, ਤੁਸੀਂ ਪਹਿਲੀ ਤੁਕ ਬੋਲੋ ਜਰਾ। ਹਾਂਜੀ, ਦੁੱਖ ਵਿੱਚ ਜੰਮਣ ਦੁੱਖੇ ਮਰਨ ਦੁੱਖੇ ਵਰਤਣ ਸੰਸਾਰ। ਹਾਂਜੀ ਬਿਲਕੁਲ ਠੀਕ ਹੈ। ਹੁਣ ਸਾਧ ਸੰਗਤ ਜੀ ਵੇਖੋ, ਕਹਿੰਦੇ ਆ ਕਿ ਦੁੱਖ 'ਚ ਕਿੱਦਾਂ ਜੁੜਿਆ ਹੋਇਆ। ਦੁੱਖ 'ਚ ਬੰਦਾ ਜੰਮਦਾ ਤੇ ਦੁੱਖ 'ਚ ਮਰਨਾ ਜਦੋਂ ਜਾਣਾ ਵਾ, ਉਦੋਂ ਵੀ ਉਹ ਇੱਕ ਕਸ਼ਟ ਆ, ਦੁੱਖ 'ਚ ਪੀੜਾ ਹੈ। ਤੇ ਇਹ ਨਹੀਂ ਕਿ ਇੱਕ ਤੇ ਬੰਦੇ ਦੀ ਗੱਲ ਕਰਦੇ ਪਏ ਨੇ, ਉਹ ਕਹਿੰਦੇ ਸਾਰਾ ਸੰਸਾਰ ਹੀ ਵਰਤ ਰਿਹਾ, ਦੁੱਖ ਵਰਤ ਰਿਹਾ। ਔਰ ਜਿਹਨੂੰ ਵੀ ਤੁਸੀਂ ਦੇਖੋਗੇ ਨਾ, ਜੋ ਦੀਸੇ ਸੋ ਸੋ ਰੋਗੀ। ਨਿੱਜਰ ਸਾਹਿਬ, ਇਹ ਨਹੀਂ ਕੋਈ ਇੱਕ ਬੰਦਾ ਛੱਡਦਾ, ਹਰ ਇੱਕ ਬੰਦਾ ਜਿਹੜਾ ਵਾ ਦੁਖੀ ਹੈ ਤੇ ਪਰੇਸ਼ਾਨ ਹੈ। ਉਹ ਭਾਵੇਂ ਅਮੀਰ ਹੈ ਚਾਹੇ ਉਹ ਗਰੀਬ ਇਸ ਕਰਕੇ ਸੋਚਦਾ ਵਾ ਕਿ ਮੈਂ ਦੁਖੀ ਹਾਂ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹੈਗੇ। ਤੇ ਇਹ ਨਹੀਂ ਕਿ ਅਮੀਰ ਕੋ ਪੈਸੇ ਮਿਲ ਗਏ ਤਾਂ ਸੁਖੀ ਹੋ ਗਿਆ, ਉਹ ਵੀ ਦੁਖੀ ਹੈ। ਪਰ ਇੱਕ ਰਸਤੇ ਤੁਰਿਆ ਜਾ ਰਿਹਾ, ਇੱਕ ਪਹੁੰਚ ਕੇ ਮਹਿਸੂਸ ਕਰ ਰਿਹਾ ਕਿ ਇੱਥੇ ਸੁੱਖ ਨਹੀਂ ਹੋ, ਫਿਰ ਉਹ ਸੋਚਦਾ ਕਿ ਹੋਰ ਪੈਸੇ ਆਉਣ ਸ਼ਾਇਦ ਮੈਂ ਸੁਖੀ ਹੋ ਜਾ। ਪਰ ਅਸਲ ਦੇ ਵਿੱਚ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਜਿਹੜੀ ਤੇਰੀ ਬਿਮਾਰੀ ਹੈ ਤੂੰ ਉਹਨੂੰ ਸਮਝ ਨਹੀਂ ਰਿਹਾ ਤੇ ਤੂੰ ਗਲਤ ਜਗ੍ਹਾ ਇਲਾਜ ਕਰ ਰਿਹਾ। ਹਾਂਜੀ ਨਿੱਜਰ ਸਾਹਿਬ, ਅਗਲੀ। ਹਾਂਜੀ, ਦੁੱਖ ਦਾ ਕੁਝ ਹੋਰ ਕਹਿਣਾ ਚਾਹੁੰਦੇ ਤੁਸੀਂ? ਹਾਂਜੀ, ਅੱਗੇ ਹੈਗਾ ਦੁੱਖ ਵਿੱਚ ਜੰਮਣ ਦੁੱਖੇ ਮਰਨ ਦੁੱਖੇ ਵਰਤਣ ਸੰਸਾਰ। ਕਹਿੰਦੇ ਸਾਰਾ ਸੰਸਾਰ ਦੁੱਖ 'ਚ ਹੀ ਵਰਤ ਰਿਹਾ ਆ। ਫਿਰ ਉਹ ਦੁੱਖ ਚੋਂ ਜਿਹੜਾ ਹੈਗਾ ਉਹ ਉਸੇ 'ਚ ਹੀ ਵਰਤ ਰਿਹਾ ਆ, ਔਰ ਸੁੱਖ ਵੱਲ ਨੂੰ ਜਾਣਾ ਹੀ ਨਹੀਂ ਚਾਹੁੰਦਾ, ਸੁੱਖ ਵੱਲ ਨੂੰ ਗਿਆਨ ਹੀ ਨਹੀਂ ਲੈਣਾ ਚਾਹੁੰਦਾ, ਸੁੱਖ ਵੱਲ ਨੂੰ ਆਪਣੀ ਜਿਹੜੀ ਹੈਗੀ ਜੀਵਨ ਦੀ ਕਿਸ਼ਤੀ ਜਿਹੜੀ ਹੈ ਸੁੱਖ ਵੱਲ ਨੂੰ ਮੋੜਨਾ ਹੀ ਨਹੀਂ ਚਾਹੁੰਦਾ।
ਹਾਂਜੀ ਨਿੱਜਰ ਸਾਹਿਬ, ਕਦੇ ਬੰਦੇ ਦੀ ਇੱਕ ਬੜੀ ਪ੍ਰੋਬਲਮ ਆ, ਉਹ ਬੰਦੇ ਨੇ ਕੀ ਸੋਚ ਲਿਆ ਕਿ ਦੁੱਖ ਹੀ ਹੈ ਜੀਵਨ ਦੇ ਵਿੱਚ, ਔਰ ਉਹਨੇ ਕੀ ਸਮਝ ਲਿਆ, ਜਿੱਦਾਂ ਤੁਹਾਨੂੰ ਮੈਂ ਕਹਾਣੀ ਨਹੀਂ ਸੁਣਾਈ ਸੀ ਪਹਿਲਾਂ, ਇੱਕ ਪਿੰਡ ਦੇ ਵਿੱਚ ਜੰਗਲ ਦੇ ਵਿੱਚ ਰਹਿੰਦੇ ਸੀ ਲੋਕ, ਕਬੀਲੇ 'ਚ, ਤੇ ਡਾਕਟਰ ਗਏ, ਉਹਨਾਂ ਨੇ ਦੱਸਿਆ ਕਿ ਵੀ ਤੁਹਾਨੂੰ ਤੇ ਬਿਮਾਰੀ ਹੈ। ਉਹ ਕਹਿੰਦੇ ਕਿਹੜੀ ਬਿਮਾਰੀ? ਕਹਿੰਦੇ ਇਹ ਬਿਮਾਰੀ ਹੈ। ਉਹ ਕਹਿੰਦੇ ਇਹ ਬਿਮਾਰੀ ਕਿਤੇ ਦੇ ਛੋਟੇ ਹੁੰਦੇ ਬੱਚੇ ਨੂੰ ਹੋਈ ਹੈ, ਕਿਤੇ ਛੋਟੇ ਹੁੰਦਾ ਸਾਡਾ ਬੱਚਾ ਹੀ ਇਹਦੇ ਨਾਲ ਹੀ ਪੈਦਾ ਹੁੰਦਾ। ਤਾਂ ਕਹਿਣ ਤੋਂ ਭਾਵ ਹੈ ਕਿ ਜਦੋਂ ਇਹ ਲੋਕ ਵਹਿੰਦੇ ਆ, ਆਮ ਬੰਦੇ ਨੂੰ ਪਤਾ ਹੀ ਨਹੀਂ ਕਿ ਦੁੱਖ ਜਿਹੜਾ ਨਾ ਇਨਸਾਨ ਸਾਧ ਸੰਗਤ ਜੀ ਅਸਲ 'ਚ ਹੈ ਨਹੀਂ ਆ, ਦੁੱਖ ਨਹੀਂ ਹੈਗਾ, ਸੁੱਖ ਹੀ ਆ। ਪਰ ਇਹ ਆ ਕਿ ਸਾਨੂੰ ਪਤਾ ਨਹੀਂ ਆ, ਅਸੀਂ ਅਗਿਆਨ ਦੇ ਵਾਸੇ 'ਚ ਦੁੱਖ 'ਚ ਜੀਵਨ ਬਤੀਤ ਕਰਦੇ ਹਾਂ। ਅਸੀਂ ਕੀ ਸਾਰੀ ਦੁਨੀਆ ਕਰਨ ਦੀ ਆ, ਜਦ ਕਿ ਸੰਤਾਂ ਨੇ ਮਹਾਤਮਾ ਨੇ ਕੀ ਲੱਭਿਆ ਸੀ? ਸੱਚ, ਚਿੱਤ, ਆਨੰਦ। ਹੁਣ ਜਿਹੜਾ ਬੰਦਾ ਜੁੱਤੀਆਂ ਕੱਢਣ ਦਿਆ ਵਾ, ਜਿਹੜਾ ਬੰਦਾ ਰੂਹ ਕੱਟਣ ਦਿਆ ਵਾ, ਮੈਨੂੰ ਲੱਗਦਾ ਨਹੀਂ 1-2 ਰੁਪਈਆ ਬਣਾਉਂਦਾ ਹੋਊਗਾ ਰੋਜ਼ ਦਾ, ਉਹ ਬੰਦਾ ਕਿੰਨਾ ਸੰਤੁਸ਼ਟ ਬੈਠਾ। ਉਹ ਕਿਹੋ ਜਿਹੀ ਬਾਣੀ ਉਚਾਰਨ ਦੇ ਆ ਰਵਿਦਾਸ ਜੀ, ਜਿਹੜੇ ਉਹ ਦੇਖੋ ਜੁੱਤੀਆਂ ਕੱਢ ਕੇ ਤੇ ਉਹ ਕੈਸੀ ਬਾਣੀ ਉਚਾਰਨ ਕਰ ਰਹੇ, ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ। ਕਦੇ ਸੁਣੋ ਇਹਨਾਂ ਦਾ ਸ਼ਬਦ ਸੁਣੋ, ਤੇ ਉਹ ਇੰਨੀ ਸੋਹਣੀ ਬਾਣੀ ਕਿੱਥੋਂ ਉਚਾਰਨ ਹੋ ਰਹੀ ਹੈ। ਔਰ ਇੱਕ ਆਮ ਜਿਹਾ ਬੰਦਾ, ਕੀ ਹੋ ਗਿਆ ਸੀ ਉਹਨਾਂ ਨੂੰ? ਕੀ ਮਿਲ ਗਿਆ ਸੀ? ਸੱਚੀ ਉਹਨਾਂ ਨੂੰ ਸੁੱਖ ਮਿਲਿਆ ਸੀ, ਤਾਂ ਹੀ ਉਹ ਇਹੋ ਜਿਹੀ ਬਾਣੀ ਦਾ ਉਚਾਰਨ ਕਰ ਰਹੇ ਸੀ। ਹਾਂਜੀ ਨਿੱਜਰ ਸਾਹਿਬ ਅੱਗੇ ਬੋਲੇ। ਹਾਂ, ਇਹਦੇ ਵਿੱਚ ਗੋਰਖੀ ਸਾਹਿਬ ਜੇ ਦੇਖ ਲਓ, ਜਿਹੜਾ ਹੈਗਾ ਨਾ, ਜ਼ਿਆਦਾ ਆਪਾਂ ਜਿਹੜੇ ਹੈਗੇ ਆ, ਜੇ ਦੁੱਖ ਆਉਂਦਾ ਹੈ ਨਾ, ਤਾਂ ਦੁੱਖ ਹੋਇਆ ਤੇ ਤਾਂ ਹੀ ਤਾਂ ਜਿਹੜੀਆਂ ਹੈਗੀਆਂ ਉਹ ਮਾਇਆ ਦੀਆਂ ਮੋਹ ਦੀਆਂ ਤਾਰਾਂ ਥੋੜ੍ਹੀਆਂ ਢਿੱਲੀਆਂ ਹੁੰਦੀਆਂ ਇਨਸਾਨ ਦੀਆਂ, ਤਾਂ ਹੀ ਤਾਂ ਦੁਖੀ ਹੁੰਦਾ ਹੈ। ਔਰ ਜਦ ਇੱਧਰ ਮੋਹ ਦੀਆਂ ਤਾਰਾਂ ਢਿੱਲੀਆਂ ਹੋਈਆਂ ਤੇ ਰੱਬ ਵਾਲੇ ਪਾਸੇ ਨੂੰ ਜਿਹੜਾ ਹੈਗਾ, ਉਹੀ ਜਿਹੜਾ ਹੈ ਰੱਬ ਵਾਲੇ ਪਾਸੇ ਨੂੰ, ਉਹੀ ਪਿਆਰ ਰੱਬ ਵਾਲੇ ਪਾਸੇ ਨੂੰ ਪਾ ਸਕਦਾ ਇਨਸਾਨ। ਇਸੇ ਕਾਰਨ ਦੁੱਖ ਹੈ, ਆਈ ਦੁੱਖ ਦਾਰੂ ਤਾਂ ਹੀ ਤਾਂ ਬਣਦਾ ਹੈ। ਨਿੱਜਰ ਸਾਹਿਬ, ਦੁੱਖ ਦੇ ਵਿੱਚ ਰਹਿਣ ਕਰਕੇ ਜੀਵਨ ਬਤੀਤ ਕਰਨਾ, ਕਿਉਂਕਿ ਫਿਰ ਵੀ ਇਨਸਾਨ ਇਹ ਸੋਚਦਾ ਨਹੀਂ ਹੈ ਕਿ ਮੈਂ ਦੁੱਖ ਤੋਂ ਮੁਕਤੀ ਪ੍ਰਾਪਤ ਕਰ ਲਾਂ। ਕਈ ਲੋਕ ਸਾਰਾ ਜੀਵਨ ਹੀ ਆਪਣਾ ਦੁੱਖ 'ਚ ਨਸ਼ਟ ਕਰ ਲੈਂਦੇ ਨੇ, ਉਹ ਸੋਚਦੇ ਹੀ ਨਹੀਂ ਕਿ ਦੁੱਖ ਦਾ ਕਾਰਨ ਕੀ ਆ। ਉਹ ਉਸੇ ਫਾਰਮੂਲੇ ਨਾਲ ਕਾਰਜ ਕਰੀ ਜਾਂਦੇ ਆ, ਤੇ ਉਹ ਇਹ ਨਹੀਂ ਸੋਚਦੇ ਕਿ ਇਸ ਫਾਰਮੂਲੇ ਨਾਲ ਤੇ ਗੱਲ ਬਣਦੀ ਨਹੀਂ ਪਈ। ਪਰ ਜੀਵਨ ਭਾਰੀ, ਉਹ 60-70 ਸਾਲ ਵੀ ਲੰਘ ਜਾਂਦਾ ਤੇ ਉਹ ਸਾਰਾ ਜੀਵਨ ਹੀ ਲੰਘ ਜਾਂਦਾ, ਔਰ ਦੁੱਖ ਤੋਂ ਮੁਕਤ ਨਹੀਂ ਹੋ ਪਾਉਂਦੇ, ਔਰ ਏਦਾਂ ਹੀ ਦੁੱਖ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਨੇ। ਠੀਕ ਹੈ ਨਿੱਜਰ ਸਾਹਿਬ। ਦੁੱਖ ਅੱਗੇ ਆਖੀਏ, ਪੜ ਕਰੇ ਪੁਕਾਰ, ਔਰ ਗਿਆਨ ਵੀ ਲੈ ਰਹੇ ਆ। ਤੇ ਗਿਆਨ ਜਿਹੜਾ ਹੈਗਾ, ਸਿਰਫ ਜਿਹੜਾ ਹੈਗਾ ਬਸ ਗਿਆਨ ਜਿਹੜਾ ਹੈਗਾ ਆਪਣੇ ਦਿਮਾਗ ਤੱਕ ਹੀ ਰੱਖਿਆ ਹੋਇਆ ਹੈ, ਵਿਚਾਰਾਂ ਤੱਕ ਹੀ ਰੱਖਦੇ ਆ, ਐਕਸ਼ਨ ਤੇ ਆਉਂਦੇ ਨਹੀਂ। ਪੜ ਕਰੇ ਪੁਕਾਰ, ਫਿਰ ਜਿਹੜੇ ਹੈਗੇ ਉਹੀ ਦੁੱਖਾਂ ਦੇ ਵਿੱਚ ਹੀ ਆਪਣਾ ਜੀਵਨ ਜਿਹੜਾ ਹੈ ਉਸੇ ਦੁੱਖਾਂ ਦੇ ਵਿੱਚ ਹੀ ਚੱਲਦਾ ਹੈ। ਦੁੱਖ ਅੱਗੇ ਆਖੀਏ, ਅੱਗੇ ਗਾਹਾਂ ਵੀ ਜਿਹੜਾ ਹੈਗਾ ਉਹਨਾਂ ਨੂੰ ਦੁੱਖ ਹੀ ਦੁੱਖ। ਬਸ ਇਹ ਦੁੱਖ ਦੇ ਨਾਲ ਹੀ ਜਿਹੜੀ ਹੈਗੀ ਉਹਨਾਂ ਦਾ ਸਾਰਾ ਜਿਹੜਾ ਹੈਗਾ ਅਗਲਾ ਪਿਛਲਾ ਜਿਹੜਾ ਹੈਗਾ ਇਹ ਦੁੱਖਾਂ ਦੇ ਵਿੱਚ ਹੀ ਜਾਂਦਾ ਹੈ ਸਮਾਂ। ਹਾਂਜੀ ਠੀਕ ਹੈ ਜੀ, ਸਹੀ ਹੈ। ਦੁੱਖ ਅੱਗੇ ਆਖੀਏ, ਪੜ ਕਰੇ ਪੁਕਾਰ। ਗਿਆਨ ਜਿਹੜਾ ਹੈਗਾ, ਖਾਲੀ ਗਿਆਨ ਨੂੰ ਪੜ੍ਹਦੇ ਆ ਬਸ। ਹਾਂ, ਗੱਲ ਕੀ ਹੈ ਕਿ ਜਦੋਂ ਹੁਣ ਕੋਈ ਚੀਜ਼ ਆ, ਉਹ ਆਪਾਂ ਕਿਤਾਬ ਪੜ੍ਹੀ ਜਾਵਾਂਗੇ, ਜੀਵਨ 'ਚ ਆਪਾਂ ਕੁਝ ਕਰਦੇ ਹੀ ਨਹੀਂ, ਤੇ ਉਹਦੇ ਨਾਲ ਕੀ ਜੀਵਨ 'ਚ ਕੀ ਪ੍ਰਾਪਤੀ ਹੋਊਗੀ? ਬਾਣੀ ਤੇ ਉਹ ਕਹਿਣਾ ਚਾਹੁੰਦੀ ਕਿ ਪ੍ਰੈਕਟੀਕਲ ਕਰਨਾ ਪੈਣਾ ਤੈਨੂੰ ਜੀਵਨ 'ਚ। ਹੁਣ ਸਾਧਨਾ ਵੇਖੋ, ਤੁਸੀਂ ਪਹਿਲਾਂ ਤੁਸੀਂ ਪਾਠ ਹੀ ਪੜ੍ਹੀ ਜਾਂਦੇ, ਤੁਸੀਂ ਸੋਚਦੇ ਕਿ ਇਹੋ ਹੀ ਸਭ ਕੁਛ ਹੈ, ਪਰ ਅਸਲ 'ਚ ਹੁਣ ਬਾਣੀ ਵੇਖੋ, ਬਾਣੀ ਤੇ ਕਿਤੇ ਕਿਹਾ ਹੀ ਨਹੀਂ ਏਦਾਂ ਪੜ੍ਹਨ ਬਾਰੇ, ਗੱਲ ਹੀ ਨਹੀਂ ਕਰਦੇ। ਉਸੇ ਕਹਿੰਦੇ ਨਾ ਪੜ੍ਹ। ਨਿੱਜਰ ਸਾਹਿਬ, ਉਹ ਤੇ ਕਹਿੰਦੇ ਆ ਕਿ ਤੂੰ ਸਾਧਨਾ ਕਰ, ਧਿਆਨ ਸਿਮਰਨ ਕਰ, ਉਹਦਾ ਨਾਮ ਜਪ, ਜਿਹੜਾ ਨਾਮ ਜਪਣ ਵਾਸਤੇ ਆਇਆ ਵਾ ਉਹਦੀ ਉਸਤਤ ਕਰ, ਉਹਦਾ ਨਾਮ ਜਪ। ਬਾਣੀ ਤੇ ਨਾਮ ਜਪਣ ਦੇ ਬਾਰੇ ਗੱਲ ਕਰ ਰਹੀ ਹੈ, ਤੇ ਉਹੀ ਗੱਲ ਹੈ ਕਿ ਇਨਸਾਨ ਨੂੰ ਸਮਝਾਇਆ, ਬਾਣੀ ਤੇ ਨਾਮ ਦੀ ਗੱਲ ਕਰ ਰਹੀ ਹੈ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਕਹਿੰਦੇ ਜਿਹੜੇ ਮਨੁੱਖੀ ਜੂਨ ਦਿੱਤੀ ਸੀਗੀ, ਉਹਦੇ ਵਿੱਚ ਜਿਹੜੀਆਂ ਹੈਗੀਆਂ ਇੰਨੀਆਂ ਉਹਨੇ ਕਾਰਨ ਸਿਰ ਇੰਨਾ ਵਧਾ ਲਿਆ ਨਾ, ਇੰਨੀਆਂ ਪੰਡਾਂ ਹੀ ਬੰਨ ਲਈਆਂ। ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ ਤੇ ਸੁੱਖ ਨਾ ਨਿਕਲਿਓ ਕੋਈ। ਜਦ ਉਹਦੀ ਫਿਰ ਜਿਹੜੇ ਉੱਥੇ ਜਿਹੜਾ ਹੈਗਾ ਉਹਦੇ ਧਰਮਰਾਜ ਦੇ ਕੋਲ ਫੈਸਲੇ ਦਾ ਟਾਈਮ ਆ ਗਿਆ, ਉਹਦਾ ਲੇਖਾ ਜੋਖੇ ਦਾ ਟਾਈਮ ਆ ਗਿਆ, ਤੇ ਉਹ ਕਹਿੰਦਾ ਤੇਰਾ ਤਾਂ ਬਾਈ ਸੁੱਖ ਨਾਮ ਦੀ ਚੀਜ਼ ਤਾਂ ਹੈ ਨਹੀਂ ਗੀ, ਇਹਦੇ ਵਿੱਚ ਕੋਈ ਸੁੱਖ ਤਾਂ ਹੈ ਹੀ ਨਹੀਂ। ਤੂੰ ਤਾਂ ਜਿਹੜਾ ਹੈਗਾ ਮਾਇਆ ਜੇਵੜ ਦੁੱਖ ਨਾ ਕੋਈ, ਤੂੰ ਤਾਂ ਮਾਇਆ ਜਿਹੜਾ ਹੈਗਾ ਇਹ ਦੁਨੀਆ ਦੇ ਵਿੱਚ ਆ ਕੇ ਜਿਹੜਾ ਹੈਗਾ ਤੂੰ ਧਿਆਨ ਸਿਮਰਨ ਜਿਹੜਾ ਹੈਗਾ ਇਹ ਜਿਹੜਾ ਹੈਗਾ ਕੁਛ ਕੀਤਾ ਹੀ ਨਹੀਂ। ਤੂੰ ਜਿਹੜਾ ਹੈਗਾ ਤੂੰ ਆਪਣੇ ਅੰਦਰ ਵੜਿਆ ਹੀ ਨਹੀਂ। ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਕਹਿੰਦੇ ਤੂੰ ਤਾਂ ਜਿਹੜਾ ਹੈਗਾ
ਜਿਉ ਕਹਿੰਦੇ ਆ ਜੀਵ ਆਤਮਾ ਦੀ, ਕਿਉਂਕਿ ਸਾਰਾ ਕੁਝ ਜਿਹੜਾ ਹੈਗਾ ਮਹਿਸੂਸ ਜਿਹੜਾ ਕਰਨ ਵਾਲੀ ਚੀਜ਼ ਹੈ ਆਪਣੇ ਅੰਦਰ, ਉਹ ਆਪਣੀ ਜੀਵ ਆਤਮਾ ਹੈਗੀ, ਉਹਨੇ ਮਹਿਸੂਸ ਕਰਨਾ ਹੈ। ਕਹਿੰਦੇ ਉਹ ਜਿਹੜਾ ਹੈਗਾ ਜਿਉ ਨੇ ਮਹਿਸੂਸ ਕਰਨਾ ਹੈ, ਔਰ ਉਹਨੇ ਫਿਰ ਜਿਹੜਾ ਹੈਗਾ ਕਹਿੰਦੇ ਉਹ ਤਾਂ ਐਵੇਂ ਹੀ ਜਿਹੜਾ ਦੁੱਖ ਦੇ ਵਿੱਚ ਜਿਹੜਾ ਹੈਗਾ ਦੁਖੀ ਹੁੰਦੀ ਰਹੀ, ਔਰ ਤੇਰਾ ਮਨ ਦੁਖੀ ਹੁੰਦਾ ਰਹਿ ਗਿਆ, ਔਰ ਇਸ ਤਰ੍ਹਾਂ ਹੀ ਜਿਹੜਾ ਹੈਗਾ ਤੂੰ ਗਾਹਾਂ ਚੱਲ ਪਿਆ। ਜਿਹੜੀ ਯਾਤਰਾ ਖਤਮ ਹੋ ਗਈ ਮਨੁੱਖ ਦੀ, ਜਿਹੜੀ ਰੇਅਰ ਮਿਲੀ ਸੀ ਤੇਰੇ ਕੋਲ, ਚਾਂਸ ਮਿਲਿਆ ਸੀ ਹੈਗਾ ਦੁੱਖ ਤੋਂ ਬਾਹਰ ਨਿਕਲਣ ਦਾ। ਹਾਂਜੀ ਗੋਪੀ ਜੀ। ਹਾਂਜੀ ਸਾਧ ਸੰਗਤ ਜੀ, ਹੁਣ ਇੱਥੇ ਕਹਿ ਰਹੇ ਨੇ ਕਿ ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਉਹ ਕਹਿੰਦੇ ਕਿ ਇਨਸਾਨ ਜੀਵਨ ਭਰ ਪੰਡਾਂ ਬੰਨਦਾ ਹੈ, ਤੇ ਉਹ ਸੋਚਦਾ ਹੈ ਕਿ ਮਿਰਗ ਤ੍ਰਿਸ਼ਨਾ, ਉੱਥੋਂ ਸੁੱਖ ਮਿਲੂਗਾ, ਔਰ ਜੀਵਨ ਭਰ ਹੀ ਏਦਾਂ ਕਰਦਾ ਰਹਿੰਦਾ। ਔਰ ਜਿੰਨੀਆਂ ਪੰਡਾਂ ਬੰਨਦਾ ਉਹਨਾਂ ਚ ਵੀ ਦੁੱਖ ਹੀ ਭਰੇ ਹੁੰਦੇ ਆ, ਸੁੱਖ ਨਹੀਂ ਹੁੰਦਾ ਨਾ, ਕਿਉਂਕਿ ਇਹ ਵੈਸੇ ਸੋਚਦਾ ਤੇ ਸੁੱਖ ਹੀ ਆ, ਪਰ ਅਸਲ ਚ ਸੁੱਖ ਨਹੀਂ ਹੁੰਦੀ, ਉਹਦੇ ਅੰਦਰ ਉਹ ਦੁੱਖ ਹੀ ਹੁੰਦੇ, ਤੇ ਦੁੱਖ ਦੀਆਂ ਹੀ ਪੰਡਾਂ ਨਿਕਲੀਆਂ, ਤੇ ਜੀਵਨ ਵੀ ਦੁੱਖ ਚ ਬਤੀਤ ਕੀਤਾ। ਜਿਹੜੀਆਂ ਪੰਡਾਂ ਬੱਧੀਆਂ ਉਹ ਵੀ ਦੁੱਖ ਦੀਆਂ ਹੀ ਭਰ ਲਈਆਂ ਨੇ। ਅੱਗੋਂ ਆਇਆ ਸੀ ਤੇ ਹੋ ਸਕਦਾ ਕਿ ਥੋੜੀ ਸਫਾਈ ਸੀ, ਜਦੋਂ ਜਾਣਾ ਵਾ ਤੇ ਨਾਲ ਹੋਰ ਦੁੱਖ ਇਕੱਠੇ ਕਰ ਲਏ, ਤੇ ਹੋਰ ਏਦਾਂ ਦੇ ਸੰਸਕਾਰ ਇਕੱਠੇ ਕਰ ਲਏ, ਉਹ ਜਿਨ੍ਹਾਂ ਨੂੰ ਫੇਰ ਦੁਬਾਰਾ ਭੋਗਣਾ ਪੈਣਾ। ਹਾਂਜੀ ਨਿਜੋ ਸਾਹਿਬ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਨਾਨਕ ਸਿਫਤੀ ਰਤਿਆਂ ਮਨ ਤਨ ਹਰਿਆ ਹੋਏ। ਕਹਿੰਦੇ ਕਿਤੇ ਆਹ ਕੰਮ ਕੀਤਾ ਹੁੰਦਾ, ਸਿਫਤੀ ਦੇ ਵਿੱਚ ਰਤਿਆ ਜਾਂਦਾ। ਇੰਨਾ ਸੁਨਹਿਰੀ ਤੇਰੇ ਕੋਲ ਚਾਂਸ ਮਿਲਿਆ ਸੀਗਾ ਤੇ ਧਿਆਨ ਸਿਮਰਨ ਦਾ, ਕਿਤੇ ਤੂੰ ਥੋੜਾ ਵੀ ਸਮਾਂ ਸਵੇਰੇ ਸ਼ਾਮ ਦਾ ਲਾਇਆ ਹੁੰਦਾ, 2 ਟਾਈਮ ਬੈਠਿਆ ਹੁੰਦਾ, 2 ਘੜੀ ਲਾਈਆਂ ਹੁੰਦੀਆਂ। ਨਾਨਕ ਸਿਫਤੀ ਰਤਿਆਂ ਮਨ ਤਨ ਹਰਿਆ ਹੋਇਆ, ਤੇਰਾ ਮਨ ਵੀ ਔਰ ਤਨ ਵੀ ਦੋਨੋਂ ਹਰੇ ਭਰੇ ਰਹਿਣੇ ਸੀ। ਤੂੰ ਜੀਵਨ ਸੰਸਾਰ ਦੇ ਵਿੱਚ ਵੀ ਖੁਸ਼ਹਾਲ ਜੀਵਨ ਬਤੀਤ ਕਰਨਾ ਸੀਗਾ, ਤੇ ਗਾਹਾਂ ਵੀ ਅੱਗੇ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਉੱਥੇ ਵੀ ਤੇਰੀ ਸੋਭਾ ਹੋਣੀ ਸੀਗੀ। ਦੁੱਖ ਕੀਆਂ ਅੱਗੀ ਮਾਰੀਆਂ ਪੀ ਦੁੱਖ ਦਾਰੂ ਹੋਏ। ਕਹਿੰਦੇ ਬਸ ਤੂੰ ਤਾਂ ਜਿਹੜਾ ਹੈਗਾ ਦੁੱਖ ਦੀਆਂ ਅੱਗਾਂ ਦੇ ਵਿੱਚ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਆਪਣੇ ਆਪ ਨੂੰ ਸਾੜ ਲਿਆ, ਤ੍ਰਿਸ਼ਨਾ ਦੀਆਂ ਇੱਛਾਵਾਂ ਦੀਆਂ, ਤ੍ਰਿਸ਼ਨਾ ਦੀਆਂ ਅੱਗਾਂ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਤੇਰੀ ਆਤਮਿਕ ਮੌਤ ਹੋ ਗਈ। ਦੁੱਖ ਦੀਆਂ ਅੱਗੀ ਮਾਰੀਆਂ ਪੀ ਦੁੱਖ ਦਾਰੂ ਹੋਏ। ਕਹਿੰਦੇ ਫਿਰ ਵੀ ਜਿਹੜਾ ਹੈਗਾ ਦੁੱਖ ਜਿਹੜਾ ਹੈਗਾ ਇਹ ਦਾਰੂ ਹੁੰਦਾ ਆ, ਇਸੇ ਦੇ ਨਾਲ ਆਦਮੀ ਜਿਹੜਾ ਹੈਗਾ ਸ਼ਿਫਟ ਹੋ ਸਕਦਾ ਹੈ। ਇਹ ਦੁੱਖ ਪਾਇਆ ਹੀ ਇਸੇ ਵਾਸਤੇ ਹੈਗਾ ਕਿ ਇਨਸਾਨ ਜਿਹੜਾ ਹੈਗਾ ਕਦੀ ਤਾਂ ਠੋਕਰ ਖਾ ਕੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਮਾਲਕ ਵੱਲ ਨੂੰ ਪੁਕਾਰ ਕਰੇਗਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਆ ਲੈਣ ਮੇਰੀ ਉੱਪਰਲੀ ਛੁੱਟ ਗਈ। ਦੁੱਖ ਵਿੱਚ ਜਿਉ ਜਲਾਇਆ ਦੁੱਖ ਚੱਲਿਆ ਰੋਏ। ਹਾਂ ਹੁਣ ਕਹਿੰਦੇ ਕਿ ਇਹਨੇ ਕੀ ਕੀਤਾ ਕਿ ਜੋ ਸੁੱਖ ਇਹਨੇ ਸੁੱਖ ਸੋਚ ਕੇ ਇਕੱਠੇ ਕੀਤੇ, ਅਸਲ ਚ ਦੁੱਖ ਹੀ ਸੀ, ਤੇ ਇਹਨੇ ਪੰਡਾਂ ਬੰਨ ਲਈਆਂ ਦੁੱਖਾਂ ਦੀਆਂ। ਸੁੱਖ ਨਿਕਲਿਆ ਨਾ ਕੋਈ ਏਦਾਂ ਦਾ ਕੰਮ ਤੇ ਨਿਕਲਿਆ ਹੀ ਨਹੀਂ, ਇਹਨੇ ਕੀਤੀ ਨਹੀਂ ਕੋਈ ਏਦਾਂ ਦੀ ਚੀਜ਼ ਜਿਸ ਚ ਸੁੱਖ ਇਹਨੂੰ ਮਿਲਦਾ। ਕਹਿਣ ਤੋਂ ਭਾਵ ਹੈ ਕਿ ਧਰਮਰਾਜ ਦੀ ਗੱਲ ਕਰ ਰਹੇ ਨੇ ਕਿ ਇਹਨੇ ਆਇਆ, ਇਹਨੇ ਦੁੱਖ ਹੀ ਇਕੱਠੇ ਕੀਤੇ, ਜੀਵਨ ਵੀ ਦੁੱਖਾਂ ਚ ਬਤੀਤ ਕੀਤਾ। ਜਿਹੜੀਆਂ ਪੰਡਾਂ ਵਧੀਆਂ ਸੀ ਉਲਟਾ ਹੋਰ ਕੁਝ ਸੁੱਖ ਤੇ ਕੋਈ ਇਕੱਠਾ ਹੀ ਨਹੀਂ ਕੀਤਾ ਇਹਨੇ। ਫਿਰ ਹੋਇਆ ਕਿ ਦੁੱਖ ਦੀਆਂ ਪੰਡਾਂ, ਕਰਮ ਰੂਪੀ ਪੰਡਾਂ ਨੇ ਕੀ ਕੀਤਾ ਕਿ ਨਾ ਲਿਖਿਆ ਦੁੱਖ ਵਿੱਚ ਜੀਵ ਜਲਾਇਆ। ਇਹਨੇ ਆਪਣਾ ਜਿਹੜਾ ਜੀਵ ਉਹਨੂੰ ਸਾੜ ਦਿੱਤਾ, ਉਹਨੂੰ ਏਦਾਂ ਦੇ ਕਰਮ ਕੀਤੇ, ਏਦਾਂ ਦੇ ਮਾੜੇ ਕਸ਼ਟ ਕਰਮ ਕਰਦਾ ਰਿਹਾ, ਜਿਹਦੇ ਕਰਕੇ ਕਿਤੇ ਜੀਵ ਜਿਹੜਾ ਇਹਦੇ ਅੰਦਰ ਸੀ ਉਹਨੂੰ ਸਾੜਤਾ, ਇਹਨੇ ਜਲਾ ਦਿੱਤਾ, ਕਾਲਾ ਸੁਆਹ ਹੋ ਗਿਆ ਉਹ। ਹਾਂ ਉਹਨੂੰ ਇਹਨੇ ਡਿਸਟਰੋਏ ਕਰਤਾ। ਜਿੱਦਾਂ ਮਤਲਬ ਕੋਈ ਚੀਜ਼ ਦੇ ਦੋ ਮੈਨੂੰ ਤੇ ਮੈਂ ਚਿੱਟੇ ਕੱਪੜੇ ਨੂੰ ਰਗੜ ਕੇ ਮਿੱਟੀ ਚ ਉਹ ਚ ਧੂੜ ਮਿੱਟੀ ਪਾ ਕੇ ਐਸੇ ਕਰਮ ਕੀਤੇ ਕਿ ਉਹ ਜਿਹੜਾ ਮੇਰਾ ਚਿੱਤ ਸੀ ਉਹਨੂੰ ਪੂਰਾ ਗੰਦਾ ਕਰਕੇ ਮੈਂ ਖੜ ਰਿਹਾ ਔਰ ਜਾ ਰਿਹਾ ਸੰਸਾਰ ਤੋਂ। ਤੇ ਹੁਣ ਫਿਰ ਕੀ ਕਹਿੰਦੇ ਆ ਕਿ ਜੀਵ ਦੁਖੀ ਚੱਲਿਆ ਰੋਏ। ਤੇ ਜਦੋਂ ਹੁਣ ਦੇਖੋ ਹੁਣ ਰੋਣਾ ਤੇ ਆਉਣਾ ਹੀ ਆ, ਪਤਾ ਹੀ ਲੱਗਣਾ ਵਾ ਕਿ ਮੈਂ ਹੁਣ ਕਹਿੰਦੇ ਆ ਨਾ ਕਿ ਬੰਦੇ ਨੂੰ ਅੱਖ ਖੁੱਲਦੀ ਹੈ ਬੰਦੇ ਦੀ। ਬਿਲਕੁਲ। ਹੁਣ ਜਦੋਂ ਤੂੰ ਬੀਜਿਆ ਤੂੰ ਕੀ ਆ ਤੇ ਵੱਢਣਾ ਵੀ ਤੂੰ ਉਹੀ ਕੁਛ ਹੈ। ਜਦੋਂ ਬੰਦੇ ਦੀ ਪਿੰਗਲਾ ਚੱਲਦੀ ਨਾ ਨਿੱਜਰ ਸਾਹਿਬ, ਉਦੋਂ ਬੰਦਾ ਹਉਮੈ ਚ ਬੜੀ ਫਾਲਤੂ ਦੀ ਚੀਜ਼ਾਂ ਕਰੀ ਜਾਂਦਾ, ਔਰ ਬੱਕਰੇ ਵਾਂਗੂ ਮੈਂ ਕਰਦਾ ਹਉਮੈ ਚ ਪਤਾ ਨਹੀਂ ਕਿੰਨੇ ਕੁ ਕਰਮ ਕਰੀ ਜਾਂਦਾ। ਸੇਵਾ ਵੀ ਹਉਮੈ ਚ, ਦਾਨ ਵੀ ਹਉਮੈ ਚ, ਸਾਰਾ ਕੁਝ ਹੀ ਹਉਮੈ। ਤੇ ਫਿਰ ਬਾਅਦ ਦੇ ਵਿੱਚ ਜਦੋਂ ਸੰਸਾਰ ਤੇ ਜਾਣਾ ਹੈ ਤੇ ਉਹ ਫਿਰ ਜਦ ਚੀਜ਼ ਹਉਮੈ ਲਈ ਕੀਤੀ ਉਹ ਤੇ ਸੁੱਖ ਕਿੱਥੋਂ ਮਿਲੂਗਾ? ਉਹਦੇ ਪਿੱਛੇ ਹੰਕਾਰ ਹੁੰਦਾ ਬੰਦੇ ਦਾ, ਤੇ ਹੰਕਾਰ ਜਦੋਂ ਬੰਦਾ ਕੰਮ ਕਰਦਾ ਤੇ ਫਿਰ ਦੁੱਖ ਹੀ ਮਿਲਣੇ ਆ, ਔਰ ਜਦੋਂ ਦੁੱਖ ਮਿਲਣੇ ਆ ਤੇ ਫਿਰ ਉਹਨਾਂ ਨੂੰ ਭੋਗਣਾ ਪੈਣਾ। ਨਾਨਕ ਸਿਫਤੀ ਰਤਿਆਂ ਮਨ ਤਨ ਹਰਿਆ ਹੋਏ। ਬਸ ਆਹੀ ਚੀਜ਼ ਹੈ। ਹਾਂ ਬਿਲਕੁਲ ਸਹੀ ਆ। ਹੁਣ ਦੇਖ ਲਓ ਕਿ ਕਹਿੰਦੇ ਕਿ ਜਿਹੜੇ ਬੰਦੇ ਨੇ ਧਿਆਨ ਸਿਮਰਨ ਕੀਤਾ
ਤੇ ਉਹਦਾ ਜੀਵਨ ਉਹਨੇ ਆਪਣਾ ਸੰਤੁਲਨ ਬਣਾ ਲਿਆ। ਉਹਨੂੰ ਪਤਾ ਲੱਗ ਗਿਆ ਈੜਾ ਪਿੰਗਲਾ ਜਿਹੜੀਆਂ ਦੋ ਸ਼ਕਤੀਆਂ ਹਨ ਉਹ ਮੇਰੇ ਸਰੀਰ 'ਚ ਚੱਲਦੀਆਂ ਹਨ। ਜਦੋਂ ਈੜਾ ਜ਼ਿਆਦਾ ਚੱਲਦੀ ਹੈ ਤੇ ਮੈਂ ਡਿਪਰੈਸ਼ਨ 'ਚ ਚੱਲ ਜਾਂਦਾ, ਤੇ ਜਦੋਂ ਪਿੰਗਲਾ ਜ਼ਿਆਦਾ ਚੱਲਦੀ ਹੈ ਤੇ ਮੈਂ ਕਈ ਐਸੇ ਕੰਮ ਕਰਦਾ ਹਾਂ ਔਰ ਜਿਨ੍ਹਾਂ ਦੀ ਲੋੜ ਨਹੀਂ ਹੈ। ਉਹ ਫਾਲਤੂ ਦੇ ਕੰਮ, ਹਉਮੈ, ਈਗੋ, ਬਾਹਰ ਮੁਖੀ ਹੁੰਦਾ ਵਾ। ਤੇ ਇਹ ਜਿਹੜੀ ਜਦੋਂ ਮੈਂ ਬੈਲੈਂਸ ਕਰ ਲੈਂਦਾ ਵਾ ਇਹਨਾਂ ਨੂੰ ਦੋਨਾਂ ਨੂੰ ਹੀ, ਵਿਚਾਰ ਵੀ ਕਰਦਾ ਵਾ ਤੇ ਕੰਮ ਵੀ ਕਰਦਾ, ਜੋਸ਼ ਤੇ ਹੋਸ਼ ਦੋਨੋਂ ਜਦੋਂ ਬੈਲੈਂਸ ਕਰਦਾ। ਤੇ ਬਾਣੀ ਫਿਰ ਕੀ ਕਹਿੰਦੀ ਆ ਕਿ ਕਹਿੰਦੇ ਕਿ ਨਾਨਕ ਸਿਫਤ ਰਤਿਆ, ਜੇ ਤੂੰ ਭਗਤੀ ਕੀਤੀ ਤੇ ਤੇਰੇ ਜੀਵਨ 'ਚ ਬੈਲੈਂਸ ਆ ਜਾਣਾ। ਤੇ ਫਿਰ ਕੀ ਹੋਣਾ ਹੈ? ਤੇ ਮਨ ਤੇ ਤਨ ਹਰਿਆ ਹੋਏ, ਤੇਰਾ ਮਨ ਵੀ ਹਰਿਆ ਹੋ ਜਾਊਗਾ ਤੇ ਤੇਰਾ ਤਨ ਵੀ ਹਰਿਆ ਹੋ ਜਾਊਗਾ। ਕਿਉਂਕਿ ਤਨ ਵੀ ਤੇ ਤੇਰੇ ਮਨ ਤੋਂ ਵੱਖ ਥੋੜੀ ਹੈ, ਇਕੱਠੇ ਤੇ ਹੈਗੇ ਹੋ। ਜੇ ਤੇਰੇ ਸਰੀਰ ਨੂੰ ਕਸ਼ਟ ਮਿਲੂਗਾ ਤੇਰੇ ਮਨ ਨੂੰ ਕਸ਼ਟ ਆਪੇ ਪਹੁੰਚ ਜਾਣਾ ਵਾ। ਹੁਣ ਮੈਂ ਮਨ ਨੂੰ ਸਜ਼ਾ ਦੇਣੀ ਹੈ ਤੇ ਮੈਨੂੰ ਡਾਂਗਾ ਫਿਰੋਂ 2 ਦਿਨ ਤੇ ਮਨ ਨੂੰ ਆਪੇ ਪਹੁੰਚ ਜਾਣੀ ਆ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਹਾਂ, ਇਹ ਵਿਚਾਰ ਜਿਹਨੇ ਕੀਤੇ ਨਾ, ਜਿਹਨੇ ਮਾੜਾ ਪੁਰਨਾ ਕੀਤਾ ਵਾ, ਤੇ ਸਜ਼ਾ ਵੀ ਉਹਨੂੰ ਮਿਲਦੀ ਹੈ, ਸਰੀਰ ਨੂੰ ਨਹੀਂ ਮਿਲਦੀ। ਡਾਂਗਾ ਭਾਵੇਂ ਲੱਕ ਨੂੰ ਪੈਣਦੀਆਂ ਤੇ ਦਰਦ ਜਿਹੜਾ ਮਨ ਨੂੰ ਹੋਣਾ ਵਾ, ਕਿਉਂਕਿ ਮਨ ਤੇ ਸਰੀਰ ਤੇ ਪੂਰਾ ਇਹਦੇ ਨਾਲ ਰਚਿਆ ਹੋਇਆ ਹੈ। ਤੇ ਫਿਰ ਕਹਿੰਦੇ ਕਿ ਮਨ ਤਨ ਹਰਿਆ ਹੋਏ। ਤੇ ਫਿਰ ਜਦੋਂ ਤੁਸੀਂ ਭਗਤੀ ਕਰਦੇ, ਜਦੋਂ ਮਨ ਹਰਿਆ ਹੋ ਜਾਣਾ, ਇੱਕ ਜਗ੍ਹਾ ਬਾਣੀ ਚ ਆਉਂਦਾ ਗੁਰਕੀ ਸਾਹਿਬ, ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਏ ਵਿਜੋਗ। ਦੇਖ ਲਓ, ਤੇ ਹਰਿਆ ਤਾਂ ਹੋਈ ਜਾਣਾ। ਹੁਣ ਵੇਖੋ ਇਹਦੇ ਬਾਣੀ ਕਹਿੰਦੀ ਕਿ ਜਦੋਂ ਤੂੰ ਭਗਤੀ ਕੀਤੀ ਤੇ ਤੇਰੇ ਅੰਦਰ ਚੇਤਨਾ ਦਾ ਪ੍ਰਕਾਸ਼ ਹੋ ਜਾਣਾ। ਤੇ ਜਦੋਂ ਤੇਰੇ ਅੰਦਰ ਚੇਤਨਾ ਦਾ ਪ੍ਰਕਾਸ਼ ਹੋ ਗਿਆ, ਤੂੰ ਯਥਾਰਥ ਸੱਚ ਨੂੰ ਵੇਖ ਸਕਦਾ, ਸੱਚ ਨੂੰ ਸੱਚ ਵੇਖੇਂਗਾ। ਉਹਦੇ ਨਾਲ ਤੈਨੂੰ ਜਿਹੜੀਆਂ ਫਾਲਤੂ ਦੀਆਂ ਚਿੰਤਾ, ਪਰੇਸ਼ਾਨੀਆਂ, ਹੁਣ ਦੇਖੋ ਜਿਹਨਾਂ ਦੀ ਸੁਖਨਾ ਚੱਲਦੀ ਹੈ ਨਾ, ਉਸ ਬੰਦੇ ਦੇ ਕੋਲ ਪਰੇਸ਼ਾਨੀ ਨਹੀਂ ਆ ਸਕਦੀ। ਤੁਸੀਂ ਜੇ 15-20 ਦਿਨ ਵੀ ਸਾਧਨਾ ਕੀਤੀ ਹੈ ਨਾ, ਤੁਹਾਨੂੰ ਮਾੜਾ ਮੋਟਾ ਵਿਚਾਰ ਫੜ ਨਹੀਂ ਸਕਦਾ, ਕਿਉਂਕਿ ਅੰਦਰ ਬੈਲੈਂਸ ਹੋਣ ਡਿਆ ਪਿਆ। ਤੁਸੀਂ ਯਥਾਰਥ ਸੱਚ ਨੂੰ ਵੇਖਣਾ ਸ਼ੁਰੂ ਕਰ ਦਿੱਤਾ। ਉਹਦੇ ਨਾਲ ਕੀ ਹੋਣਾ, ਤੁਹਾਡਾ ਮਨ ਵੀ ਸ਼ਾਂਤ ਹੋ ਜਾਣਾ। ਮਨ ਤਨ ਹਰਿਆ ਦਾ ਮਤਲਬ ਹੁੰਦਾ ਵਾ ਚੰਗੀ ਚੀਜ਼, ਸਾਫ਼ ਹੋ ਗਿਆ, ਨਿਰਮਲ ਹੋ ਜਾਣਾ। ਤੇ ਮਨ ਵੀ ਜਦੋਂ ਨਿਰਮਲ ਹੋ ਗਿਆ ਤਾਂ ਤਨ ਆਪਣੇ ਆਪ ਹੀ ਠੀਕ ਹੋ ਜਾਣਾ ਤੁਹਾਡਾ। ਕਈ ਜਿਹੜੀਆਂ ਤੁਹਾਡੇ ਮਾਨਸਿਕ ਬਿਮਾਰੀਆਂ ਨੇ ਉਹ ਕੇਵਲ ਫਾਲਤੂ ਦਾ ਚਿੰਤਨ ਕਰਕੇ ਆ। ਐਵੇਂ ਸੋਚੀ ਜਾਣਾ, ਉਹ ਯਾਰ ਉਹ ਫਲਾਨਾ ਮੈਨੂੰ ਕੀ ਕਹੂਗਾ, ਉਹ ਫਲਾਣੇ ਮੈਨੂੰ ਇੰਝ ਨਹੀਂ ਕਿਹਾ, ਫਲਾਣੇ ਮੈਨੂੰ ਇੰਝ ਨਹੀਂ ਕੀਤਾ, ਮੈਨੂੰ ਖਵਾਇਆ ਨਹੀਂ, ਮੈਨੂੰ ਬੁਲਾਇਆ ਨਹੀਂ। ਉਹ ਤੁਸੀਂ ਲੋਕਾਂ ਨੂੰ ਆਪਣਾ ਰਿਮੋਟ ਕੰਟਰੋਲ ਕਿਉਂ ਦਿੰਦੇ ਜੋ? ਦੇਖੋ, ਗੁਰੂ ਨਾਨਕ ਪਾਤਸ਼ਾਹ ਜੀ ਦਾ ਕਹਿਣਾ ਆਪਾਂ ਨੂੰ ਮੰਨਣਾ ਚਾਹੀਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਨਿੱਜਰ ਸਾਹਿਬ, ਕੋਈ ਭਲਾ ਕਹੇ ਕੋਈ ਬੁਰਾ ਕਹੇ, ਹਮ ਤਨ ਦਿਓ ਹੈ ਡਾਰ। ਮੇਰੇ ਖਿਆਲ 5ਵੀਂ ਪਾਤਸ਼ਾਹ ਦੀ ਹੈਗੀ। ਹਾਂ, ਚਲੋ ਠੀਕ ਹੈ। ਇਹ ਦੇਖੋ ਸਾਧ ਸੰਗਤ ਜੀ, ਉਹ ਕਹਿੰਦੇ ਕਿ ਕੋਈ ਮੈਨੂੰ ਭਲਾ ਕਹਿ ਦੇ ਤੇ ਕੋਈ ਮੈਨੂੰ ਬੁਰਾ ਕਹਿ ਦੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਿਸੇ ਦੇ ਭਲੇ ਕਹਿਣ ਦੇ ਨਾਲ ਮੈਂ ਭਲਾ ਨਹੀਂ ਹੋ ਜਾਣਾ ਤੇ ਕਿਸੇ ਦੇ ਬੁਰੇ ਕਹਿਣਾ ਮੈਂ ਬੁਰਾ ਨਹੀਂ ਹੋ ਜਾਣਾ। ਮੈਨੂੰ ਖੁਦ ਪਤਾ ਮੈਂ ਕਿੱਦਾਂ ਦਾ ਵਾਂ। ਆਪ ਜੀ ਨੂੰ ਵਿਚਾਰ ਕਰਿਆ ਕਰੋ। ਲੋਕਾਂ ਦੀ ਤੁਹਾਨੂੰ ਕੀ ਲੋੜ ਵੀ ਤਾਰੀਫ ਕਰਨ ਲੈਣ ਦੀ? ਤੁਸੀਂ ਆਪਣੇ ਜੀਵਨ ਦਾ ਖੁਦ ਨਿਰੰਤਰਨ ਕਰੋ, ਆਪਣਾ ਕੰਟਰੋਲ ਰੱਖੋ। ਤੁਹਾਡੀ ਕੋਈ ਤਾਰੀਫ ਕਰਦੇ ਤੇ ਤੁਸੀਂ ਇੱਕਦਮ ਕੱਬੇ ਹੋ ਜਾਣਾ, ਤੇ ਤੁਹਾਡੀ ਕਿਸੇ ਨੇ ਮਾੜੀ ਜਿਹੀ ਗੱਲ ਕਹੀ ਤੁਸੀਂ ਨਾਲ ਹੀ ਬੁੱਝ ਜਾਣਾ। ਏਦਾਂ ਨਹੀਂ ਹੋਈ ਜਾਂਦਾ। ਜੀਵਨ ਤੁਹਾਡਾ ਹੈ ਔਰ ਤੁਸੀਂ ਆਪ ਵੇਖੋ ਕਿ ਤੁਸੀਂ ਸਹੀ ਜੋ, ਔਰ ਜੋ ਤੁਸੀਂ ਕਰ ਰਹੇ ਜੋ ਉਹਨੂੰ ਵੇਖੋ। ਅਗਰ ਤੁਸੀਂ ਸਹੀ ਕਰ ਰਹੇ ਜੋ ਤੇ ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈ। ਪਰਮਾਤਮਾ ਵੇਂਦਾ ਪਿਆ ਤੁਹਾਡੀ ਕਿਰਤ। ਠੀਕ ਹੈ ਨਿੱਜਰ ਸਾਹਿਬ? ਹਾਂਜੀ ਗੋਰਕੀ ਸਾਹਿਬ, ਇੱਕ ਨਾ ਮੈਨੂੰ ਨਾ ਆਹ ਜਿਹੜੀ ਆਖਰੀ ਲਾਈਨ ਦਾ ਵਿਚਾਰ ਜਿਹੜਾ ਹੈਗਾ ਨਾ, ਇੱਕ ਬਹੁਤ ਹੋਰ ਤਰ੍ਹਾਂ ਦਾ ਵਿਚਾਰ ਆ ਰਿਹਾ ਆਖਰੀ ਲਾਈਨ ਦਾ। ਚਲੋ ਤੁਸੀਂ ਕਰ ਦਿਓ, ਬਾਅਦ ਚ ਮੈਂ ਕਰ ਦਿੰਦਾ, ਕੋਈ ਗੱਲ ਨਹੀਂ। ਹਾਂ, ਆਪਾਂ ਇਹਨੂੰ ਇਸ ਵਿਚਾਰ ਨੂੰ ਵੀ ਲੈ ਲਈਏ, ਉਸ ਤੋਂ ਬਾਅਦ ਫਿਰ ਜਿਹੜਾ ਹੈਗਾ, ਕਿਉਂਕਿ ਇਹਦੇ ਵਿੱਚ ਦੇਖੋ ਆਖਰੀ ਦੇ ਵਿੱਚ ਮਹਾਰਾਜ ਜਿਹੜੇ ਹੈਗੇ ਇਹ ਜਿਹੜਾ ਦੁੱਖ ਹੈਗਾ ਇਹ ਦਾਰੂ ਕਿਵੇਂ ਬਣਦਾ ਆ, ਔਰ ਇਹਦੇ ਬਾਰੇ ਗਿਆਨ ਦੇ ਰਹੇ ਆ ਮਹਾਰਾਜ ਵੀ। ਪਰਮਾਤਮਾ ਦੀ ਸਿਫਤ ਕਰਨ ਦੇ ਨਾਲ, ਸਿਫਤ ਸਲਾਹ ਦੇ ਵਿੱਚ ਰੱਤੇ ਜਾਣ ਦੇ ਨਾਲ ਮਨ ਔਰ ਤਨ ਦੋਨੋਂ ਹਰੇ ਭਰੇ ਹੋ ਜਾਂਦੇ ਆ। ਤੇ ਹੁਣ ਜਿਹੜਾ ਅਗਲੀ ਲਾਈਨ ਕਹਿ ਰਹੀ ਹੈ, ਦੁੱਖ ਕੀਆਂ ਅੱਗੀ ਮਾਰੀਐ, ਦੁੱਖ ਕੀਆਂ ਅੱਗੀ ਮਾਰੀਐ, ਪੀ ਦੁੱਖ ਦਾਰੂ ਹੋਏ। ਕਹਿੰਦੇ ਦੁੱਖ ਦੀਆਂ ਅੱਗਾਂ ਜਿਹੜੀਆਂ ਲੱਗੀਆਂ ਹੋਈਆਂ ਨਾ, 5 ਅਗਨ ਤਿਤ ਲਾਗ ਰਹੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹੀ ਅੱਗਾਂ ਹੈਗੀਆਂ। ਇਹ ਦੁੱਖ ਕੀਆਂ ਅੱਗੀ ਮਾਰੀਆਂ, ਇਹ ਮਰ ਜਾਣਗੀਆਂ, ਇਹ ਬੁੱਝ ਜਾਣਗੀਆਂ। ਕਿਵੇਂ? ਨਾਨਕ ਸਿਫਤੀ ਰਤਿਆਂ ਮਨ ਤਨ ਹਰਿਆ ਹੋਏ, ਪੀ ਦੁੱਖ ਦਾਰੂ ਹੋਏ। ਕਹਿੰਦੇ ਦੁੱਖ ਇਸ ਤਰ੍ਹਾਂ ਦੁੱਖ ਜਿਹੜਾ ਹੈਗਾ ਦਾਰੂ ਹੋ ਜਾਂਦਾ, ਤੈਨੂੰ ਸਿਫਤ ਦੇ ਵਿੱਚ ਲਾ ਦਿੰਦਾ ਆ, ਸਿਫਤ ਦੇ ਵਿੱਚ ਰਤਿਆ ਜਾਂਦਾ ਇਨਸਾਨ, ਮਨ ਤਨ ਹਰਿਆ ਹੋ ਜਾਂਦਾ ਹੈ। ਇਸ ਤਰ੍ਹਾਂ ਦੁੱਖ ਦੀਆਂ ਅੱਗਾਂ ਜਿਹੜੀਆਂ ਹੈਗੀਆਂ ਮਰ ਜਾਂਦੀਆਂ ਹੈ। ਦੁੱਖ ਕੀਆਂ ਅੱਗੀ ਮਾਰੀਆਂ, ਪੀ ਦੁੱਖ ਦਾਰੂ ਹੋਏ। ਇਸ ਤਰ੍ਹਾਂ ਦੁੱਖ ਦਾ ਫਿਰ ਜਿਹੜਾ ਹੈਗਾ ਦੁੱਖ ਜਿਹੜਾ ਹੈਗਾ ਉਹ ਦਾਰੂ ਬਣ ਜਾਂਦਾ। ਹਾਂਜੀ ਗੁਰਕੀ ਸਾਹਿਬ? ਹਾਂਜੀ ਬਿਲਕੁਲ ਠੀਕ ਹੈ ਜੀ।
ਹੁਣ ਉਹ ਸਾਧ ਸੰਗਤ ਜੀ ਇਹ ਕਹਿਦੀ ਬਾਣੀ ਆਪਾਂ ਨੂੰ ਕਿ ਦੁੱਖ ਕੀਆਂ ਅੱਗਾਂ, ਜਿਹੜੀਆਂ ਦੁੱਖ ਦੀਆਂ ਅੱਗਾਂ ਨੇ ਮਾਰੀਏ, ਮਤਲਬ ਮਾਰੀਆਂ ਜਾ ਸਕਦੀਆਂ ਹੈ। ਬਿਲਕੁਲ ਵੀ ਦੁੱਖ ਦਾਰੂ ਹੋਏ ਤੇ ਫਿਰ ਕੀ ਹੁੰਦਾ ਕਿ ਉਹ ਅੱਗਾਂ ਨੂੰ ਮਾਰ ਦਿੰਦਾ। ਨਾਮ ਉੱਤੇ ਤੇ ਲਿਖਿਆ ਨਾ, ਨਾਨਕ ਸਿਫਤ ਰਤਿਆ ਮਨ ਤਨ ਹਰਿਆ ਹੋਏ। ਬਿਲਕੁਲ ਹਾਂ ਕਿ ਨਾਨਕ ਦੀ ਸਿਫਤ ਮਤਲਬ ਕਿ ਪ੍ਰਮਾਤਮਾ ਦੀ ਸਿਫਤ ਨਹੀਂ ਕਰਨੀ ਆਪਾਂ ਕੀ ਸਿਫਤ ਕਰਨੀ? ਉਹਦੀ ਸਿਫਤ ਦਾ ਮਤਲਬ ਉਹਦੀ ਭਗਤੀ ਕਰਨੀ। ਬਿਲਕੁਲ ਬਿਲਕੁਲ ਹਾਂ, ਜੇ ਤੁਸੀਂ ਭਗਤੀ ਕੀਤੀ ਤੇ ਫਿਰ ਕੀ ਹੋਊਗਾ? ਜਿਹੜੇ ਉੱਤੇ ਜਿੰਨੇ ਵੀ ਦੁੱਖ ਸੀ, ਸਾਰੀਆਂ ਪੰਡਾ ਪੁੰਡਾ ਜੋ ਵੀ ਸੀ, ਉਹ ਕੀ ਹੋਊਗਾ? ਮਨ ਤੇ ਤਨ ਤੁਹਾਡਾ ਉਸੇ ਟਾਈਮ ਹੀ ਹਰਿਆ ਹੋ ਜਾਣਾ ਵਾ। ਤੇ ਫਿਰ ਕੀ ਹੋਣਾ ਵਾ? ਅਗਲੇ ਬੰਨੇ ਕਿ ਲਿਖਿਆ ਦੁੱਖ ਕੀਆਂ ਅੱਗੀ ਮਾਰੀਆਂ, ਜਿਹੜੀਆਂ ਦੁੱਖ ਦੀਆਂ ਅੱਗਾਂ ਸੀ ਕਿ ਮੈਨੂੰ ਫਲਾਣੇ ਨੇ ਆਹ ਕਹਿਤਾ, ਮੈਨੂੰ ਢਿੰਕੇ ਨੇ ਉਹ ਕੀਤਾ, ਲੋਕੀ ਕੀ ਕਹਿਣਗੇ, ਉਹ ਜਿਹੜੀਆਂ ਦੁੱਖਾਂ ਦੀਆਂ ਅੱਗਾਂ ਸ਼ਾਂਤ ਹੋ ਗਈਆਂ। ਬਿਲਕੁਲ। ਤੇ ਫਿਰ ਕੀ ਹੋ ਗਿਆ? ਉਹ ਜਿਹੜਾ ਦੁੱਖ ਸੀ ਉਹ ਤੇ ਬੇਵਕੂਫੀ ਸੀ ਮੇਰੀ, ਅਗਿਆਨ ਸੀ, ਅਵਿਦਿਆ। ਅਗਿਆਨ ਦੇ ਕਰਕੇ ਰੱਸੀ ਨੂੰ ਆਪਾਂ ਸੱਪ ਸਮਝ ਲਿਆ ਸੀ। ਅਸਲ ਦੇ ਵਿੱਚ ਸਾਨੂੰ ਖੁਦ ਆਪਣੇ ਜੀਵਨ ਨੂੰ ਵੇਖਣਾ ਪੈਣਾ ਹੈ ਕਿ ਸਾਡਾ ਜੀਵਨ ਕਿੱਧਰ ਜਾ ਰਿਹਾ। ਅਸੀਂ ਲੋਕਾਂ ਦੀ ਥੋੜ੍ਹੀ ਕੰਮ ਕਰਨੇ ਆ, ਦੇਖਣਾ ਹੈ ਕਿ ਸਾਨੂੰ ਕਿਹੜੀ ਚੀਜ਼ ਸਹੀ ਹੈ ਜਾਂ ਗਲਤ ਹੈ। ਇਹ ਥੋੜ੍ਹੀ ਕਿ ਹੁਣ ਲੋਕਾਂ ਦੇ ਕਹਿਣ ਤੇ ਆਪਾਂ ਆਪਣਾ ਜੀਵਨ ਬਤੀਤ ਕਰਨਾ ਹੈ। ਆਪਣੇ ਬੋਝਾ ਵੇਖੋ, ਤੁਹਾਡੇ ਕੋਲ ਕਿੰਨੇ ਪੈਸੇ ਆ, ਤੁਸੀਂ ਉਸ ਆਪਣਾ ਜੀਵਨ ਬਤੀਤ ਕਰੋ। ਲੋਕਾਂ ਦੀ ਤਾਰੀਫ ਦੇ ਬਦਲੇ ਆਪਾਂ ਕਾਹਨੂੰ ਪਰੇਸ਼ਾਨ ਹੋਣਾ? ਹੁਣ ਕਿੰਨੇ ਲੋਕ ਨੇ ਇਸੇ ਚੱਕਰ 'ਚ ਕਿੰਨਾ ਕਰਜ਼ਾ ਚੁੱਕ ਲੈਂਦੇ ਨੇ, ਮੁੜ ਕੇ ਕਰਜ਼ਾ ਦਿੱਤਾ ਨਹੀਂ ਜਾਂਦਾ, ਫਿਰ ਘਰ ਵੇਚਣੇ ਪੈਂਦੇ ਆ। ਦੁੱਖ ਤੇ ਬੰਦਾ ਖੁਦ ਸੇੜ ਲੈਂਦਾ। ਉਹ ਖਾਣ ਵਾਲੇ ਤੇ ਇੱਕ ਦਿਨ ਖਾ ਕੇ ਚੱਲ ਜਾਂਦੇ ਆ, ਉਹਨਾਂ ਤੇ ਭੁੱਲ ਹੀ ਜਾਣਾ ਤੁਹਾਡਾ ਵਿਆਹ ਕੌਣ ਯਾਦ ਕਰਦਾ? ਇੱਥੇ ਐਡੇ ਵੱਡੇ ਸਿਕੰਦਰ ਲੰਘ ਗਏ ਨੇ, ਉਹਨਾਂ ਨੂੰ ਕੋਈ ਯਾਦ ਕਰਨ ਦਿਆ ਤੇ ਸਾਨੂੰ ਕਿਹਨੇ ਯਾਦ ਕਰਨਾ? ਠੀਕ ਹੈ ਨਾ ਚੱਸਾ? ਬਿਲਕੁਲ ਜੀ। ਅੱਗੇ ਚੱਲੀਏ। ਹਾਂ, ਅੱਗੇ ਜਿਹੜਾ ਹੈਗਾ ਫਿਰ ਪਹਿਲੀ ਪਾਤਸ਼ਾਹੀ ਦਾ ਇਹ ਸ਼ਲੋਕ ਹੈਗਾ, ਨਾਨਕ ਦੁਨੀਆ ਪਸ ਰੰਗ ਪਸੂ ਹੂੰ ਪਸ ਖੇ। ਕਹਿੰਦੇ ਸਾਰੀ ਦੁਨੀਆ ਜਿਹੜੀ ਹੈਗੀ ਆ, ਇਹ ਦੁਨੀਆ ਦੇ ਪਦਾਰਥ ਜਿਹੜੇ ਹੈਗੇ, ਇਹ ਧਨ ਦੌਲਤ ਜੋ ਕੁਛ ਵੀ ਦੁਨੀਆ ਦੇ ਵਿੱਚ ਹੈਗਾ, ਕਹਿੰਦੇ ਇਹਨੂੰ ਜਿਹੜਾ ਹੈਗਾ, ਇਹ ਕੱਚ ਨੂੰ ਜਿਹੜਾ ਹੈਗਾ ਸੱਚ ਸੋਨਾ ਸਮਝ ਰਹੀ ਹੈ। ਕੱਚ ਨੂੰ ਸੋਨਾ ਸਮਝ ਕੇ ਕੱਚ ਨੂੰ ਹੀਰਾ ਸਮਝ ਰਹੀ ਹੈ। ਕਹਿੰਦੇ ਹੈ ਇਹ ਜਿਹੜਾ ਹੈਗਾ ਬਸ ਸਾਰੇ ਜਿਹੜੇ ਸੁਆਹ ਦੇ ਰੰਗਾਂ ਦੇ ਵਿੱਚ ਰੰਗੇ ਹੋਏ, ਸੁਆਹ ਦੇ ਮਿੱਟੀ ਦੇ ਨਾਲ ਜਿਹੜੇ ਹੈਗੇ, ਬਿਲਕੁਲ ਇਹਦੀ ਵੈਲਿਊ ਜ਼ੀਰੋ ਹੈਗੀ ਆ। ਦੁਨੀਆ ਦੇ ਰੰਗ ਤਮਾਸ਼ੇ, ਦੁਨੀਆ ਜਿੱਥੋਂ ਜਿਹੜੀ ਚੀਜ਼ ਨੂੰ ਧਨ ਕਹਿੰਦੀ ਹੈ, ਬੈਂਕ ਬੈਲੈਂਸ ਕਹਿ ਰਹੀ ਹੈ, ਕਹਿੰਦੇ ਇਹਦੀ ਵੈਲਿਊ ਜ਼ੀਰੋ ਹੈਗੀ। ਨਾਨਕ ਦੁਨੀਆ ਭਸ ਰੰਗ ਪਸੂ ਭਸ ਖੇ। ਕਹਿੰਦੇ ਭਸ ਤੋਂ ਵੀ ਕਹਿੰਦੇ ਬਸ ਸੁਆਹ, ਖੇ ਕਹਿੰਦੇ ਆ, ਖੇ ਆ ਮਿੱਟੀ ਹੈਗੀ ਆ, ਇਸ ਤੋਂ ਉੱਪਰ ਕੁਛ ਨਹੀਂ ਹੈਗੇ। ਇਹਦੀ ਵੈਲਿਊ ਇਸ ਤੋਂ ਉੱਪਰ ਕੁਛ ਨਹੀਂ ਹੈਗੀ, ਕਿਉਂਕਿ ਇਹ ਸਾਰੀ ਦੀ ਸਾਰੀ ਚੀਜ਼ ਜਿਹੜੀ ਹੈਗੀ ਇਹ ਫੈਬਰੀਕੇਟਡ ਹੈਗੀ, ਇਹਦੇ ਵਿੱਚ ਸੱਚ ਨਹੀਂ ਹੈਗਾ। ਇਹ ਸ਼ਕਤੀ ਹੈਗੀ, ਸਿਰਫ ਸ਼ਕਤੀ ਦੇ ਨਾਲ ਬਣਾਈਆਂ ਹੋਏ ਪਦਾਰਥ ਸਾਰੇ। ਇਹ ਪਦਾਰਥ ਜਿਹੜੇ ਰੀਅਲ ਨਹੀਂ ਹੈਗੇ, ਰੀਅਲ ਹੈਗੇ ਉਹ ਪਰਮਾਤਮਾ ਦੇ ਜਿਹੜੀ ਹੈਗੀ ਇਹਦੇ 'ਚ ਪਾਵਰ, ਪੰਜਾਂ ਤੱਤਾਂ ਦੇ ਸਾਰੇ ਬਣਾਏ ਹੋਏ ਆ। ਨਾਨਕ ਦੁਨੀਆ ਭਸ ਰੰਗ ਪਸੂ ਭਸ ਖੇ, ਪਸੋ ਭਸ ਕਮਾਵਣੀ ਪੀ ਭਸ ਭਰੀਏ ਦੇ। ਪਰ ਇਨਸਾਨ ਜਿਹੜਾ ਹੈਗਾ ਕੀ ਕਰਦਾ ਹੈ? ਬਸ ਇਸੇ ਭਸ ਨੂੰ ਫਟਾਫਟ ਕਮਾਈ ਜਾਂਦਾ ਹੈ। ਔਰ ਪੂਰਾ ਜਿਹੜਾ ਹੈਗਾ ਕਮਾ ਕੇ ਕੀ ਕਰਦਾ ਹੈ? ਫਿਰ ਆਪਣੇ ਜਿਹੜੇ ਹੈਗੇ ਕਾਰਨ ਸਰੀਰ ਵਧਾ ਦਿੰਦਾ ਹੈ। ਬਸ ਇਹਦੀ ਦੇਹ ਜਿਹੜੀ ਮਿਲੀ ਸੀ, ਮਨੁੱਖੀ ਜੂਨ ਜਿਹੜਾ ਮਿਲੀ ਸੀ, ਮਨੁੱਖੀ ਸਰੀਰ ਮਿਲਿਆ ਸੀਗਾ, ਪੂਰੀ ਤਰ੍ਹਾਂ ਜਿਹੜਾ ਹੈਗਾ ਇਹਨੂੰ ਬਸ ਪੂਰੀ ਕਾਰਨ ਸਰੀਰ ਨੂੰ ਵਧਾਉਣ ਦੇ ਵਾਸਤੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨੂੰ ਪੂਰੀ ਦੀ ਪੂਰੀ ਦੇਹ ਨੂੰ ਪੂਰੀ ਤਰ੍ਹਾਂ ਭਰ ਲੈਂਦਾ ਹੈ, ਪੂਰਾ ਜਕੜਿਆ ਜਾਂਦਾ ਹੈ। ਭਾਵੇਂ ਜਿਹੜਾ ਆਇਆ ਸੀਗਾ ਤੇ ਥੋੜੇ ਬਹੁਤ ਹੋਣੇ ਆ ਇਹਦੇ ਸੰਸਕਾਰ, ਹੁਣ ਤਾਂ ਇਹਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜੇ ਹੈਗੇ ਵਧਾ ਲਏ। ਕਹਿੰਦੇ ਜਾਂ ਜੀਓ ਵਿੱਚੋਂ ਕੱਢੀਏ ਪਸ਼ੂ ਭਰਿਆ ਜਾਏ। ਕਹਿੰਦੇ ਜਦ ਫਿਰ ਜਿਹੜਾ ਹੈਗਾ ਸਮਾਂ ਖਤਮ ਹੋ ਜਾਂਦਾ ਹੈ, ਜੀਓ ਜਿਹੜਾ ਹੈਗਾ ਸਰੀਰ ਤੋਂ ਵੱਖ ਕੱਢਦੇ ਆ। ਹੁਣ ਇੱਥੋਂ ਦੇਖ ਲਓ, ਕੱਢਣਾ ਪੈਂਦਾ, ਵੱਖ ਹੁੰਦਾ ਸਰੀਰ, ਆਪਾਂ ਹਮੇਸ਼ਾ ਇਹੋ ਜਿਹੇ ਨਹੀਂ ਰਹਿ ਸਕਦੇ। ਜਾਂ ਜੀਓ ਵਿੱਚੋਂ ਕੱਢੀਏ, ਕੱਢਣ ਵਾਲੇ ਹੁੰਦੇ ਆ, ਆਉਂਦੇ ਆ ਕੱਢਣ ਵਾਲੇ ਐਕਸਪਰਟ। ਜਾਂ ਜੀਓ ਵਿੱਚੋਂ ਕੱਢੀਏ ਪਸ਼ੂ ਭਰਿਆ ਜਾਏ। ਕਹਿੰਦੇ ਫਿਰ ਜਿਹੜਾ ਹੈਗਾ ਮੈਲ ਦੇ ਨਾਲ, ਇਹ ਪਸ ਦੇ ਨਾਲ, ਇਹ ਜਿਹੜੇ ਸੰਸਕਾਰਾਂ ਦੇ ਨਾਲ ਭਰ ਕੇ ਜਾਂਦਾ ਇਨਸਾਨ। ਫਿਰ ਅੱਗੇ ਕੀ ਹੁੰਦਾ ਹੈ? ਅੱਗੇ ਲੇਖਾ ਮੰਗਿਆ ਹੋਰ ਦਸੂਣੀ ਪਾਏ। ਕਹਿੰਦੇ ਅੱਗੇ ਲੇਖਾ ਹੁੰਦਾ ਧਰਮਰਾਜ ਦੇ ਕੋਲ, ਸਾਰਾ ਇਹਦਾ ਹੀ ਜਿਹੜਾ ਹੈਗਾ ਜੋ ਇਹਨੇ ਕੀਤਾ ਮਨੁੱਖੀ ਜੀ ਉਮਰ ਦੇ ਵਿੱਚ, ਉਹਦਾ ਲੇਖਾ ਹੁੰਦਾ। ਅੱਗੇ ਲੇਖਾ ਮੰਗਿਆ ਮਤਲਬ ਮੰਗਣ ਦੇ ਨਾਲ, ਤੇ ਕਾਰਵਾਈ ਕੀ ਹੁੰਦੀ ਹੈ ਫਿਰ? ਹੋਰ ਦਸੂਣੀ ਪਾਏ। ਕਹਿੰਦੇ 10 ਗੁਣੀ ਜਿਹੜਾ ਹੈਗਾ ਜੋ ਇਹਨੇ ਕਰਮ ਕੀਤੇ ਆ, ਉਸ ਤੋਂ 10 ਗੁਣੀ ਜਿਹੜੀ ਹੈਗੀ ਆ। ਦੇਖ ਲਓ, ਮਨੁੱਖ ਦੀ ਜੂਨ 1 ਹੈਗੀ ਔਰ ਬਾਕੀ ਜੂਨਾਂ 84 ਲੱਖ ਜੂਨਾਂ ਹੈਗੀ। ਅੱਗੇ ਲੇਖਾ ਮੰਗਿਆ ਹੋਰ ਦਸੂਣੀ ਪਾਏ। ਕਹਿੰਦੇ 10 ਗੁਣੀ ਜ਼ਿਆਦਾ ਜਿਹੜੀ ਹੈਗੀ ਉਹ ਜਿਹੜਾ ਹੈਗਾ, ਜਿਵੇਂ ਕਹਿੰਦੇ ਨਾ ਇੱਕ ਬੀਜ ਬੀਜਿਆ ਤੇ ਜਿਹੜਾ ਹੈਗਾ
ਮਾਲਕ ਨੇ ਜਿਹੜਾ ਹੈਗਾ ਉਹਨਾਂ ਨੂੰ ਜੋ ਬੀਜੇਗਾ ਕਹਿੰਦੇ ਉਹ ਮੈਂ ਤੈਨੂੰ ਮਲਟੀਪਲਾਈ ਕਰ ਦੂੰਗਾ। ਆਹ ਮਲਟੀਪਲਾਈ ਹੋ ਜਾਂਦੀ ਹੈ ਭਾਈ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ। ਨਾਨਕ ਪਹਿਲੀ ਤੋਂ ਬੋਲਦਾ ਨਾਨਕ ਦੁਨੀਆ ਭਸ ਰੰਗ ਭਸ ਹੂੰ ਭਸ ਕੇ। ਹਾਂ ਪਸੋ ਪਸ ਕਮਾਵਣੀ ਭੀ ਭਸ ਭਰੀਏ ਦੇ। ਇਹ ਭਸ ਦਾ ਮਤਲਬ ਕੀ ਹੈ? ਮਿੱਟੀ ਹੈ ਜਾਂ ਜ਼ਮੀਨ ਹੈ? ਮਿੱਟੀ ਭਸ ਦਾ ਮਤਲਬ ਹੈ ਮਿੱਟੀ, ਸਵਾਹ ਮਿੱਟੀ, ਬਸ ਜਿਹਦੀ ਕੋਈ ਕੀਮਤ ਨਾ ਹੋਏ, ਬਿਲਕੁਲ ਜਿਹੜੀ ਹੈਗੀ ਨਿਕ੍ਰਿਸ਼ਟ ਜੀ, ਜਿਹਦੀ ਕੋਈ ਵੈਲਿਊ ਨਹੀਂ ਹੈਗੀ। ਕਹਿੰਦੇ ਦੁਨੀਆ ਦੇ ਰੰਗ ਤਮਾਸ਼ੇ ਕੀ ਹੈਗੇ, ਇਹਨਾਂ ਦੀ ਕੀ ਵੈਲਿਊ ਹੈਗੀ? ਨਾਮ ਦੇ ਬਰੋਬਰ ਜਾਂ ਆਤਮਿਕ ਅਧਿਆਤਮਿਕ ਸਿਫਤ ਸਲਾਹ ਦੇ ਬਰੋਬਰ ਇਹਨਾਂ ਨੂੰ ਤੋਲੀ। ਆਪਾਂ ਨੇ ਦੇਖਿਆ ਪਿੱਛੇ ਤੋਲਣ ਦੀ ਬਾਰੇ ਵੀ ਆਈ ਸੀਗੀ ਇੱਕ, ਤੇ ਕਹਿੰਦੇ ਇਹਨਾਂ ਦਾ ਤੋਲ ਤਾਂ ਕੁਝ ਵੀ ਨਹੀਂ ਹੈ, ਮਿੱਟੀ ਦੇ ਬਰੋਬਰ ਹੀ ਹੈ। ਹਾਂ, ਕਹਿਣ ਤੋਂ ਭਾਵ ਹੈ ਕਿ ਜਿਹੜੇ ਰੰਗ ਤਮਾਸ਼ੇ ਆਪਾਂ ਇੱਧਰ ਉੱਧਰ ਭੱਜੇ ਫਿਰਦੇ ਆ, ਕੀ ਹੈਗਾ ਦੱਸੋ ਮੈਨੂੰ। ਤੁਸੀਂ ਕਿਤੇ ਵਿਆਹ ਤੇ ਜਾ ਕੇ ਵੇਖੋ, ਤੇ ਮੈਂ ਤੇ ਆਪ ਵੇਖਦਾ ਹੁੰਦਾ ਜਾ ਕੇ, ਤੇ ਉੱਥੇ ਕੀ ਹੋ ਰਿਹਾ ਪ੍ਰੈਕਟੀਕਲੀ। ਵੈਸੇ ਤੇ ਉਹ ਮੁੰਡੇ ਕੁੜੀ ਨੂੰ ਜਾਣਾ ਚਾਹੀਦਾ ਉਹਨਾਂ ਦਾ ਜਿਹਨਾਂ ਦਾ ਵਿਆਹ ਹੈਗਾ, ਤੇ ਬਾਕੀ ਬਸ ਉੱਥੇ ਭੀੜ ਆ। ਅੱਧਿਆਂ ਦਾ ਧਿਆਨ ਤੇ ਲੋਕਾਂ ਦੀ ਚੁਗਲੀ ਕਰਨ ਚ ਹੁੰਦਾ ਹੈ, ਆ ਨਹੀਂ ਪਾਇਆ ਤੇ ਉਹ ਨਹੀਂ ਪਾਇਆ, ਆ ਨਹੀਂ ਪਾਇਆ ਤੇ ਆ ਨਹੀਂ ਪਾਇਆ। ਇਹ ਕਹਿਣ ਤੋਂ ਭਾਵ ਹੈ ਕਿ ਰੰਗ ਤਮਾਸ਼ੇ ਹੈਗੇ ਸੰਸਾਰ ਦੇ, ਔਰ ਰੰਗ ਤਮਾਸ਼ਿਆਂ ਦੇ ਵਿੱਚ ਹੀ ਬੰਦਾ ਗਵਾਚਿਆ ਰਹਿੰਦਾ। ਤੇ ਹੈ ਇੱਕ ਪ੍ਰਾਪਤੀ ਕੁਛ ਨਹੀਂ ਹੈਗੀ। ਵੈਸੇ ਮੈਂ ਵਿਆਹ ਦੀ ਗੱਲ ਕੀਤੀ, ਚਲੋ ਵਿਆਹ ਤੇ ਕਰਨਾ ਆਪਣਾ ਇੱਕ ਸੰਸਾਰਿਕ ਪੱਖ ਬਣਦਾ, ਪਰ ਕਹਿਣ ਤੋਂ ਭਾਵ ਹੈ ਕਿ ਬੰਦੇ ਕੋਲ ਹੈ ਕੀ ਆ। ਕਿਤੇ ਪਾਰਟੀ ਕਰ ਲਈ, ਕਿਤੇ ਘੁੰਮਣ ਚੱਲ ਗਿਆ, ਕਿਤੇ ਐਵੇਂ ਆਪਣੀ ਸ਼ਾਨੋ ਸ਼ੌਕਤ ਦੇ ਲਈ ਘਰ ਬਣਾਉਂਦਾ ਹੈ, ਗੱਡੀ ਵੀ ਲੈਂਦਾ ਲੋਕਾਂ ਨੂੰ ਦਿਖਾਉਣ ਦੇ ਲਈ ਕਿ ਮਤਲਬ ਵੱਡੀ ਗੱਡੀ ਆ ਮੇਰੇ ਕੋਲ। ਇਹ ਹਰ ਇੱਕ ਚੀਜ਼ 'ਚ ਬੰਦੇ ਦਾ ਹੰਕਾਰ ਪ੍ਰਗਟ ਹੁੰਦਾ ਹੈ। ਤੇ ਹੰਕਾਰ ਜਿਹੜਾ ਵਾ, ਜਦੋਂ ਆਪਾਂ ਕੋਈ ਕੰਮ ਹੰਕਾਰ ਲਈ ਕਰਦੇ ਹਾਂ, ਫਿਰ ਜੀਵਨ 'ਚ ਆਪਣੀ ਸਹਿਜ ਤੱਤ ਨਹੀਂ ਰਹਿਣਾ। ਸਹਿਜ ਦਾ ਮਤਲਬ ਕੀ? ਹੁਣ ਗਾਂ ਦੇ ਥਣਾ 'ਚ ਦੁੱਧ ਆ ਰਿਹਾ, ਸਹਿਜ ਆ। ਪਰ ਜਦੋਂ ਆਪਾਂ ਜੂਸ ਵਾਂਗੂ ਕੁਛ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਤੋਂ ਫਿਰ ਗੜਬੜ ਹੋ ਜਾਣੀ ਹੈ, ਉਦੋਂ ਜੀਵਨ 'ਚ ਦੁੱਖ ਆ ਜਾਣਾ। ਔਰ ਜੇਕਰ ਤੁਹਾਨੂੰ ਹਉਮੈ ਦੀ ਬਿਮਾਰੀ ਹੈ, ਹੰਕਾਰ ਦੀ ਬਿਮਾਰੀ ਹੈ, ਤੇ ਸਭ ਤੋਂ ਪਹਿਲਾਂ ਤੁਸੀਂ ਲੋਕਾਂ ਨੂੰ ਮਾਫ਼ ਕਰਨਾ ਸਿੱਖੋ, ਤਾਂ ਤੁਸੀਂ ਮੁਕਤ ਹੋਣਾ। ਉਹ ਤਾਂ ਮੁਕਤ ਨਹੀਂ ਹੋਣਾ। ਹਉਮੈ ਵਾਲਾ ਬੰਦਾ, ਹੰਕਾਰ ਦੇ ਜਿਹੜਾ ਬੰਦੇ 'ਚ ਹੰਕਾਰ ਹੈਗਾ, ਉਹਨੂੰ ਇੱਕ ਤਰੀਕੇ ਨਾਲ ਹੰਕਾਰ ਤੋਂ ਮੁਕਤੀ ਮਿਲ ਸਕਦੀ ਆ। ਜਿਹੜੇ ਤੁਹਾਡੇ ਮਨ 'ਚ ਹੈਗੇ ਆ, ਉਹਨਾਂ ਨੂੰ ਮਾਫ਼ ਕਰੋ। ਹੁਣ ਜਦੋਂ ਆਪਾਂ ਮਾਨ ਸਨਮਾਨ ਦੇ ਜਦੋਂ ਕੰਟੈਕਟ 'ਚ ਆਉਂਦੇ ਆ, ਸਾਡਾ ਕੋਈ ਸਨਮਾਨ ਨਹੀਂ ਕਰਦਾ ਜਿੰਨਾ ਹੀ ਸੋਚਿਆ ਹੁੰਦਾ, ਤੇ ਉਹਦੇ ਨਾਲ ਕੀ ਹੁੰਦਾ ਕਿ ਸਾਨੂੰ ਆਪਣੀ ਦੱਬੀ ਅੰਦਰ ਜਿਹੜੀ ਭਾਵਨਾ, ਸਾਨੂੰ ਉਹਨੂੰ ਮਿਲਣ ਦਾ ਮੌਕਾ ਮਿਲਦਾ। ਧਿਆਨ ਰੱਖਿਆ ਕਰੋ। ਤੇ ਕਈ ਵਾਰੀ ਤੁਹਾਨੂੰ ਵੀ ਪਤਾ ਵਾ ਕਿ ਬੰਦਾ ਜਿਹੜਾ ਲੋੜ ਤੋਂ ਵੱਧ ਤੁਹਾਡੀ ਤਾਰੀਫ ਕਰਨ ਦਿਆ, ਉਹ ਵੀ ਇੱਕ ਬੜਾ ਵਧੀਆ ਤਰੀਕਾ ਹੈ, ਉੱਥੋਂ ਵੀ ਸਿੱਖਿਆ ਜਾ ਸਕਦਾ। ਇਹਨਾਂ ਚੀਜ਼ਾਂ ਨੂੰ ਧਿਆਨ ਦਿਆ ਕਰੋ। ਤੇ ਕਹਿੰਦੇ ਕਿ ਦੁਨੀਆ ਜਿਹੜੀ ਰੰਗ ਤਮਾਸ਼ਿਆਂ ਦੇ ਵਿੱਚ ਗਵਾਚੀ ਹੈ, ਔਰ ਉਹ ਇੱਕ ਸੁਭਾਅ ਆ, ਖੇ ਹੈਗੀ ਆ, ਕੋਈ ਚੰਗੀ ਚੀਜ਼ ਨਹੀਂ ਹੈਗੀ। ਠੀਕ ਹੈ ਨਾ ਜੀ ਸਾਹਿਬ? ਹਾਂਜੀ। ਤੇ ਉਹ ਤੋਂ ਬਾਅਦ ਕਹਿੰਦੇ ਜਿਹੜੀ ਕਮਾਈ ਵੀ ਲੋਕੀ ਖੇਤ ਹੀ ਕਰ ਲੈਂਦੇ। ਤੇ ਕਹਿਣ ਤੋਂ ਭਾਵ ਹੈ ਕਿ ਕੂੜ ਇਕੱਠਾ ਕਰ ਲੈਣਾ, ਔਰ ਕੂੜ ਤੇਰੇ ਨਾਲ ਨਹੀਂ ਜਾਣਾ। ਔਰ ਕੂੜ ਨਾਲ ਜਾਣ ਦੀ ਤੇ ਬੜੀ ਦੂਰ ਦੀ ਗੱਲ ਹੈ ਨਿੱਜਰ ਸਾਹਿਬ। ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਸਿੰਪਲ ਜੀ ਗੱਲ, ਜੇਕਰ ਤੁਸੀਂ ਸਹੀ ਤਰੀਕੇ ਨਾਲ ਆਪਣਾ ਜੀਵਨ ਬਤੀਤ ਨਹੀਂ ਨਾ ਕਰਦੇ, ਤੁਸੀਂ ਸੁਖੀ ਨਹੀਂ ਹੋ ਸਕਦੇ, ਤੁਸੀਂ ਬਹੁਤ ਦੁਖੀ ਹੋ ਜਾਣਾ। ਇਸ ਲਈ ਜੀਵਨ 'ਚ ਜੇ ਜੀਵ ਚਾਹੁੰਦਾ ਨਾ ਕਿ ਸੁਖੀ ਹੋਣਾ, ਉਹਨੂੰ ਸੱਚ ਨੂੰ ਆਪਣੇ ਘਰੇ ਲਿਆਉਣਾ ਪਊਗਾ, ਕਿਉਂਕਿ ਤੁਹਾਡੇ ਅੰਦਰ ਜਿਹੜੀ ਆਤਮਾ, ਉਹਦੀ ਤ੍ਰਿਪਤੀ ਨਹੀਂ ਹੋਣੀ। ਉਹ ਨਹੀਂ ਚਾਹੁੰਦੀ ਕਿ ਤੂੰ ਧਾਰਮਿਕ ਸਥਾਨਾਂ 'ਚ ਲੈ ਕੇ ਜਾ। ਉਹ ਕਹਿੰਦੀ ਆ ਕਿ ਤੂੰ ਜੀਵਨ ਨੂੰ ਸਹੀ ਤਰੀਕੇ ਨਾਲ ਚਲਾ, ਤੂੰ ਇਨਸਾਫ ਕਰ, ਤੂੰ ਹੱਕ ਦੀ ਚੀਜ਼ ਖਾ, ਮਿਹਨਤ ਕਰ। ਉਹਨਾਂ ਚਿਰ ਤੱਕ ਆਵਾਜ਼ ਨੇ ਸ਼ਾਂਤ ਨਹੀਂ ਹੋਣਾ। ਇਹੋ ਹੀ ਜੀਵਨ ਸਿਖਾਇਆ ਗੁਰੂਆਂ ਨੇ। ਤੇ ਆਪਣੀ ਜਿਹੜੀ ਤੁਹਾਡੀ ਅੰਦਰ ਦੀ ਆਵਾਜ਼ ਹੈ, ਚੰਗੀ ਆਵਾਜ਼ ਨੂੰ ਸੁਣੋ, ਬੇਈਮਾਨੀ ਨਾ ਕਰੋ, ਠੱਗੀ ਨਾ ਮਾਰੋ। ਤੁਸੀਂ 15-20 ਦਿਨ ਕਰਕੇ ਵੇਖ ਲਓ, ਤੁਹਾਡੇ ਜੀਵਨ 'ਚ ਸੁੱਖ ਆਪਣੇ ਆਪ ਹੀ ਆ ਜਾਣਾ। ਕਿਸੇ ਲੱਭਣ ਦੀ ਲੋੜ ਨਹੀਂ ਆ। ਬੇਸ਼ੱਕ ਤੁਹਾਡੇ ਕੋਲ ਹਲਕਾ ਜਿਹਾ ਸੂਟ ਹੈ, ਪਰ ਤੁਹਾਡੇ ਵਰਗਾ ਸੁਖੀ ਬੰਦਾ ਦੁਨੀਆ 'ਚ ਨਹੀਂ ਮਿਲੂਗਾ। ਹਾਂਜੀ ਨਿਜਰ ਸਾਹਿਬ, ਅੱਗੇ ਚੱਲੀਏ। ਹਾਂ, ਪਸੋ ਪਸ ਕਮਾਵਣੀ ਭੀ ਭਸ ਭਰੀਏ ਦੇ। ਕਹਿੰਦੇ ਫਿਰ ਇਹਦੇ ਨਾਲ ਕੀ ਹੁੰਦਾ ਹੈ, ਬਸ ਪੂਰੀ ਦੇਹ ਜਿਹੜੀ ਹੈਗੀ, ਮਨੁੱਖੀ ਸਰੀਰ ਜਿਹੜਾ ਮਿਲਿਆ ਆ, ਇਹਨੂੰ ਬਸ ਜਿਹੜਾ ਹੈਗਾ ਇਹਦੇ ਵਿੱਚ ਹੀ ਜਿਹੜਾ ਹੈਗਾ ਪਸ ਦੇ ਵਿੱਚ, ਇਹਦੇ ਵਿੱਚ ਹੀ ਲਾ ਕੇ ਜਿਹੜਾ ਹੈਗਾ ਇਹਨੂੰ ਭਰ ਲੈਂਦਾ ਹੈ ਪੂਰੀ ਤਰ੍ਹਾਂ, ਔਰ ਸੰਸਕਾਰ ਇਕੱਠੇ ਕਰ ਲੈਂਦਾ ਹੈ। ਹਾਂ ਬਿਲਕੁਲ ਜੀ। ਹੁਣ ਹਾਂਜੀ, ਸਵਾਲ ਇਹ ਕੰਮ ਕਰਦਾ ਹੈ, ਤੇ ਸਵਾਈ ਇਕੱਠੀ ਕਰਕੇ ਮੁੜ ਕੇ ਆਪਣੇ ਕਾਰਨ ਸਰੀਰ ਨੂੰ ਭਰ ਲੈਂਦਾ। ਚਿੱਤ ਸਾਰਾ ਫਿਰ ਸਵਾਈ ਦੇਖਦੀ ਇਹਨੂੰ। ਜਦੋਂ ਵੀ ਇਹਨੇ ਸੌਣਾ ਵਾ, ਸਵਾਹ ਦੇ ਸੁਪਨੇ ਆਉਣੇ। ਬਿਲਕੁਲ। ਜਿਹੜੀ ਮਾੜੀਆਂ ਚੀਜ਼ਾਂ ਇਕੱਠੀਆਂ ਕੀਤੀਆਂ, ਉਹ ਬੰਦੇ ਨੂੰ ਛੱਡਦੀਆਂ ਥੋੜੀ ਆ। ਉਹ ਕਿੱਥੇ ਜਾਣਗੀਆਂ? ਜਿਹੜੀ ਚੀਜ਼ ਚੁੱਕ ਕੇ ਘਰੇ ਲੈ ਆਏ ਜੋ ਕਿਸੇ ਦੀ। ਹਾਂਜੀ ਨਿਜਰ ਸਾਹਿਬ, ਅੱਗੇ ਚੱਲੀਏ। ਔਰ ਪਸ ਜਿਹੜੀ ਹੈਗੀ ਨਾ, ਇਹ ਪਸ ਜਿਹੜੀ ਹੈਗੀ ਆਪਣੇ ਜਿਹੜਾ ਕਾਰਨ ਸਰੀਰ ਹੈ, ਜਿਹੜਾ ਆਪਾਂ ਵਧਾ ਰਹੇ, ਜਿਹੜੀ ਮੈਲ ਲਾ ਲਈ ਹੈ, ਜਿਹੜੇ ਸੰਸਕਾਰ ਬਣ ਗਏ ਆ, ਇਹਨੂੰ ਪਸ ਕਹਿ ਰਹੇ ਆ ਮਹਾਰਾਜ।
ਮਤ ਤੇ ਪਾਪਾਂ ਦੇ ਸੰਗ। ਹਾਂ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਮੇ ਕੇ ਰੰਗ। ਬਿਲਕੁਲ ਉਹੀ ਗੱਲ ਕਰ ਰਹੇ। ਆਹੋ, ਕਿਤੇ ਮਿੱਟੀ ਨਾ ਸੋਚ ਲਿਓ, ਮਿੱਟੀ ਤੇ ਸਾਬਣ ਨਾਲ ਧੋਤੀ ਜਾਂਦੀ ਹੈ। ਇਹ ਤੁਹਾਡੇ ਸੰਸਕਾਰਾਂ ਦੀ ਗੱਲ ਕਰਦੇ ਆ ਕਿ ਉਹਨੂੰ ਕੁੜੀ ਸਵਾਹ ਵਾ, ਤੂੰ ਇਕੱਠੀ ਕਰਦਾ ਵਾ, ਤੂੰ ਕੰਮ ਵੀ ਕਰਦਾ, ਵੇਖੋ ਕਿੰਨਾ ਕੁਝ ਕਮਾਈ ਵੀ ਤੂੰ ਉਹਦੀ ਕੀਤੀ ਹੈ। ਹਾਂ, ਤੇ ਆਪਣੀ ਦੇਹ ਵੀ ਤੂੰ ਉਹਦੇ ਨਾਲ ਹੀ ਸੰਸਕਾਰ ਭਰ ਲਈ ਹੈ। ਤੇ ਵੇਖੋ ਤੂੰ ਰੰਗ ਦਾ ਹੀ ਪਾਪਾਂ ਦੀ ਤੂੰ ਜਿਹੜੀ ਆ ਰੰਗ ਤਮਾਸ਼ੇ ਕੀਤੇ ਆ, ਤੂੰ ਕਦੇ ਵੇਖਿਆ ਹੀ ਨਹੀਂ। ਤੂੰ ਸੋਚਦਾ ਸੂਰਜ ਚੜਿਆ ਹੀ ਰਹਿਣਾ ਵਾ, ਪਰ ਤੈਨੂੰ ਪਤਾ ਨਹੀਂ ਸੂਰਜ ਇੱਕ ਟਾਈਮ ਆਉਂਦਾ ਸੂਰਜ ਡੁੱਬ ਜਾਂਦਾ। ਫਿਰ ਤੇਰਾ ਵੀ ਇੱਕ ਸਮਾਂ ਆਊਗਾ ਜਦੋਂ ਸੂਰਜ ਡੁੱਬੇਗਾ ਤੇ ਤੈਨੂੰ ਇਹਨਾਂ ਚੀਜ਼ਾਂ ਦੇ ਵਿੱਚ ਤੈਨੂੰ ਇਹਨਾਂ ਚੀਜ਼ਾਂ ਨੂੰ ਦੇਖਣਾ ਪਊਗਾ, ਕਿਉਂਕਿ ਤੇਰੀ ਪੰਡ ਜਦੋਂ ਖੋਲੀ ਨਾ ਤੇਰੀ ਪੰਡ ਚੋਂ ਖੇ ਨਿਕਲਣੀ। ਹਾਂਜੀ ਨਿਜਰ ਸਾਹਿਬ ਜਾਂ ਜੀਓ ਵਿੱਚੋਂ ਦਾ ਕੰਮ। ਹਾਂਜੀ ਹਾਂਜੀ ਹਾਂ ਹਾਂਜੀ ਬੋਲੋ ਬੋਲੋ। ਆਹੀ ਪੰਡ ਖੋਲਣ ਦੀ ਗੱਲ ਕਰ ਰਹੇ ਆ ਮਹਾਰਾਜ। ਅੱਗੇ ਕਹਿੰਦੇ ਆ ਜਾਂ ਜੀਓ ਵਿੱਚੋਂ ਕੱਢੀਏ। ਹਾਂ, ਪੰਡ ਖੋਲਣੀ, ਹੁਣ ਜੀਓ ਕੱਢ ਲਿਆ, ਹੁਣ ਸਰੀਰ ਤੋਂ ਵੱਖ ਕਰਤਾ। ਜਾਂ ਜੀਓ ਵਿੱਚੋਂ ਕੱਢੀਏ ਪਸ਼ੂ ਭਰਿਆ ਜਾਏ। ਕਹਿੰਦੇ ਉੱਥੇ ਤਾਂ ਬਸ ਮੈਲ ਹੀ ਮੈਲ ਹੈਗੀ ਪੂਰੀ ਦੀ ਪੂਰੀ। ਉੱਥੇ ਤਾਂ ਜਿਹੜੀ ਹੈਗੀ ਸਾਰਾ ਜਿਹੜਾ ਹੈਗਾ ਸੁੱਖ ਵਾਲੀ ਤਾਂ ਕੋਈ ਚੀਜ਼ ਨਿਕਲ ਹੀ ਨਹੀਂ ਰਹੀ। ਉੱਥੇ ਤਾਂ ਸਾਰੇ ਸੰਸਕਾਰ ਨਿਕਲ ਰਹੇ ਆ, ਸਾਰੀਆਂ ਇੱਛਾਵਾਂ ਇੰਨੀਆਂ ਭਰੀਆਂ ਪਈਆਂ ਆ ਕਿ ਕਿੰਨੇ ਪਤਾ ਨਹੀਂ ਕਿੰਨੇ ਕੁ ਉਹਨੂੰ ਸਰੀਰ ਮਿਲਣੇ ਚਾਹੀਦੇ ਆ ਫਿਰ ਉਹਨੂੰ ਜਿਹੜਾ ਹੈਗਾ ਉਹਦੀ ਇੱਛਾ ਪੂਰਤੀ ਕਰਨ ਵਾਸਤੇ। ਜਾਂ ਜੀਓ ਵਿੱਚੋਂ ਕੱਢੀਏ ਪਸ਼ੂ ਭਰਿਆ ਜਾਏ, ਅੱਗੇ ਲੇਖਾ ਮੰਗਿਆ ਹੋਰ ਦਸੂਣੀ ਪਾਏ। ਕਹਿੰਦੇ ਅੱਗੇ ਲੇਖਾ ਮੰਗਿਆ ਜਾਂਦਾ ਹੈ, ਫਿਰ 10 ਗੁਣੀ ਹੋਰ ਭੱਸ ਜਿਹੜੀ ਹੈਗੀ ਉਹ ਜਿਹੜੇ ਉਹਨੂੰ ਇੰਨੀ ਜੂਨਾਂ ਦੇ ਵਿੱਚ ਜਿਹੜਾ ਹੈਗਾ ਦੇਖੋ ਕਿੰਨੀਆਂ ਜੂਨਾਂ ਦੇ ਵਿੱਚ ਗਤੀ ਕਰਨੀ ਪੈਂਦੀ ਆ। ਔਰ ਜਿਹੜਾ ਹੈਗਾ ਲੇਖਾ ਜਿਹੜਾ ਹੈਗਾ ਆਪਣਾ ਇਹਨੂੰ ਘਟਾਉਣਾ ਪੈਂਦਾ ਹੈ, ਤਾਂ ਫਿਰ ਮਨੁੱਖ ਜੂਨ ਦੇ ਕਾਬਲ ਹੁੰਦਾ ਹੈ ਤੇ ਫਿਰ ਜਿਹੜਾ ਹੈਗਾ ਜਾ ਕੇ ਫਿਰ ਇਹਦਾ ਚਾਂਸ ਦੁਬਾਰਾ ਮਿਲਦਾ ਹੈ। ਹਾਂਜੀ ਗੁਰਕਿਰਤ ਬਿਲਕੁਲ ਸਹੀ ਹੈ। ਉਹ ਕਹਿੰਦੇ ਆ ਕਿ ਜਦੋਂ ਜਾਂ ਜੀਓ ਵਿੱਚੋਂ ਕੱਢੀਏ ਪਸ਼ੂ ਭਰਿਆ ਜਾਏ। ਉਹ ਕਹਿੰਦੇ ਆ ਕਿ ਜਦੋਂ ਤੇਰਾ ਜੀਵ ਕੱਢਿਆ ਨਾਲ ਤੇਰੀ ਪੰਡ ਵੀ ਕੱਢ ਲੈਣੀ ਸਵਾਹ ਵਾਲੀ ਉਹਨਾਂ, ਉਹ ਵੀ ਲੈ ਜਾਣੀ ਨਾਲ ਤੇਰੇ ਚੁੱਕ ਕੇ। ਚਰਨਜੀਤ ਆ ਪੰਡ ਕਿੱਥੇ ਭੁੱਲ ਗਿਆ? ਮੈਂ ਕਹਿਣਾ ਇਹ ਮੇਰੀ ਆ। ਕਹਿੰਦਾ ਹੋਰ ਤੇਰੇ ਬਾਪੂ ਦੀ ਹੈ, ਇਹਨੂੰ ਚੁੱਕ ਤੈਨੂੰ ਮੋਢੇ ਤੇ ਰੱਖ ਚੱਲ ਨਾਲ ਸਾਡੇ। ਤੇਰੀ ਜਿਹੜੀ ਪੰਡ ਦਾ ਤੇਰੇ ਪੰਡ ਚ ਤੇ ਤੇਰੀ ਸਵਾਹ ਪਾਈ ਆ, ਓਏ ਤੇਰੇ ਕੋਲ ਚੰਗੀ ਚੀਜ਼ ਨਹੀਂ ਹੈਗੀ ਸੀ। ਨਾਲ ਹੀ ਮੋਹਰਾਂ ਚ ਡੰਡੇ ਪੈਣੇ 2-3 ਹੋਰ। ਨਹੀਂ ਚੰਗੀਆਂ ਤੇ ਹੈਗੀਆਂ ਸੀ, ਮੈਂ ਸਵਾਹ ਹੀ ਇਕੱਠੀ ਕੀਤੀ ਆ। ਕਹਿੰਦੇ ਚੱਲ ਫਿਰ ਠੀਕ ਆ, ਇਕੱਠੀ ਕੀਤੀ ਆ, ਚੱਲ ਚਲੀਏ ਧਰਮਰਾਜ ਕੋਲ ਤੇਰਾ ਹਿਸਾਬ ਕਿਤਾਬ ਕਰੀਏ, ਹਨਾ। ਤੇ ਉਹ ਗੱਲ ਸੱਚੀ ਹੈ ਨਿਜਰ ਸਾਹਿਬ। ਹੁਣ ਜੇ ਮੈਂ ਚੰਗਾ ਕੰਮ ਨਹੀਂ ਕੀਤਾ ਤਾਂ ਸਵਾਹ ਇਕੱਠੀ ਹੋਣੀ ਹੈ ਮੇਰੇ ਕੋਲ। ਬਿਲਕੁਲ। ਤੇ ਆਪਾਂ ਹਾਸੇ ਚ ਪਾਈ ਚਲੋ ਸੰਗਤ ਡਰ ਨਾ ਜਾਵੇ, ਪਰ ਸਾਧ ਸੰਗਤ ਜੀ ਕਹਿਣ ਤੋਂ ਭਾਵ ਹੈ ਕਿ ਜੇ ਆਪਾਂ ਸਵਾਹ ਇਕੱਠੀ ਕੀਤੀ ਆ, ਮੈਂ 2-4 ਪੰਡਾ ਭਰੀ ਫਿਰਦਾ ਸਵਾਹ ਦੀਆਂ ਤੇ ਸਵਾਹ ਨਾਲ ਮੇਰੇ ਜਾਣੀ ਆ। ਤੇ ਜੇ ਮੈਂ ਚੰਗੇ ਗੁਣ ਉੱਤੇ ਤੇ ਕਹਿੰਦੀ ਆ ਬਾਣੀ ਕਿ ਜੇ ਤੂੰ ਉੱਤੇ ਤੇ ਕਿਹਾ ਉਹਨਾਂ ਨੇ ਆ ਵੀ ਕੰਮ ਕਰ ਸਕਦਾ ਤੂੰ, ਪਰ ਮੈਂ ਕੀਤਾ ਥੋੜੀ ਆ ਲਿਖਿਆ ਨਾ ਨਾਨਕ ਸਿਫਤ ਰਤਿਆ ਮਨ ਤਨ ਹਰਿਆ ਹੋਏ। ਤੇ ਤੂੰ ਇੱਥੇ ਆਹ ਕੰਮ ਨੀ ਕੀਤਾ, 2 ਲਾਈਨਾਂ ਛੱਡ ਕੇ ਤੇ ਤੂੰ ਸਵਾਹ ਇਕੱਠੀ ਕੀਤੀ ਆ। ਦੁੱਖ ਕੀਆ ਅੱਗੀ ਮਾਰੀਆਂ ਕੀ ਦੁੱਖ ਦਾਰੂ ਹੋਏ, ਤੂੰ ਨਾ ਤੂੰ ਦੁੱਖ ਦੀਆਂ ਅੱਗਾਂ ਨੂੰ ਖਤਮ ਕੀਤਾ, ਉਹ ਤੇ ਹਰਿਆ ਤੇ ਕੀਤਾ ਹੀ ਨਹੀਂ, ਤੇ ਤੂੰ ਸਵਾਹ ਇਕੱਠੀ ਕੀਤੀ ਆ ਤੇ ਫਿਰ ਸਵਾਹ ਵੀ ਤੇਰੇ ਨਾਲ ਹੀ ਜਾਣੀ ਆ ਭਾਈ, ਹਨਾ। ਬਿਲਕੁਲ। ਤੇ ਅੱਗੇ ਬੋਲੋ। ਅੱਗੇ ਲੇਖੇ ਮੰਗੀਏ ਹੋਰ ਦਸੂਣੀ ਪਾਏ। ਉਹ ਕਹਿੰਦੇ ਕਿ ਲੇਖਾ ਭਾਈ ਏਦਾਂ ਕਿ ਜੇ ਤੂੰ ਮਾੜੇ ਕਰਮ ਕੀਤੇ ਤੇ ਉਹ ਵੀ ਤੇਰੇ ਭਰਾ ਮਲਟੀਪਲਾਈ ਹੋਣੇ। ਬੈਂਕ ਸਿਸਟਮ ਹੈਗਾ ਹੀ ਉੱਥੇ, ਵਿਆਜ ਪੈਂਦਾ ਹੀ। ਮੈਂ ਕਹਾਂ ਨੇਜਰ ਸਾਹਿਬ ਉਹ ਕਹਿੰਦੇ ਕਿ ਬੈਂਕ ਸਿਸਟਮ ਆ, ਜੇ ਤੇਰੀ ਚੰਗਿਆਈ ਵੱਧਦੀ ਹੈ ਨਾ ਤੇ ਤੇਰੀ ਬੁਰਾਈ ਵੀ ਤੇਰੇ ਅੰਦਰ ਫਲੀਭੂਤ ਹੋਣੀ ਹੈ। ਉਹ ਤੁਹਾਨੂੰ ਸਾਧ ਸੰਗਤ ਜੀ ਪਤਾ ਹੋਣਾ ਸ਼ਾਇਦ, ਮੈਂ ਸ਼ਾਂਤ ਚੇਤੇ ਕਰਾਦਾ ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾਉਣਾ। ਇੱਕ ਰਾਜਾ ਸੀ ਤੇ ਦਾਨ ਕਰਦਾ ਹੁੰਦਾ ਸੀ, ਬਹੁਤ ਨਾਂ ਸੀ ਉਹਦਾ। ਤੇ ਤੁਹਾਨੂੰ ਪਤਾ ਨਾ ਤੇ ਪ੍ਰੀਖਿਆ ਜਿਹੜੀ ਹੁੰਦੀ ਨਾ ਉਹਦਾ ਪਤਾ ਨਹੀਂ ਹੁੰਦਾ ਕਦੋਂ ਆ ਜਾਣੀ। ਤੇ ਸੰਤ ਆ ਗਏ ਪ੍ਰੀਖਿਆ ਲੈਣ ਵਾਸਤੇ ਤੇ ਉਹਨਾਂ ਨੇ ਉਹਨੂੰ ਕਿਹਾ ਕਿ ਰਾਜਨ ਸਾਨੂੰ ਦਾਨ ਦੇ। ਉਹ ਕਹਿੰਦਾ ਬਾਬਾ ਜੀ ਦਾਨ ਦੇਣ ਦਾ ਟਾਈਮ ਤੇ ਕੋਈ ਨਾ ਹੈਗਾ ਬਈ। ਕਹਿੰਦੇ ਕਿਉਂ? ਕਹਿੰਦਾ ਹੁਣ ਮੈਂ ਤਬੇਲੇ ਚ ਬੈਠਾ, ਤੂੰ ਸਵੇਰੇ ਆਉਣਾ ਸੀ, ਕਿਉਂਕਿ ਸਵੇਰ ਦਾ ਟਾਈਮ ਹੁੰਦਾ ਮੇਰਾ ਦਾਨ ਦਾ, ਤੇ ਹੁਣ ਇਸ ਟਾਈਮ ਆਪਣੇ ਘੋੜੇ ਘੜੇ ਪੈਂਦਾ। ਉਹ ਬਾਬਾ ਜੀ ਉਹਨੂੰ ਕਹਿਣ ਨਹੀਂ ਤੁਸੀਂ ਮੈਨੂੰ ਹੁਣੇ ਦਿਓ ਮਹਾਰਾਜ ਜੀ, ਦਾਨ ਹੁਣੇ ਦਿਓ, ਮੈਂ ਬੜਾ ਦੂਰ ਜਾਣਾ। ਉਹ ਕਹਿੰਦਾ ਯਾਰ ਤੈਨੂੰ ਸਮਝਾਇਆ ਤਾਂ ਹੈਗਾ ਵਾ, ਦਾਨ ਦਾ ਟਾਈਮ ਸੀ ਸਵੇਰ ਦਾ, ਤੂੰ ਉਸ ਟਾਈਮ ਤੇ ਆਇਆ ਨਹੀਂ। ਹੁਣ ਇੱਥੇ ਤਬੇਲੇ ਚ ਕੁਛ ਨਹੀਂ ਹੈਗਾ ਮੇਰੇ ਕੋਲ। ਕਹਿੰਦਾ ਤੁਸੀਂ ਕੁਛ ਵੀ ਦੇ ਦਿਓ। ਉਹਨੂੰ ਗੁੱਸਾ ਚੜ ਗਿਆ, ਉਹਨੇ ਕਰੋਧ ਚ ਆਇਆ, ਉਹਨੇ ਲਿੱਦ ਚੁੱਕ ਕੇ ਘੋੜੇ ਦੀ ਉਹਦੀ ਝੋਲੀ ਚ ਪਾ ਦਿੱਤੀ। ਤੇ ਉਹਨੇ ਝੋਲੀ ਡੱਡੀ ਤੇ ਝੋਲੀ ਲਿੱਦ ਉਹਨੇ ਕਹਿੰਦਾ ਤਥਾਸਤੂ, ਜੋ ਤੂੰ ਦੇਤਾ ਵਾ ਫਲੀਭੂਤ ਹੋਵੇ। ਚਲੋ ਜੀ ਉਹ ਸਮਾਂ ਲੰਘ ਗਿਆ। ਉਹ ਆਪ ਜੀ ਨੂੰ ਪਹਿਲਾਂ ਵੀ ਕਹਾਣੀ ਸੁਣਾਈ ਹੈ, ਚਲੋ ਫਿਰ ਹੁਣ ਢੁੱਕਦੀ ਪਈ ਹੈ ਤੇ ਮੈਂ ਚੱਲ ਨਾਲ ਸੁਣਾ ਦਿੰਦਾ। ਉਹ ਫਿਰ ਉਹ ਸੰਤ ਹੀ ਉਹ ਸੰਤ ਉਹਨੇ ਰੱਖਦੀ ਆਪਣੀ ਮਲੰਗ ਸੀ, ਉਹ ਸਮਾਧੀ ਚ ਲੱਗ ਕੇ ਲੀਨ ਹੋ ਗਿਆ। ਕਾਫੀ ਟਾਈਮ ਬਾਅਦ ਇਹ ਰਾਜੇ ਦਾ ਸਬੱਬ ਬਣਿਆ ਤੇ ਰਾਜਾ ਵਜ਼ੀਰ ਦੇ ਨਾਲ ਨਾ ਸ਼ਿਕਾਰ ਕਰਨ ਗਿਆ ਸੀ ਕਿਤੇ। ਤੇ ਸ਼ਿਕਾਰ ਕਰਦਾ ਕਰਦਾ ਵੇਖਿਆ ਤੇ ਉਹ ਵਜ਼ੀਰ ਤੇ ਰਾਜਾ ਦੋਵੇਂ ਸਲਾਈ ਪੈ ਗਏ। ਕਹਿੰਦੇ ਇਹ ਤੇ ਲਿੱਦ ਦਾ ਪਹਾੜ ਬਣਿਆ ਪਿਆ ਵਾ, ਇੰਨੀ ਲਿੱਦ, ਰਾਜ ਵੀ ਸਾਡਾ।
ਤੇ ਉਹ ਕਹਿੰਦੇ ਕਿ ਇਹ ਪੁੱਛੋ ਇਹਦੇ ਲਾਗੇ ਇੱਥੇ ਕੋਈ ਤਬੇਲਾ ਤਬੂਲਾ ਵਾ, ਇੰਨੀ ਲਿੱਦ ਕਿੱਥੋਂ ਆ ਗਈ? ਉਹਨੇ ਲੱਭਦੇ ਲੱਭਦੇ ਵੇਖਿਆ ਤੇ ਉੱਥੇ ਸੰਤ ਬੈਠਾ ਤੇ ਉਹ ਵਜ਼ੀਰ ਨੇ ਪੁੱਛਿਆ ਕਿ ਬਾਬਾ ਜੀ ਇਹ ਲਿੱਦ ਦਾ ਪਹਾੜ ਕਿੱਥੋਂ ਇੰਨੀ ਲਿੱਦ ਆਈ? ਕਿਤੇ ਕੋਈ ਤਬੇਲਾ ਤਬੂਲਾ ਹੈਗਾ, ਕੋਈ ਸ਼ਹਿਰ ਲਾਗੇ? ਘੋੜੇ ਸਾਡੀ ਵਿਰਾਸਤ ਹੈਗੀ, ਘੋੜੇ ਘੜੇ ਹੈਗੇ ਕੋਈ ਇੱਥੇ? ਉਹ ਕਹਿੰਦਾ ਕਿ ਘੋੜੇ ਘੜੇ ਤੇ ਕੋਈ ਨਹੀਂ ਹੈਗੇ, ਇੱਕ ਰਾਜਾ ਸੀ ਉਹਨੇ ਦਾਨ ਦਿੱਤਾ ਹੈ ਤੇ ਵੇਖੋ ਦਾਨ ਕਿੰਨਾ ਵਧਿਆ ਨਿੱਜਰ ਸਾਹਿਬ, ਮਲਟੀਪਲਾਈ ਸਿਸਟਮ। ਤੇ ਉਹ ਕਹਿੰਦੇ ਅੱਛਾ, ਕਹਿੰਦਾ ਰਾਜਾ ਕਿਹੜਾ? ਕਹਿੰਦਾ ਇਹ ਇਸੇ ਰਾਜ ਦਾ ਵਾ। ਕਹਿੰਦਾ ਅੱਛਾ। ਫਿਰ ਉਹ ਰਾਜੇ ਕੋਲ ਗਿਆ, ਰਾਜੇ ਨੂੰ ਦੱਸਿਆ, ਰਾਜਾ ਜੀ ਉਹ ਤੇ ਕਹਿੰਦੇ ਕਿ ਰਾਜੇ ਨੇ ਦਾਨ ਕੀਤਾ। ਕਹਿੰਦਾ ਕਿਹੜੇ ਰਾਜ ਨੇ? ਉਹ ਤੇ ਮੈਂ ਹੀ ਦਾਨ ਕੀਤਾ ਸੀ ਇੰਨੇ ਸਾਲ ਪਹਿਲਾਂ। ਤੇ ਕਹਿੰਦਾ ਫਿਰ ਕੀ ਹੱਲ ਹੋਊ? ਕਹਿੰਦਾ ਹਾਲ ਤੇ ਕੁਛ ਨੀ। ਬਾਬੇ ਕੋਲ ਗਏ, ਬਾਬੇ ਨੂੰ ਕਹਿੰਦੇ ਕਿ ਬਾਬਾ ਜੀ ਇਹ ਕੀ ਹਿਸਾਬ ਹੋਵੇ? ਕਹਿੰਦਾ ਰਾਜੇ ਨੇ ਜਿਹੜੀ ਲਿੱਦ ਤੂੰ ਦਾਨ ਕੀਤੀ ਆ ਇਹ ਫਲੀਭੂਤ ਹੋ ਗਈ, ਮਲਟੀਪਲਾਈ, ਇਹ ਤੇ ਪਹਾੜ ਬਣ ਗਿਆ, ਤੈਨੂੰ ਖਾਣੀ ਪੈਣੀ ਹੁਣ, ਪਤਾ ਨੀ ਕਿੰਨੇ ਯੁੱਗ ਤੂੰ ਖਾਏਂਗਾ ਇਹਨੂੰ। ਵਿੱਚ ਸੰਗਤ ਜੀ ਜਸਟ ਮੇਰੀ ਇਹ ਗੱਲ ਸੁਣੋ ਕਿ ਇੱਕ ਲਿੱਦ ਦੇਣ ਦੇ ਨਾਲ ਕਿੱਡਾ ਵੱਡਾ ਜੱਬ ਪੈ ਗਿਆ ਉਹ ਰਾਜੇ ਨੂੰ। ਤੇ ਫਿਰ ਹੁਣ ਤੁਸੀਂ ਆਪ ਕਰਮ ਵੇਖੋ, ਤੁਹਾਡੇ ਕਰਮ ਕਿੱਡੇ ਇੰਪੋਰਟੈਂਟ ਨੇ। ਐਵੇਂ ਫਾਲਤੂ ਕੰਮ ਨਾ ਕਰਿਆ ਕਰੋ। ਥੋੜੀ ਰੋਟੀ ਘੱਟ ਖਾ ਲਿਓ, ਕੋਈ ਨੀ ਫਰਕ ਪੈਂਦਾ, ਕੋਈ ਨੀ ਕਿਤੇ ਚੱਲੇ, ਸਾਰੀ ਧਰਤੀ ਗੋਲ ਆ, ਜਿੱਥੇ ਮਰਜ਼ੀ ਘੁੰਮ ਕੇ ਵੇਖ ਲਓ ਤੁਹਾਡੇ ਅੱਗੇ ਕੋਈ ਨਾ ਕੋਈ ਹੋਊਗਾ, ਕਿਉਂਕਿ ਇਹ ਸਿੱਧੀ ਯਾਤਰਾ ਥੋੜੀ ਹੈਗੀ ਆ। ਚਲੋ ਕਰ ਕਰਾ ਕੇ ਉਹ ਕਹਿੰਦਾ ਕਿੱਦਾਂ ਘਟੂਗੀ? ਕਹਿੰਦਾ ਏਦਾਂ ਕਰਕੇ ਤੂੰ ਨਿੰਦਿਆ ਕਰ ਆਪਣੀ। ਤੇ ਕਹਿੰਦਾ ਠੀਕ ਆ। ਬੜੀ ਨਿੰਦਿਆ ਕੀਤੀ, ਲੋਕੀ ਕਹਿਣ ਕਿ ਰਾਜਾ ਨਹੀਂ ਸਹੀ, ਕਿਸੇ ਨੂੰ ਫੈਂਸੀ ਹੋ ਗਈ, ਕਿਸੇ ਨੂੰ ਫੋੜਾ ਹੋ ਗਿਆ, ਸਾਡੀ ਜਿਹੜੀ ਪ੍ਰਜਾ ਦੇ ਵਿੱਚ ਥੋੜਾ ਥੋੜਾ ਲਿੱਦ ਵੰਡੀ ਗਈ। ਚਲੋ ਕਰ ਕਰਾ ਕੇ ਤੇ ਲਿੱਦ ਘਟਦੀ ਗਈ, ਫਿਰ ਥੋੜੀ ਜਿਹੀ ਰਹਿ ਗਈ, ਵਾਹਵਾ ਲਿੱਦ ਰਹਿ ਗਈ। ਤੇ ਉਹ ਕਹਿੰਦੇ ਇਹ ਨਹੀਂ ਘਟਦੀ। ਫਿਰ ਉਹ ਕਹਿੰਦਾ ਕਿ ਹੋਰ ਨਿੰਦਿਆ ਕਰਾ। ਇਹਨੇ ਫਿਰ ਕੀਤਾ ਕਿ ਮਹਿਲ ਹੀ ਇਹਦਾ ਵੱਖਰਾ, ਇਹ ਆਪਣੀ ਕੁੜੀ ਦੇ ਨਾਲ ਰਹਿੰਦਾ ਹੁੰਦਾ ਸੀ ਰਾਜਾ ਇਕੱਲਾ। ਫਿਰ ਲੋਕਾਂ ਨੇ, ਪਿੰਡ ਵਾਲਿਆਂ ਨੇ, ਸ਼ਹਿਰ ਵਾਲਿਆਂ ਨੇ ਸਾਰਿਆਂ ਫਿਰ ਨਿੰਦਿਆ ਕੀਤੀ ਕਿ ਇਹੋ ਜਿਹਾ ਖੱਜ ਰਾਜਾ ਵਾ ਜਿਹੜਾ ਆਪਣੀ ਕੁੜੀ ਦੇ ਨਾਲ ਇਕੱਲਾ ਰਹਿੰਦਾ, ਹਨਾ। ਤੇ ਉਹ ਲੋਕਾਂ ਨੂੰ ਫਿੰਸੀ ਹੋਈ ਕਿ ਇਹਨੂੰ ਫੋੜਾ ਹੋਇਆ। ਨਿੱਜਰ ਸਾਹਿਬ ਕਿੱਦਾਂ ਵੰਡੀ ਜਾਂਦੀ ਹੈ। ਨਿੰਦਿਆ ਨਾ ਕਰਿਆ ਕਰੋ। ਜੇ ਤੁਸੀਂ ਇਹਦੀ ਨਿੰਦਿਆ ਕਰਦੇ ਜੇ ਨਾ ਤੇ ਤੁਸੀਂ ਉਹਦਾ ਧੋਣ ਦੇ, ਜੋ ਉਹਦਾ ਗੰਦਮੰਦ, ਉਹਦੇ ਮੈਲ ਧੋ ਰਹੇ ਆ, ਕੱਪੜੇ ਧੋ ਰਹੇ ਆ ਉਹਦੇ। ਆਹੋ ਇਹ ਨਾ ਕਰਿਆ ਕਰੋ। ਇਸ ਕਰਕੇ ਨਿੰਦਿਆ ਜਿੱਥੇ ਹੁੰਦੀ ਭੱਜ ਜਾਇਆ ਕਰੋ। ਫਿਰ ਥੋੜੀ ਜਿਹੀ ਲਿੱਦ ਰਹਿ ਗਈ, ਉਹਦੀ ਕਿਲੋ 1.5 ਕਿਲੋ ਦਿੱਤੀ, ਉਹ ਨਹੀਂ ਘਟੀ। ਤੇ ਫਿਰ ਉਹ ਰਾਜਾ ਫਿਰ ਆਇਆ, ਕਹਿੰਦਾ ਵੀ ਉਹ ਕਹਿੰਦਾ ਵੀ ਇਹ ਰਾਜੇ ਨੇ ਇਹ ਨਹੀਂ ਘਟਣੀ, ਇਹ ਤੇ ਤੇਰਾ ਅਸਲ ਆ, ਇਹ ਤੈਨੂੰ ਖਾਣਾ ਪੈਣਾ, ਹਨਾ। ਉਹ ਗੱਲ ਹੋ ਗਈ। ਫਿਰ ਉਹਨੇ ਕੁੱਟ ਕੱਟ ਕੇ ਸਾੜ ਕੇ ਸਵਾਹ ਸੂ ਬਣਾ ਕੇ ਖਾਧੀ। ਆਪ ਜਸਟ ਸੋਚੋ ਕਿ ਜਿਹੜੇ ਸੰਸਕਾਰ ਹੁੰਦੇ ਨੇ, ਜਿਹੜੇ ਆਪਾਂ ਇਕੱਠੇ ਕਰਦੇ ਹਾਂ, ਮਲਟੀਪਲਾਈ ਜਿਹੜਾ ਕੀਤਾ ਹੁੰਦਾ ਉਹ ਤੇ ਮਾਫ ਹੋ ਜਾਂਦਾ ਇਸ ਤਰੀਕੇ ਨਾਲ, ਪਰ ਜਿਹੜਾ ਅਸਲ ਹੁੰਦਾ ਮੂਲ ਉਹ ਬੜਾ ਜੱਬ ਹੁੰਦਾ। ਸੋ ਕੋਈ ਵੀ ਕਰਮ ਕਰਦੇ ਜੋ ਥੋੜਾ ਵਿਚਾਰ ਕਰਿਆ ਕਰੋ, ਵਿਵੇਕ ਬੁੱਧੀ ਦੇ ਆਧਾਰ ਤੇ ਕੰਮ ਕਰੀਦਾ ਹੁੰਦਾ। ਈਰਖਾ ਨਹੀਂ ਕਰੀਦੀ ਕਿਸੇ ਨਾਲ। ਕੀ ਲੋੜ ਪਈ ਸਾਨੂੰ ਈਰਖਾਬਾਜ਼ੀ ਕਰਨ ਦੀ? ਕਿਉਂਕਿ ਦੇਖੋ ਆਪਾਂ ਈਰਖਾ ਕਰਕੇ ਆਪਣੇ ਅੰਦਰ ਰਿੱਝਦੇ ਰਹਿੰਦੇ ਹਾਂ, ਸੜਦੇ ਰਹਿੰਦੇ ਹਾਂ। ਕੀ ਲੋੜ ਪਈ ਹੈ? ਹੁਣ ਕਈ ਲੋਕ ਜਾਣ ਬੁੱਝ ਕੇ ਬੰਦੇ ਨੂੰ ਪਰੇਸ਼ਾਨ ਕਰਦੇ ਆ। ਤੇ ਤੁਸੀਂ ਸਿਆਣੇ ਬਣੋ। ਜਦੋਂ ਤੁਹਾਡੇ ਅੰਦਰ ਵਿਵੇਕ ਪ੍ਰਗਟ ਹੋਇਆ, ਜਦੋਂ ਵੀ ਤੁਹਾਡੇ ਅੰਦਰ ਸੁਖਨਾ ਚੱਲੀ ਨਾ, ਤੁਹਾਨੂੰ ਕਾਫੀ ਗਿਆਨ ਹੋ ਜਾਣਾ। ਅਗਲਾ ਬੰਦਾ ਕਿਹੜੇ ਸਟੇਸ਼ਨ ਤੋਂ ਬੋਲਣ ਦਿਆ ਤੁਹਾਨੂੰ ਪਤਾ ਲੱਗੂਗਾ। ਤੁਸੀਂ ਐਵੇਂ ਰਿਐਕਟ ਨਹੀਂ ਕਰੋਗੇ, ਤੁਸੀਂ ਸਵਾਲ ਜਵਾਬ ਕਰੋਗੇ। ਹਾਂ, ਅਗਲਾ ਗੜਬੜ ਕਰਦਾ ਤਾਂ ਉਹਨੂੰ ਸਵਾਲ ਕਰੋ ਵੀ ਤੂੰ ਏਦਾਂ ਕਿਉਂ ਕਰ ਰਿਹਾ। ਲੜੋ ਨਾ ਅਗਲੇ ਨਾਲ। ਲੜਨ ਦਾ ਤਾਂ ਫਾਇਦਾ ਕੋਈ ਨਹੀਂ। ਉਹਦੇ ਤੁਹਾਡੀ ਪਿੰਗਲਾ ਚੱਲ ਗਈ ਆ, ਪਿੰਗਲਾ ਚੱਲ ਗਈ, ਤੁਹਾਨੂੰ ਹੋਸ਼ ਨਹੀਂ ਰਹਿਣੀ। ਤੁਸੀਂ ਜੋ ਹੋਸ਼ ਗਵਾ ਲੈਣੇ, ਪਤਾ ਨਹੀਂ ਕੀ ਕੁਝ ਬੋਲ ਲੈਣਾ, ਲੜਾਈ ਕੁਝ ਹੋਰ ਹੋਣੀ, ਤੁਸੀਂ ਕੁਝ ਹੋਰ ਹੀ ਬਣਾ ਕੇ ਬਹਿ ਜਾਣੀ। ਅਗਲੇ ਨੂੰ ਕਹੋ ਕਿ ਬਈ ਏਦਾਂ ਕਿਉਂ ਕੀਤਾ, ਅਗਲਾ ਤੁਹਾਨੂੰ ਜਵਾਬ ਦੇਵੇ। ਫਿਰ ਗੱਲ ਦਾ ਹੱਲ ਵੀ ਹੁੰਦਾ। ਇੱਥੇ ਵੀ ਉਹ ਗੱਲ ਲੈ ਕੇ ਚੱਲ ਰਹੇ ਨੇ ਆਪਾਂ ਨੂੰ ਕਿ ਜਿਹੜਾ ਅੱਗੇ ਲੇਖਾ ਮੰਗੀਏ ਹੋਰ ਦਸੂਣੀ ਪਾਏ। ਜਦੋਂ ਲੇਖਾ ਤੇਰਾ ਹੋਣਾ ਵਾ ਤੇ ਸੱਜਣਾ ਲਿੱਦ ਦਾ ਪਹਾੜ ਬਣ ਜਾਣਾ। ਬਿਲਕੁਲ। ਤੇ ਤੂੰ ਵਿਚਾਰ ਕਰ ਲਾ ਹੈ, ਕਿਉਂਕਿ ਪ੍ਰਮਾਤਮਾ ਨੇ ਇੱਕ ਐਸਾ ਨਿਯਮ ਬਣਾਇਆ ਵਾ, ਜੇ ਤੂੰ ਚੰਗਿਆਈ ਬੀਜਦਾ ਵਾ ਤੇ ਉਹ ਵੀ ਮਲਟੀਪਲਾਈ ਹੋ ਰਹੀ ਹੈ, ਤੇ ਜੇ ਤੂੰ ਬੁਰਾਈ ਬੀਜ ਰਿਹਾ ਤੇ ਉਹ ਵੀ ਮਲਟੀਪਲਾਈ ਹੋ ਰਹੀ ਹੋ। ਤੂੰ ਬੀਜਣਾ ਕਿ ਨਹੀਂ ਬੀਜਣਾ ਉਹ ਤੇਰੀ ਮਰਜ਼ੀ। ਇੱਕ ਬੰਨੇ ਹੋਰ ਤਰੀਕਾ ਵੀ ਦੱਸਿਆ, ਜੇ ਤੂੰ ਭਗਤੀ ਕਰਦਾ, ਸਿਫਤ ਸਲਾਹ ਕਰਦਾ ਤੇ ਤੇਰਾ ਤਨ ਤੇ ਮਨ ਹਰਿਆ ਹੋ ਜਾਊਗਾ ਤੇ ਦੁੱਖ ਦੀਆਂ ਜਿਹੜੀਆਂ ਅੱਗਾਂ ਨੇ ਉਹ ਖਤਮ ਹੋ ਜਾਣਗੀਆਂ। ਬਾਕੀ ਮਰਜ਼ੀ ਤੇਰੀ ਹੈ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀ। ਪੌੜੀ ਆ ਗਈ ਜੀ। ਹੁਣ ਆ ਪੌੜੀ ਖੋਲਣ ਦੇ ਵਾਸਤੇ 2 ਸ਼ਲੋਕ ਲੱਗੇ ਹੋਏ ਸੀਗੇ। ਤੇ ਪਹਿਲੀ ਪਾਤਸ਼ਾਹੀ ਦੇ ਸ਼ਲੋਕ ਸੀਗੇ। ਆ ਜਿਹੜੀ ਹੈਗੀ ਆ ਚੌਥੀ ਪਾਤਸ਼ਾਹੀ ਦੀ ਪੌੜੀ ਆ ਰਹੀ। ਹੁਣ ਦੇਖ ਲਓ ਪੌੜੀ ਕੀ ਕਹਿ ਰਹੀ ਆ, ਆਪਾਂ ਇਹ ਵੀ ਦੇਖ ਲੈਨੇ। ਪੌੜੀ ਨਾਏ ਸੁਣੈ ਸੁਚ ਸੰਜਮੋ, ਨਾਏ ਸੁਣੈ ਸੁਚ ਸੰਜਮੋ, ਜਮ ਨੇੜ ਨਾ ਆਵੇ। ਇੱਥੇ ਤੱਕ ਪੜ੍ਹਨਾ ਹੈ। ਨਾਏ ਸੁਣੈ ਸੁਚ ਸੰਜਮੋ, ਕਹਿੰਦੇ ਪਰਮੇਸ਼ਰ ਦਾ ਨਾਮ ਸੁਣਨਾ ਕੀ ਆ? ਧਿਆਨ ਸਿਮਰਨ ਕਰਨਾ। ਕਹਿੰਦੇ ਧਿਆਨ ਸਿਮਰਨ ਜਿਹੜਾ ਹੈਗਾ ਸੁਚਮ ਦੇ ਨਾਲ ਤੇ ਸੰਜਮ ਦੇ ਨਾਲ, ਥੋੜੀ ਸੁਚਮ ਰੱਖ ਕੇ ਤੇ ਸੰਜਮ ਦੇ ਨਾਲ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦਾ ਧਿਆਨ ਸਿਮਰਨ ਕਰੀ, ਭਗਤੀ ਕਰੀ, ਪ੍ਰੇਮਾ ਭਗਤੀ। ਜਮ ਨੇੜ ਨਾ ਆਵੇ। ਕਹਿੰਦੇ ਜਮ ਤੇਰੇ ਨੇੜੇ ਨਹੀਂ ਆਊਗਾ।
ਜਮ ਨੇੜੇ ਕਿਉਂ ਆਉਂਦਾ ਹੈ? ਕਿਉਂਕਿ ਜਿਹੜਾ ਹੈਗਾ ਆਪਣੇ ਕੋਲ ਕਾਰਨ ਸਰੀਰ ਹੈਗਾ, ਆਪਣੇ ਕੋਲ ਜਿਹੜੇ ਹੈਗੇ ਆ ਮੈਲ ਹੈਗੀ ਆਪਣੀ, ਸੰਸਕਾਰ ਹੈਗੇ ਆਪਣੇ, ਕਹਿੰਦੇ ਇਹ ਮਿਟ ਜਾਣਗੇ ਇਹਦੇ ਨਾਲ, ਧਿਆਨ ਸਿਮਰਨ ਦੇ ਨਾਲ। ਸੁਚ ਸੰਜਮੋ ਜਮ ਨੇੜ ਨਾ ਆਵੈ, ਇਸੇ ਦੇ ਨਾਲ ਸੁੱਚਾ ਹੋਣਾ, ਇਹੀ ਸੰਜਮ ਹੈਗਾ। ਨਾਏ ਸੁਣੈ ਸੁਚ ਸੰਜਮੋ ਜਮ ਨੇੜ ਨਾ ਆਵੈ, ਨਾਏ ਸੁਣੈ ਘਟ ਚਾਨਣਾ ਆਨੇਰ ਗਵਾਵੈ। ਇਹਦੇ ਨਾਲ ਹੀ ਗਿਆਨ ਦਾ ਪ੍ਰਕਾਸ਼ ਹੋਣਾ ਹੈ ਅੰਦਰ, ਔਰ ਹਨੇਰਾ ਮਾਇਆ ਦਾ ਚਲੇ ਜਾਣਾ ਹੈ। ਜਿਹੜਾ ਪਸ਼ੂ ਨੂੰ ਜਿਹੜਾ ਹੈਗਾ, ਖੇ ਨੂੰ ਜਿਹੜਾ ਹੈਗਾ, ਬਸ ਪੂਰਾ ਮਨੁੱਖੀ ਜੂਨ ਜਿਹੜੀ ਹੈ ਇਸੇ ਦੇ ਵਿੱਚ, ਮਾਇਆ ਦੇ ਵਿੱਚ ਹੀ, ਇਸੇ ਦੇ ਵਿੱਚ ਲਾ ਦਿੰਦਾ ਇਨਸਾਨ। ਨਾਏ ਸੁਣੇ ਆਪ ਬੁੱਝੀਏ ਲਾਹਾ ਨਾਉ ਪਾਵੈ। ਨਾਮ ਦੇ ਧਿਆਨ ਸਿਮਰਨ ਦੇ ਨਾਲ ਹੀ ਇਨਸਾਨ ਨੂੰ ਜਿਹੜਾ ਹੈਗਾ ਆਪਣੇ ਅੰਦਰ ਝਾਤੀ ਮਾਰਨ ਨੂੰ, ਆਪਾਂ ਜਿਹੜੇ ਗਿਰੀਵਾਨ ਮੇ ਸਿਰ ਨੀਵਾ ਕਰ ਦੇਖ, ਆ ਜਿਹੜਾ ਹੈਗਾ, ਜੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਆਹੀ ਅਕਲ ਬਰੀਕ ਬੁੱਧੀ ਜਿਹੜੀ ਹੈ, ਵਿਵੇਕ ਬੁੱਧੀ, ਇਹ ਧਿਆਨ ਸਿਮਰਨ ਦੇ ਨਾਲ ਹੀ ਆਉਂਦੀ ਆ। ਆਪਣੇ ਗਿਰੀਵਾਨ ਚ ਦੇਖਣ ਦੀ ਮੱਤ ਵੀ ਧਿਆਨ ਸਿਮਰਨ ਦੇ ਨਾਲ ਆਉਂਦੀ ਆ। ਨਾਏ ਸੁਣੇ ਆਪ ਬੁੱਝੀਏ, ਆਪਣੇ ਆਪ ਨੂੰ ਵੀ ਮੈਂ ਹੈ ਕੀ ਚੀਜ਼, ਉਹਦੇ ਅੰਦਰ ਪਤਾ ਲੱਗਦਾ। ਮੇਰੇ ਅੰਦਰ ਤਾਂ ਆ ਵੀ ਕਾਮ ਵੀ ਪਿਆ ਬਹੁਤ ਭਰਪੂਰ, ਕ੍ਰੋਧ ਵੀ, ਲੋਭ ਵੀ, ਮੋਹ ਵੀ, ਸਾਰੇ ਦੇ ਸਾਰੇ ਤਾਂ ਮੇਰੇ ਅੰਦਰ ਭਰਪੂਰ ਹੈਗੇ, ਮੈਂ ਐਵੇਂ ਦੂਸਰਿਆਂ ਦੇ ਦੇਖੀ ਜਾ ਰਿਹਾ। ਨਾਏ ਸੁਣੇ ਆਪ ਬੁੱਝੀਏ ਲਾਹਾ ਨਾਉ ਪਾਵੈ। ਫਿਰ ਜਿਹੜਾ ਹੈਗਾ ਲਾਭ, ਇਹੀ ਮਲਟੀਪਲਾਈ ਹੋ ਜਾਂਦਾ ਹੈ, ਇਹੀ ਲਾਭ ਹੈਗਾ ਆ। ਨਾਏ ਸੁਣੇ ਪਾਪ ਕਟੀਏ ਨਿਰਮਲ ਸੱਚ ਪਾਵੈ। ਨਾਮ ਦੇ ਨਾਲ, ਧਿਆਨ ਸਿਮਰਨ ਦੇ ਨਾਲ ਹੀ ਸਾਰੇ ਦੇ ਸਾਰੇ ਕਾਰਨ ਸੀ, ਸਾਰੇ ਪਾਪ ਕੀਤੇ ਹੋਏ, ਅੱਗੇ ਤਾਂ ਗਾਹਾਂ ਤਾਂ ਮੱਤ ਜਿਹੜੀ ਹੈਗੀ, ਗਾਹਾਂ ਪਾਪ ਨਹੀਂ ਕਰਦਾ ਇਨਸਾਨ, ਬੁੱਧੀ ਬਦਲ ਜਾਂਦੀ ਉਹਦੀ, ਤੇ ਪਿਛਲੇ ਜਿਹੜੇ ਹੈਗੇ ਕੀਤੇ ਹੋਏ ਸਾਰੇ ਕੱਟੇ ਜਾਂਦੇ ਆ, ਉਹਨਾਂ ਦਾ ਲੇਖਾ ਨਹੀਂ ਦੇਣਾ ਪੈਂਦਾ। ਨਿਰਮਲ ਸੱਚ ਪਾਵੈ, ਔਰ ਨਿਰਮਲ ਹੋ ਜਾਂਦਾ, ਔਰ ਮਾਲਕ ਪਰਮਾਤਮਾ ਜਿਹੜਾ ਨਿਰਮਲ ਹੈਗਾ, ਉਸ ਨੂੰ ਉਹਦੇ ਮਾਲਕ ਦੇ ਵਿੱਚ ਬੂੰਦ ਸੇ ਜਿਹੜੀ ਹੈਗੀ ਆ ਲੀਨ ਹੋ ਜਾਂਦੀ ਹੈ ਸਮੁੰਦਰ ਦੇ ਵਿੱਚ। ਨਾਨਕ ਨਾਏ ਸੁਣੈ ਮੁਖ ਉਜਲੇ ਨਾਉ ਗੁਰਮੁਖ ਧਿਆਵੈ। ਕਹਿੰਦੇ ਨਾਮ ਦੇ ਧਿਆਨ ਸਿਮਰਨ ਦੇ ਨਾਲ ਹੀ ਤੇਰੇ ਲੋਕ ਪਰਲੋਕ ਦੇ ਵਿੱਚ ਮੁਖ ਉਜਲਾ ਹੋਣਾ ਆ। ਪਰ ਇੱਕ ਗੱਲ ਯਾਦ ਰੱਖੀ ਪਿਆਰਿਆ, ਵੀ ਇਹ ਧਿਆਨ ਸਿਮਰਨ ਜਿਹੜਾ ਹੈਗਾ ਬ੍ਰਹਮ ਗਿਆਨ ਦੇ ਦੁਆਰਾ, ਇਹ ਧਿਆਨ ਸਿਮਰਨ ਗੁਰੂ ਦੀ ਦੁਆਰਾ, ਜਿਵੇਂ ਗੁਰੂ ਕਹਿ ਰਿਹਾ ਹੈ, ਜਿਵੇਂ ਗੁਰੂ ਦੀ ਮੱਤ ਕਹਿ ਰਹੀ ਆ, ਉਸ ਤਰੀਕੇ ਦੇ ਨਾਲ ਕਰੀ। ਆਹ ਇੰਸਟਰਕਸ਼ਨ ਹੈਗੀ, ਇਹਨੂੰ ਧਿਆਉਣਾ ਕਰਨਾ ਹੈ, ਧਿਆਨ ਇਹਦੇ ਵਿੱਚ ਧਿਆਨ ਲਗਾਉਣਾ ਹੈ। ਕਹਿੰਦੇ ਗੁਰੂ ਦੀ ਮੱਤ ਦੇ ਦੁਆਰਾ, ਗੁਰਮੁਖ ਸਿਸਟਮ ਦੇ ਦੁਆਰਾ, ਗੁਰਮੁਖਾਂ ਦੇ ਦੁਆਰਾ ਜਿਹੜਾ ਹੈਗਾ ਇਹ ਕਾਰਵਾਈ ਕਰੀ, ਉਹਨਾਂ ਦੀ ਨਿਗਰਾਨੀ ਦੇ ਹੇਠ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਬਾਣੀ ਉੱਪਰ ਕੀ ਕਹਿ ਰਹੀ ਹੈ, ਪਹਿਲੀ ਤੁਕ ਦੇ ਵਿੱਚ ਆਪਾਂ ਨੂੰ ਸਮਝਾਉਣਾ ਕਰ ਰਹੇ ਨੇ, ਨਾਏ ਸੁਣੀਏ ਸੁਣੈ ਸੁੱਚ, ਨਾਏ ਸੁਣੈ, ਨਾਏ ਸੁਣੇ। ਕਹਿੰਦੇ ਕਿ ਨਾਂ ਨੂੰ ਕੇਵਲ ਸੁਣਨ ਦੇ ਨਾਲ ਦੋ ਚੀਜ਼ਾਂ ਮਿਲਦੀਆਂ ਨੇ, ਇੱਕ ਤੇ ਸੁੱਚ ਮਿਲਦੀ ਆ, ਬੰਦਾ ਕੀ ਹੁੰਦਾ ਹੈ, ਪਵਿੱਤਰ ਹੋ ਜਾਂਦਾ। ਪਵਿੱਤਰ ਨਹੀਂ ਆਪਾਂ ਕਿਸੇ ਨੂੰ ਕਹਿ ਦਈਏ ਕਿ ਨਾਮ, ਸਭ ਤੋਂ ਪਹਿਲਾਂ ਦੇਖੋ ਨਾਮ ਨੂੰ ਸੁਣਨ ਦੇ ਨਾਲ ਬੰਦਾ ਪਵਿੱਤਰ ਹੋ ਜਾਂਦਾ ਹੈ। ਬੰਦਾ ਕੀ ਕਰਦਾ ਕਿ ਮਲੀਨਤਾ ਦਾ ਤਿਆਗ ਕਰ ਦਿੰਦਾ। ਨਾਮ ਨੂੰ ਸੁਣਿਆ ਸਾਡੇ ਅੰਦਰ ਜਿਹੜੀ ਪਵਿੱਤਰਤਾ ਵੱਧਦੀ ਆ। ਤੁਸੀਂ ਨਾਮ ਨੂੰ ਸੁਣਦੇ ਆ ਆਪਾਂ, ਤੇ ਹੁਣੇ ਆਪਾਂ ਕਥਾ ਕਰਦੇ ਤੇ ਕੀ ਹੁੰਦਾ, ਸਾਡੇ ਅੰਦਰ ਪਵਿੱਤਰਤਾ ਹੀ ਵਧਦੀ ਆ ਬਾਣੀ ਸੁਣਨ ਦੇ ਨਾਲ। ਤੇ ਬਾਣੀ ਸੁਣਨ ਦੇ ਨਾਲ ਕੀ ਹੁੰਦਾ ਕਿ ਸਾਡੇ ਅੰਦਰ ਪਵਿੱਤਰਤਾ ਵੱਧਦੀ ਆ। ਜਿਹੜੀ ਸਾਡੀ ਗੱਡੀ ਜਿਹੜੀ ਥੱਲੇ ਨੂੰ ਜਾ ਰਹੀ ਆ, ਉਹ ਆਪਾਂ ਰਿਵਰਸ ਕਰਕੇ ਉੱਪਰ ਨੂੰ ਪਹਾੜ ਨੂੰ ਯਾਤਰਾ ਸ਼ੁਰੂ ਕਰਦੇ ਹਾਂ। ਨਾਮ ਦੇ ਵਿੱਚ ਇੰਨੀ ਸ਼ਕਤੀ ਹੈ। ਫਿਰ ਸੰਜਮੋ ਹੋ ਜਾਂਦਾ ਹੈ। ਸੰਜਮੋ ਦਾ ਮਤਲਬ ਕਿ ਸਾਨੂੰ ਆਪਣੀਆਂ ਇੰਦਰੀਆਂ ਤੇ ਸੰਜਮ ਆ ਜਾਂਦਾ ਹੈ। ਆਪਾਂ ਇੰਦਰੀਆਂ ਜਿਹੜੀਆਂ ਬੇਲਕਾਮ ਘੋੜਿਆਂ ਨੂੰ ਭੱਜ ਰਹੀਆਂ ਸਨ, ਉਹ ਸੰਜਮ ਚ ਆ ਜਾਂਦੀਆਂ ਨੇ, ਮਤਲਬ ਕਿ ਉਹ ਕੰਟਰੋਲ ਚ ਆ ਜਾਂਦੀਆਂ ਨੇ। ਜਿੱਦਾਂ ਵੇਖੋ, ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਵੀ ਕਿ ਮਨ ਜਿਹੜਾ ਹੈ ਉਹਦੇ ਗਾੜੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ 5 ਘੋੜੇ ਜੁੱਤੇ ਆ, ਤੇ ਇੰਦਰੀਆਂ ਉਹਦੀ ਮਦਦ ਕਰਦੀਆਂ, ਉਹ ਘੋੜਿਆਂ ਦੀ। ਤੇ ਜਦੋਂ ਆਪਾਂ ਨਾਮ ਜਪਦੇ ਹਾਂ ਤੇ ਜਦੋਂ ਸਾਡੇ ਤੇ ਪਵਿੱਤਰਤਾ ਆਊਗੀ ਨਾ, ਦੇਖੋ ਇਸ ਚੀਜ਼ ਨੂੰ ਆਪ ਨੋਟਿਸ ਕਰੋ। ਜਦੋਂ ਵੀ ਤੁਹਾਡੀ ਸਾਧਨਾ ਦੇ ਵਿੱਚ ਗਤੀ ਵਧੀ ਨਾ, ਤੁਸੀਂ ਡੀਪ ਗਏ ਸਮਾਧੀ ਚ, ਸਭ ਤੋਂ ਪਹਿਲਾਂ ਤੁਹਾਨੂੰ ਸੁਖਮਣਾ ਨੇ ਤੁਹਾਨੂੰ ਕੀ ਕਰਨਾ ਹੈ ਕਿ ਪਹਿਲਾਂ ਤੁਹਾਨੂੰ ਨਾ ਮਲੀਨਤਾ ਤੋਂ ਮੁਕਤ ਕਰਨਾ ਹੈ। ਦੇਖੋ ਇਸ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਇਹ ਪਹਿਲੀ ਤੁਕ ਦੇ ਵਿੱਚ ਕਾਫੀ ਕੁਝ ਲਿਖਿਆ। ਜਦੋਂ ਵੀ ਤੁਸੀਂ ਸਾਧਨਾ ਕੀਤੀ, ਨਾਂ ਨੂੰ ਸੁਣਿਆ, ਪਰਮਾਤਮਾ ਦੇ ਨਾਮ ਨੂੰ, ਕਿਉਂਕਿ ਉਹ ਬੜਾ ਸ਼ਕਤੀਸ਼ਾਲੀ ਆ ਤੇ ਪਵਿੱਤਰ ਹੈਗਾ। ਔਰ ਜਦੋਂ ਵੀ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ ਤੇ ਸਾਡੇ ਅੰਦਰ ਪਹਿਲਾਂ ਕੀ ਹੁੰਦਾ, ਸੁੱਚ ਆਉਂਦੀ ਹੈ, ਪਵਿੱਤਰਤਾ ਆਊਗੀ। ਤੁਸੀਂ ਕੀ ਕਰੋਗੇ, ਸੱਚ ਬੋਲੋਗੇ।
ਸੱਚ ਸੁਣਨ ਦੀ ਤੁਹਾਡੇ ਅੰਦਰ ਹਿੰਮਤ ਆਊਗੀ। ਸੱਚ ਹੀ ਆ ਗਿਆ, ਸੋਚ ਆਉਣੀ। ਪਵਿੱਤਰਤਾ ਕਿੱਥੋਂ ਆਊਗੀ? ਗੱਲਾਂ ਨਾਲ ਥੋੜੀ ਆ ਜਾਣੀ। ਤੁਹਾਡੇ ਜੀਵਨ 'ਚ ਪਵਿੱਤਰਤਾ ਆਊਗੀ। ਤੁਸੀਂ ਜੋ ਕੰਮ ਵੀ ਕਰੋਗੇ ਉੱਥੇ ਵੀ ਪਵਿੱਤਰਤਾ ਆਊਗੀ। ਤੁਹਾਡੇ ਜੀਵਨ ਦੇ ਵਿੱਚ ਪਵਿੱਤਰਤਾ ਪਹਿਲਾਂ ਆਉਣੀ ਹੈ, ਔਰ ਨਾਮ ਦੇ ਨਾਲ ਆਉਣੀ ਹੈ, ਓਦਾਂ ਨਹੀਂ ਆਉਣੀ। ਸਫਾਈ ਕਰਨੀ ਇੱਕ ਅਲੱਗ ਚੀਜ਼ ਹੈ, ਪਵਿੱਤਰਤਾ ਹੋਣੀ ਇੱਕ ਅਲੱਗ ਚੀਜ਼ ਹੈ। ਫਿਰ ਸੰਜਮ ਹੋਊਗਾ, ਫਿਰ ਤੁਹਾਡੇ ਅੰਦਰ ਜਿਹੜਾ ਕਿ ਸੰਜਮ ਆ ਜਾਊਗਾ। ਕਹਿਣ ਤੋਂ ਭਾਵ ਹੈ ਕਿ ਜਿਹੜੀਆਂ ਅੱਖਾਂ ਨੇ, ਕੰਨ ਨੇ, ਜ਼ੁਬਾਨ ਹੈ, ਇੰਦਰੀਆਂ ਜਿਹੜੀਆਂ ਹੈਗੀਆਂ ਨੇ, ਇਹ ਆਪਣੇ ਅਸਲੀ ਰੂਪ 'ਚ ਆ ਜਾਣਗੀਆਂ। ਇਹ ਮਤਲਬ ਕਹਿਣ ਤੋਂ ਭਾਵ ਹੈ ਕਿ ਜਿਹੜੀਆਂ ਚੰਚਲ ਸੀ ਉਹਨਾਂ ਦੀ ਚੰਚਲਤਾ ਖਤਮ ਹੋ ਜਾਊਗੀ। ਤੇ ਇਹ ਜਦੋਂ ਮਨ ਹੀ ਸ਼ਾਂਤ ਹੋ ਜਾਣਾ ਵਾ ਤੇ ਫਿਰ ਇੰਦਰੀਆਂ ਨੇ ਵੀ ਸ਼ਾਂਤੀ ਹੋ ਜਾਣਾ। ਤੇ ਮਨ ਹੀ ਤੇ ਮਲੀਨ ਹੈ। ਦੇਖੋ ਆਪ ਇੱਕ ਚੀਜ਼ ਨੂੰ ਸਮਝੋ। ਦੇਖੋ ਮਨ ਮੈਲੇ ਤੇ ਸਭ ਕੁਛ ਮੈਲਾ। ਬਿਲਕੁਲ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਹਾਂ, ਤੇ ਉੱਥੇ ਵੇਖੋ ਮਨ ਹੁਣ ਤੇ ਇਹ ਬਾਣੀ ਤੇ ਉਹ ਕਹਿ ਰਹੀ ਆਪਾਂ ਨੂੰ ਨਾ ਇਹ ਸੁਣੀਏ ਤੇ ਨਾ ਸੁਣਿਆ ਤੇ ਮਨ 'ਚ ਪਵਿੱਤਰਤਾ ਆ ਗਈ, ਸੋਚੋਗੀ। ਹੁਣ ਮਨ ਹੀ ਪਵਿੱਤਰ ਹੋਣਾ, ਮੇਰੀਆਂ ਬਾਹਾਂ ਥੋੜੀ ਪਵਿੱਤਰ ਹੋ ਜਾਣੀਆਂ। ਆਪ ਸਮਝੋ ਨਾ ਮੇਰੀ ਗੱਲ। ਇੱਥੇ ਮਨ ਦੀ ਗੱਲ ਕਰ ਰਹੇ ਨੇ, ਮਨ ਲਿਖਿਆ ਨੀ ਉਹਨਾਂ ਨੇ, ਸੋਚ ਦੀ ਗੱਲ ਕੀਤੀ। ਸੋਚ ਪਵਿੱਤਰਤਾ ਕਿੱਥੋਂ? ਪਵਿੱਤਰ ਕੀ ਹੋਊਗਾ ਦੱਸੋ ਮੈਨੂੰ? ਪਵਿੱਤਰ ਤੇ ਮਨ ਨਹੀਂ ਹੋਣਾ। ਤੇ ਮਨ ਦੇ ਉੱਤੇ ਮਲੀਨਤਾ ਜੰਮੀ, ਅਕਾਲ ਖੁਰ ਤੇ ਜੰਮੀ ਹੈ। ਜਿਹੜਾ ਸਵਾ ਇਕੱਠੀ ਕਰਨ ਦਿਆ ਸੀ ਉਹ ਕੀ ਕਰੂਗਾ? ਫਿਰ ਆਪਣੀ ਡਾਇਰੈਕਸ਼ਨ ਚੇਂਜ ਕਰ ਦੂਗਾ। ਹੁਣ ਕੀ ਫਿਰ ਜਦੋਂ ਮਨ ਸੁਧਰ ਗਿਆ, ਮਨ ਤੇ ਹੈਡ ਸੀ ਇੰਦਰੀਆਂ ਦਾ, ਫਿਰ ਅੱਗੇ ਬਨੇ ਫਿਰ ਲਿਖੋ ਸੰਜਮੋ ਆ ਗਿਆ। ਸੰਜਮੋ ਮਤਲਬ ਕਹਿਣ ਤੋਂ ਭਾਵ ਕਿ ਉਹਨੇ ਕੀਤਾ ਕਿ ਇੰਦਰੀਆਂ ਨੂੰ ਵਸ 'ਚ ਕਰ ਲਿਆ, ਕੰਟਰੋਲ 'ਚ ਕਰ ਲਿਆ। ਹੁਣ ਇੰਦਰੀਆਂ ਇੱਧਰ ਉੱਧਰ ਨਹੀਂ ਭੱਜਦੀਆਂ, ਚੁਗਲੀ ਨਹੀਂ ਸੁਣਦੀਆਂ, ਨਿੰਦਿਆ ਨਹੀਂ ਕਰਦੀਆਂ, ਮਾੜਾ ਰੂਪ ਨਹੀਂ ਤੱਕਦੀਆਂ, ਚੰਗਾ ਖਾਂਦੀ ਆ ਤੇ ਚੰਗਾ ਹੀ ਬੋਲਦੀ ਹੈ ਇੰਦਰੀ। ਠੀਕ ਹੈ ਨਾ ਸਾਹਿਬ? ਹਾਂ, ਠੱਗੀ ਨਹੀਂ ਮਾਰਦਾ। ਹਾਂ, ਜੀਵਨ ਉੱਚਾ ਹੋ ਗਿਆ ਔਰ ਜੀਵਨ 'ਚ ਸੱਚ ਆ ਗਿਆ। ਔਰ ਜਦੋਂ ਸੱਚ ਆ ਗਿਆ ਤਾਂ ਫਿਰ ਸੰਤੋਖ ਆਪਣੇ ਆਪ ਹੀ ਆ ਜਾਣਾ ਤੁਹਾਡੇ ਜੀਵਨ। ਸੰਤੋਖ ਬੜੀ ਤਗੜੀ ਚੀਜ਼ ਹੈ। ਸੰਤੋਖ ਨਹੀਂ ਕਿ ਕੋਈ ਹੈਗਾ, ਕੇਵਲ ਉਸ ਬੰਦੇ ਕੋ ਹੋਊਗਾ ਜਿਹੜਾ ਭਗਤੀ ਕਰੂਗਾ। ਔਰ ਕੋ ਸਬਰ ਤੇ ਸੰਤੋਖ, ਦੋ ਚੀਜ਼ਾਂ ਮਿਲਣੀਆਂ। ਤੇ ਫਿਰ ਅਗਲੇ ਬੰਨੇ ਲਿਖਿਆ ਵਾ ਜੰਮ ਨੇੜੇ ਨਾ ਆਵੇ। ਜੰਮ ਨੇ ਕੀ ਕਰਨਾ? ਜਦੋਂ ਇੰਦਰੀਆਂ ਮੇਰੇ ਵੱਸ 'ਚ ਨੇ, ਮਨ ਮੇਰਾ ਬਿਲਕੁਲ ਸ਼ਾਂਤ ਹੋ ਕੇ ਬੈਠਾ ਹੈ, ਮੈਂ ਕੋਈ ਮਾੜਾ ਕੰਮ ਕਰਦਾ ਹੀ ਨਹੀਂ, ਮੈਨੂੰ ਕੀ ਲੋੜ ਵੀ ਜੰਮਾਂ ਤੋਂ ਡਰਨ ਦੀ। ਜੰਮ ਜਿਹੜਾ ਹੈਗਾ ਨਾ, ਜੰਮ ਗੋਰਖੀ ਸਾਹਿਬ ਪੁਲਿਸ ਹੈਗੀ। ਪੁਲਿਸ ਹੁਣ ਕੀ ਕਹੂਗੀ ਜਿਹਦਾ ਇਨਸਾਨ ਨੇ ਕੋਈ ਕ੍ਰਾਈਮ ਹੀ ਨਹੀਂ ਕੀਤਾ? ਤੇ ਆਹੋ, ਉਹ ਜਦੋਂ ਮੈਂ ਚੋਰੀ ਨਹੀਂ ਕਰਦਾ, ਮੈਂ ਆਪਣੀ ਮਿਹਨਤ ਕਰ ਰਿਹਾ, ਮੈਂ ਇੱਥੇ ਬੰਗਲਾਦੇਸ਼ 'ਚ ਬੈਠਾ, ਮੈਨੂੰ ਪੁਲਿਸ ਤੋਂ ਕਦਾ ਡਰ? ਪਰ ਲਾਗੇ 50 ਗੱਡੀਆਂ ਮੇਰੇ ਘਰ ਦੇ ਅੱਗੇ ਆ ਜਾਣ। ਹਾਂ, ਜਿਹੜਾ ਚੋਰ ਹੈਗਾ ਉਹਦੀ ਟੈਨਸ਼ਨ ਵੱਧ ਜਾਣੀ ਜੀ। ਬਸ। ਹਾਂ, ਤੇ ਜੇ ਨੇਕ ਕਮਾਈ ਕੀਤੀ ਆ ਤੇ ਸਾਨੂੰ ਕੀ ਲੋੜ ਵੀ ਸਾਡੀ ਪੰਡ 'ਚ ਸਵਾਹ ਥੋੜੀ ਨਿਕਲੂਗੀ ਮੇਜਰ ਸਾਹਿਬ। ਹਾਂ, ਬਿਲਕੁਲ। ਹਾਂ, ਪਰ ਜਿਹਨੇ ਸਵਾਹ ਦਾ ਕੰਮ ਕੀਤਾ ਜੀ ਉਹਦੀ ਨਿਕਲੀ ਸਵਾਹ ਹੀ। ਉਹ ਬਿਲਕੁਲ ਠੀਕ ਹੈ। ਤੇ ਅਗਲੇ ਬੰਨੇ ਚੱਲਦੇ ਹੁਣ, ਅਗਲੀ ਤੁਕ ਬੋਲੋ ਨਜਰ ਸਾਹਿਬ। ਨਾ ਇਹ ਸੁਣਿਆ ਘੱਟ ਚਾਨਣਾ ਹਨੇਰ ਗਵਾਵੇ। ਕਹਿੰਦੇ ਚਾਨਣਾ ਹੋ ਜਾਣਾ। ਹਾਂ, ਦੇਖ ਲਓ ਆ ਗਈ ਨਾ ਈੜਾ ਪਿੰਗਲਾ ਤੇ ਸੁਖਮਣਾ ਪ੍ਰਗਟ ਹੋ ਗਈ ਹੈ, ਪ੍ਰਕਾਸ਼ ਆ ਗਿਆ। ਪਰਮਾਤਮਾ ਹੀ ਤੇ ਤੇਰੇ ਘਰ ਆ ਕੇ ਬੋਲਣ ਡੈ ਪਿਆ। ਤੇ ਨਾਮ ਸੁਣਿਆ ਸੀ ਤੇ ਨਾਮ ਨੇ ਕੀਤਾ ਕਿ ਤੇਰੇ ਅੰਦਰ ਸੱਚ ਪਵਿੱਤਰਤਾ ਆਈ ਆ, ਸੰਜਮ ਆ ਗਿਆ, ਤੇ ਜਿਹੜੀ ਫਾਲਤੂ ਦੀ એનર્ਜੀ ਵੇਸਟ ਹੁੰਦੀ ਉਹ ਬੰਦ ਹੋ ਗਈ। ਤੇ ਫਿਰ ਕੀ ਹੋਇਆ? ਤੇਰੇ ਘੱਟ 'ਚ ਚਾਨਣ ਹੋ ਗਿਆ, ਨਾਮ ਪ੍ਰਗਟ ਹੋ ਗਿਆ। ਜਿਹੜਾ ਨਾਮ ਇੱਕ ਸ਼ਬਦ ਮੇਰੇ ਪ੍ਰਾਣ ਬਸੇ ਹੈ ਬਹੁੜ ਜਨਮ ਨਾਮ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ। ਹਾਂਜੀ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਮ। ਹਾਂਜੀ, ਬਿਲਕੁਲ। ਹਾਂ, ਉਹ ਨਾਮ ਜਿਹੜਾ ਅੰਦਰ ਆ ਕੇ ਵਸ ਗਿਆ। ਨਾਮ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਹਾਂ, ਜਿਹੜਾ ਵਿਸ਼ਰਾਮ। ਹਾਂ, ਫਿਰ ਕੀ ਕੀਤਾ? ਭਗਤੀ ਕੀਤੀ, ਨਾਮ ਪ੍ਰਗਟ ਹੋ ਗਿਆ। ਘੱਟ ਤੋਂ ਭਾਵ ਤੁਹਾਡਾ ਸਰੀਰ, ਤੁਹਾਡੇ ਸਰੀਰ 'ਚ ਪ੍ਰਕਾਸ਼ ਹੋ ਗਿਆ, ਜੋਤੀਮਈ ਹੋ ਗਿਆ। ਹੁਣ ਤੁਸੀਂ ਅੱਗ ਦਾ ਸੁਭਾਅ ਵੇਖੋ, ਜਦੋਂ ਸੋਨੇ 'ਚ ਨਕਲੀ ਸੋਨਾ ਰਲ ਜੇ ਤੇ ਕਿੱਦਾਂ ਦੂਰ ਹੋਣਾ? ਅੱਗ ਨੇ ਦੂਰ ਕਰਨਾ ਉਹਨੂੰ, ਸਾੜ ਦਿੰਦੀ। ਸਾਰਕ ਸੱਚ ਜਿਹੜਾ ਹੈਗਾ ਉਹਨੂੰ ਤੇ ਸਾੜਿਆ ਨਹੀਂ ਜਾਂਦਾ। ਹਾਂ, ਝੂਠ ਸੜ ਜੂਗਾ। ਇਹ ਕੀ ਅਗਨੀ ਪ੍ਰਗਟ ਹੋ ਗਈ। ਵੇਖੋ ਨਾ ਇਹ ਸੁਣੀਏ ਘੱਟ ਚਾਨਣਾ ਹਨੇਰਾ ਗਵਾਏ। ਜਦੋਂ ਚਾਨਣ ਹੋ ਗਿਆ ਤੇ ਫਿਰ ਮੈਨੂੰ ਦਿਖਣ ਡਿਆ ਪਿਆ, ਮੇਰੀਆਂ ਅੱਖਾਂ ਦਾ ਇਲਾਜ ਹੋ ਗਿਆ, ਮਾਇਆ ਦਾ ਭਰਮ ਦੂਰ ਹੋ ਗਿਆ। ਕਿਉਂਕਿ ਪਹਿਲਾਂ ਮੈਂ ਸਵਾਹ ਇਕੱਠੀ ਕਰਨਿਆ, ਹੁਣ ਮੈਨੂੰ ਦਿਖ ਪਿਆ ਇਹ ਤੇ ਸਵਾਹ ਹੈਗੀ ਹੈ, ਇਹਦੀ ਇਕੱਠੀ ਕਰਨੀ। ਨਾ ਮੈਂ ਆਪਣੀ ਪੰਡ 'ਚ ਪਾਉਣਾ। ਜੇ ਕੋਈ ਜ਼ਬਰਦਸਤੀ ਪਾਉਣ ਦੀ ਕੋਸ਼ਿਸ਼ ਕਰਦਾ ਤੇ ਮੈਂ ਕਹਿੰਦਾ ਭਾਊ ਮੇਰੀ ਪੰਡ ਨੂੰ ਹੱਥ ਨਾ ਲਾ, ਇਹ ਤੇਰੀ ਸਵਾਹ ਤੇ ਆਪਣੇ ਕੋਲ ਹੀ ਰੱਖ, ਮੈਨੂੰ ਨਹੀਂ ਚਾਹੀਦੀ ਤੇਰੀ ਸਵਾਹ। ਠੀਕ ਹੈ ਜੀ, ਬਿਲਕੁਲ। ਅੱਗੇ ਚੱਲੋ ਜੀ। ਨਾ ਸੁਣੇ ਆਪ ਬੁੱਝੀਏ ਲਾਹਾ ਨਾਉ ਪਾਵੈ। ਕਹਿੰਦੇ ਜਿਹੜਾ ਘੱਟ ਚਾਨਣਾ ਹੋ ਗਿਆ, ਪਤਾ ਲੱਗ ਗਿਆ ਵੀ ਕਿੱਥੇ ਕਿੱਥੇ ਸਵਾਹ ਪਈ ਹੋਈ ਆ, ਕਿੱਥੇ ਕਿੱਥੇ ਮੈਲ ਪਈ ਆ, ਕਿਹੜੇ ਕਿਹੜੇ ਖੂੰਜੇ 'ਚ ਪਈ ਹੋਈ ਆ। ਕਹਿੰਦੇ ਉਹਨੇ ਬੁੱਝ ਲਿਆ ਔਰ ਉਹਨੂੰ ਝਾੜੂ ਮਾਰਤਾ, ਉਹਨੇ ਨਾਮ ਵਾਲਾ ਝਾੜੂ ਫਿਰ ਲਾਤਾ। ਨਾ ਸੁਣੇ ਆਪ ਬੁੱਝੀਏ ਲਾਹਾ ਨਾਉ ਪਾਵੈ। ਇਸ ਤਰ੍ਹਾਂ ਜਿਹੜਾ ਹੈਗਾ ਨਾਮ ਲਾਭ, ਉਹਦੀ ਜ਼ਿੰਦਗੀ ਦਾ ਮਕਸਦ ਜਿਹੜਾ ਹੈਗਾ ਉਹਨੇ ਅੰਮ੍ਰਿਤ ਫਲ ਪਾ ਲਿਆ, ਲਾਭ ਪਾ ਲਿਆ ਉਹਨੇ।
ਬਿਲਕੁਲ ਸਹੀ ਆ। ਹੁਣ ਕਹਿੰਦੇ ਨਾ ਹੀ ਸੁਣੀਏ ਨਾ ਆਪ ਬੁੱਝੀਏ। ਦੇਖਿਆ ਇੱਥੇ ਇਹ ਨਹੀਂ ਕਿਹਾ ਕਿ ਨਿੱਜਰ ਸਾਹਿਬ ਨੇ ਬੁੱਝ ਲਿਆ ਜਾਂ ਕਿ ਹੋਰ ਨੇ ਬੁੱਝ ਲਿਆ, ਆਪ ਬੁੱਝੀਏ, ਖੁਦ ਬੁੱਝ ਲਿਆ, ਮੈਂ ਲੱਭ ਲਿਆ ਤੇ ਲਾਹਾ ਨਾ ਪਾਏ, ਮੈਂ ਆਪ ਲੱਭ ਲਿਆ, ਉਹਨੂੰ ਜਾਣ ਲਿਆ। ਜਦੋਂ ਨਾਮ ਨੂੰ ਮੈਂ ਸੁਣਿਆ, ਮੈਂ ਭਗਤੀ ਕੀਤੀ, ਮੈਨੂੰ ਗਿਆਨ ਹੋ ਗਿਆ ਕੀ ਸਹੀ ਤੇ ਕੀ ਗਲਤ। ਕਿਉਂਕਿ ਮੈਂ ਕੀ ਹੋ ਗਿਆ, ਸਹਿਜ ਅਵਸਥਾ ਚ ਆ ਗਿਆ। ਮੇਰਾ ਮਨ ਜਿਹੜਾ ਸਹਿਜ ਚ ਆ ਗਿਆ, ਕਿੱਥੇ ਆ ਗਿਆ, ਉੱਥੇ ਆਇਆ। ਵੇਖੋ ਮਨ ਤੇ ਕਹਿੰਦੇ ਆ ਨਾ ਸੁਣੀਏ ਸੱਚ ਸੰਜਮ, ਸੱਚ ਚ ਹੋ ਗਿਆ ਮੇਰਾ ਮਨ, ਸੱਚ ਦਾ ਗਵਾਹੀ ਹੋ ਗਿਆ, ਉਹ ਪਵਿੱਤਰ ਹੋ ਗਿਆ। ਤੇ ਜਦੋਂ ਫਿਰ ਪਵਿੱਤਰ ਹੋ ਗਿਆ ਤੇ ਫਿਰ ਕੀ ਹੋਇਆ, ਉਹਨੇ ਮਾੜੀ ਚੀਜ਼ ਦਾ ਸੌਦਾ ਹੀ ਨਹੀਂ ਕੀਤਾ, ਮਾੜੀ ਚੀਜ਼ ਦਾ ਤਿਆਗ ਕਰ ਦਿੱਤਾ। ਤੇ ਜਦੋਂ ਮਾੜੀ ਚੀਜ਼ ਖਰੀਦੋਗੇ ਨਹੀਂ, ਤੁਹਾਡੇ ਘਰ ਜ਼ਬਰਦਸਤੀ ਤੇ ਨਾ ਆਉਣੇ ਰਹੀ। ਅਗਰ ਬਾਜ਼ਾਰ 'ਚ ਕੋਈ ਚੀਜ਼ ਵਿਕਦੀ ਪਈ ਆ, ਤੁਸੀਂ ਨਹੀਂ ਖਰੀਦਦੇ ਤੇ ਤੁਹਾਡੇ ਘਰ ਜ਼ਬਰਦਸਤੀ ਥੋੜੀ ਕੁਛ ਸੁੱਟ ਜਾਂਦਾ। ਇਹ ਤੇ ਸਾਡੀ ਜ਼ਿੰਮੇਵਾਰੀ ਆ ਨਾ, ਅਸੀਂ ਲਿਆਉਣੀ ਜਾਂ ਨਹੀਂ ਲਿਆਉਣੀ। ਸਾਡੇ ਮਨ 'ਚ ਪੁਰਾਣਾ ਇੱਕ ਕਿਸੇ ਨੇ ਆ ਗਿਆ ਵੀ ਕਹਿਤਾ ਕਿ ਚਰਨਜੀਤ ਨਿੱਜਰ ਸਾਹਿਬ ਔਰ ਰੁਪਇਆ ਲੱਖ ਰੁਪਇਆ ਚੁੱਕ ਲਓ, $1 ਲੱਖ ਰੁਪਇਆ। ਉਹ ਚੁੱਕਣਾ ਕਿ ਨਹੀਂ ਚੁੱਕਣਾ ਉਹ ਤੇ ਮੇਰਾ ਫੈਸਲਾ ਹੋਣਾ ਚਾਹੀਦਾ ਨਾ। ਤੇ ਪਰ ਜਦੋਂ ਅੰਦਰ ਪ੍ਰਕਾਸ਼ ਹੋ ਗਿਆ ਤੇ ਮੈਂ ਕੀ ਚੁੱਕਣਾ, ਮੈਨੂੰ ਕੀ ਲੋੜ ਵੀ $1 ਲੱਖ, ਮੈਂ ਸਿੱਟ ਮਾਰਨਾ। ਮੇਰਾ ਪ੍ਰਮਾਤਮਾ ਰਿਜ਼ਕ ਦਊਗਾ, ਮੈਨੂੰ ਦਊਗਾ। ਜੇ ਮਾਂ ਦੇ ਪੇਟ 'ਚ ਬੱਚਾ ਬਾਅਦ 'ਚ ਪੈਦਾ ਹੁੰਦਿਆ, ਥਣਾ 'ਚ ਪਹਿਲਾਂ ਦੁੱਧ ਆਉਂਦਿਆ, ਤੇ ਮੇਰਾ ਰਿਜ਼ਕ ਨਹੀਂ ਹੋਊਗਾ। ਪ੍ਰਮਾਤਮਾ ਨੇ ਮੈਨੂੰ ਓਦਾਂ ਹੀ ਭੇਜਤਾ। ਜੇ ਭੇਜਤਾ ਉਹਨੇ ਖਾਲੀ ਹੱਥ ਤੇ ਮੈਂ ਖਾਲੀ ਰਹੂੰਗਾ। ਮੈਂ ਨਹੀਂ ਮੰਗਦਾ ਕਿਸੇ ਕੋਲ ਜਾ ਕੇ, ਮੈਨੂੰ ਕੀ ਲੋੜ ਵੀ ਮੰਗਣ ਦੀ। ਮੇਰਾ ਰਿਜ਼ਕ ਮੇਰੇ ਕੋਲ ਹੋਣਾ ਚਾਹੀਦਾ ਹੈ, ਕਿਉਂਕਿ ਪ੍ਰਮਾਤਮਾ ਨੇ ਇੱਕ ਭੰਡਾਰੀ ਹੈ, ਉਹਦੀ ਜ਼ਿੰਮੇਵਾਰੀ ਹੈ ਪੂਰੀ। ਉਹ ਕੀੜੀਆਂ ਨੂੰ ਦੇਣ ਦਿਆ, ਹਾਥੀਆਂ ਨੂੰ ਦੇਣ ਦਿਆ, ਤੇ ਮੇਰੀਆਂ 2 ਰੋਟੀਆਂ ਨਾ ਹੋਣਗੀਆਂ, ਦਊਗਾ, ਉਹਦੀ ਜ਼ਿੰਮੇਵਾਰੀ ਆ। ਕਹਿੰਦਾ ਹੈ ਕਿ ਖੁਦੀ ਕੋ ਕਰ ਬੁਲੰਦ ਇਤਨਾ, ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ पूछे खुद बता तेरी रजा क्या है। ਏਦਾਂ ਦੀ ਗੱਲ ਕਰਿਆ ਕਰੋ, ਟੱਕਰ ਮਾਰੋ ਪ੍ਰਮਾਤਮਾ ਨਾਲ ਸਿੱਧੀ। ਐਵੇਂ ਛਿੰਕੀ ਪਿੰਕੀ ਛੋਟੀਆਂ ਮੋਟੀਆਂ ਚੀਜ਼ਾਂ ਨੂੰ ਕੀ ਕਰਨਾ, ਉਹ ਸਵਾਹ ਹੈਗੀ, ਸੁੱਟ ਦੋ ਉਹਨੂੰ ਪਰੇ। ਜੇ ਹੈਗੀ ਉਹਨੂੰ ਸੁੱਟ ਦੋ, ਨਹੀਂ ਚਾਹੀਦੀ ਬਈ ਸਵਾਹ ਨਹੀਂ ਚਾਹੀਦੀ। ਅਸੀਂ ਆਪਣੀ ਹੱਕ ਲਾਲ ਦੀ ਕਮਾਈ ਖਾਵਾਂਗੇ, ਬੇਸ਼ੱਕ ਥੋੜੇ ਘੱਟ ਕਮਾ ਲਾਂਗੇ, ਥੋੜਾ ਜਿਹਾ ਔਖਾ ਹੈਗਾ ਕੰਮ, ਪਰ ਅਸੀਂ ਸੱਚ ਦੇ ਜੀਵਨ ਬਤੀਤ ਕਰਨਾ। ਤੇ ਫਿਰ ਤੁਹਾਡੇ ਕੋਲ ਸੁੱਕੀ ਰੋਟੀ ਖਾ ਕੇ ਵੇਖਿਓ ਕਿੱਡੇ ਆਨੰਦ ਆਉਂਦੇ ਤੁਹਾਡੇ ਜੀਵਨ ਚ, ਸਵਰਗ ਹੀ ਸਵਰਗ ਹੈ। ਠੀਕ ਹੈ ਨਿੱਜਰ ਸਾਹਿਬ, ਅੱਗੇ ਚੱਲੀਏ। ਨਾ ਸੁਣਿਆ ਪਾਪ ਕੱਟੀਏ। ਵੈਸੇ ਨਿੱਜਰ ਸਾਹਿਬ ਇੱਕ ਸੈਕਿੰਡ ਰੋਕ ਦਿੰਦਾ ਮੈਂ ਤੁਹਾਨੂੰ। ਪਰਮਾਤਮਾ ਭੁੱਖਾ ਨਹੀਂ ਮਾਰਦਾ, ਤੁਹਾਨੂੰ ਸੁੱਕੀ ਨਹੀਂ ਖਵਾਊਗਾ। ਉਹ ਤੇ ਪਤਾ ਨਹੀਂ ਧਿਆਨ ਲੈਣ ਦਿਆ ਵਾ। ਇਹ ਥੋੜੀ ਕਿ ਪ੍ਰਮਾਤਮਾ ਦੇ ਨਾਮ ਲੈਣ ਨੂੰ ਸੁੱਕੀਆਂ ਰੋਟੀਆਂ ਖਾਣੀਆਂ ਪੈਣਗੀਆਂ, ਏਦਾਂ ਨਹੀਂ ਹੈਗਾ। ਡਰੀ ਨਾ ਜਾਇਓ। ਉਹ ਵੈਸੇ ਮੈਂ ਕਹਿ ਦਿੱਤਾ ਤੁਹਾਨੂੰ, ਵਧੀਆ ਜੀਵਨ ਤੁਹਾਨੂੰ ਮਿਲੂਗਾ, ਬਹੁਤ ਸੁਥਰਾ ਜੀਵਨ। ਠੀਕ ਹੈ ਨਾ ਜੈਸਾ, ਅੱਗੇ ਬੋਲੋ। ਨਾ ਸੁਣਿਆ ਪਾਪ ਕੱਟੀਏ ਨਿਰਮਲ ਸੱਚ ਪਾਵੇ। ਕਹਿੰਦੇ ਸਾਰੇ ਪਾਪ, ਸਾਰਾ ਕਾਰਨ ਸ਼ੀਰ ਜਿਹੜਾ ਹੈਗਾ ਖਤਮ ਹੋ ਜਾਂਦਾ ਹੈ, ਨਿਰਮਲ ਹੋ ਜਾਂਦੀ ਆਤਮਾ, ਮਨ ਜਿਹੜਾ ਹੈਗਾ ਨਿਰਮਲ ਹੋ ਜਾਂਦਾ ਹੈ, ਤੇ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨੂੰ। ਉਹ ਬੂੰਦ ਸਾਗਰ ਦੇ ਵਿੱਚ ਰਲ ਜਾਂਦੀ ਹੈ। ਨਾਨਕ ਨਾਏ ਸੁਣੇ ਮੁਖ ਉਜਲੇ, ਨਾਉ ਗੁਰਮੁਖੇ ਧਿਆਵੈ। ਕਹਿੰਦੇ ਨਾਮ ਦੇ ਸੁਣਨ ਦੇ ਨਾਲ ਕਾਰਵਾਈ ਸਾਰੀ ਧਿਆਨ ਸਿਮਰਨ ਦੇ ਨਾਲ ਹੀ ਹੋਣੀ ਆ, ਮੁਖ ਉਜਲੇ ਹੋ ਜਾਣੇ ਆ। ਤੇ ਇਹ ਨਾਮ ਜਿਹੜਾ ਹੈਗਾ ਗੁਰੂ ਦੇ ਰਾਹੀਂ ਜਿਹੜਾ ਹੈਗਾ, ਇਹਨੂੰ ਗੁਰੂ ਦੀ ਗਾਈਡੈਂਸ ਦੇ ਵਿੱਚ, ਗੁਰੂ ਦੇ ਗਿਆਨ ਦੇ ਦੁਆਰਾ ਜਿਹੜਾ ਹੈਗਾ, ਬ੍ਰਹਮ ਗਿਆਨ ਦੇ ਦੁਆਰਾ ਜਿਹੜਾ ਹੈਗਾ, ਇਸ ਬ੍ਰਹਮ ਗਿਆਨੀਆਂ ਦੇ ਦੁਆਰਾ ਇਸ ਨੂੰ ਜਿਹੜਾ ਹੈਗਾ ਨਾਮ ਨੂੰ ਧਿਆਉਣਾ ਕਰੀ ਭਾਈ। ਇਹ ਯਾਤਰਾ ਕਿਸੇ ਗਾਈਡ ਦੀ ਗਾਈਡੈਂਸ ਦੇ ਵਿੱਚ ਇਹ ਯਾਤਰਾ ਹੋਣੀ ਚਾਹੀਦੀ ਹੈ। ਹਾਂਜੀ ਵੀਰ ਜੀ, ਬਿਲਕੁਲ ਸਹੀ ਹੈ ਜੀ। ਹੁਣ ਅਗਲੇ ਬੰਨੇ ਵੇਖੋ ਸਾਧ ਸੰਗਤ ਜੀ, ਆਪਾਂ ਨੂੰ ਕੀ ਸਮਝਾਇਆ, ਨਾਏ ਸੁਣੀਏ ਆਪ ਬੁੱਝੀਏ, ਲਾਹਾ ਨਾਉ ਪਾਵੇ। ਤੇ ਲਾਹੇ ਦਾ ਮਤਲਬ ਹੁੰਦਾ ਲਾਭ, ਲਾਭ ਆਪਾਂ ਪ੍ਰਾਪਤ ਕਰ ਲੈਣਾ। ਫਿਰ ਅਗਲੇ ਬੰਨੇ ਕੀ ਬਾਣੀ ਕੀ ਕਹਿੰਦੀ ਹੈ, ਜੇ ਤੂੰ ਲਾਹਾ ਪ੍ਰਾਪਤ ਕਰ ਲਏਗਾ, ਨਾਂ ਨੂੰ ਸੁਣ ਲਿਆ ਤੇ ਤੂੰ ਇਸ ਭੇਦ ਨੂੰ ਬੁੱਝ ਲਿਆ। ਫਿਰ ਅੱਗੇ ਕੀ ਹੁੰਦਾ ਵਾ, ਨਾਏ ਸੁਣੀਏ ਪਾਪ ਕੱਟੀਏ, ਨਿਰਮਲ ਸੱਚ ਪਾਵੇ। ਉਹਨੂੰ ਕਹਿੰਦੇ ਕਿ ਹਾਂ, ਹੁਣ ਪਤਾ ਕੀ ਹੋਣਾ, ਦੇਖੋ ਇੱਥੇ ਇਹ ਲੈਣ ਦਾ ਮਤਲਬ ਕੀ ਨਿਕਲਦਾ ਹੈ, ਜਦੋਂ ਤੂੰ ਨਾਂ ਨੂੰ ਸੁਣਿਆ ਨਾ, ਤੁਹਾਡਾ ਮਨ ਜਿਹੜਾ ਅੰਤਰਮੁਖੀ ਹੋ ਜਾਣਾ। ਦੇਖੋ ਤੁਹਾਡਾ ਮਨ ਜਦੋਂ ਬਾਹਰ ਮੁਖੀ ਹੈ ਤੇ ਇਹਨੇ ਔਗਣਾਂ ਦੀ ਸੰਗਤ ਕਰਨੀ ਹੈ, ਔਰ ਤੁਹਾਡਾ ਮਨ ਜਦੋਂ ਅੰਤਰਮੁਖੀ ਹੋ ਗਿਆ, ਇਹਨੇ ਔਗਣਾਂ ਦਾ ਤਿਆਗ ਕਰ ਦੇਣਾ। ਇਹ ਫਰਕ ਜੇ ਨਾਮ ਦਾ। ਨਾਮ ਸੁਰਤੀ ਨੂੰ ਅੰਦਰ ਖਿੱਚਦੀ ਹੈ, ਨਾਮ ਸੁਰਤੀ ਨੂੰ ਅੰਦਰ ਖਿੱਚਦਾ ਹੈ, ਤੇ ਜਿਹੜਾ ਮਾਇਆ ਸੁਰਤੀ ਨੂੰ ਬਾਹਰ ਖਿੱਚਦੀ ਹੈ। ਬਿਲਕੁਲ ਠੀਕ। ਜਦੋਂ ਨਾਮ ਜਪਿਆ ਤੇ ਡਾਇਰੈਕਸ਼ਨਾਂ 2 ਹੀ ਹੈਗੀਆਂ ਨੇ, ਤੀਜੀ ਡਾਇਰੈਕਸ਼ਨ ਨਹੀਂ ਹੈਗੀ ਕੋਈ, ਕਿਤੇ ਜਾਣਾ ਨਹੀਂ ਤੇ ਨਾ ਹੀ ਤੁਹਾਨੂੰ ਕੋਈ ਮਿਲਣਾ ਵਾ। ਜਦੋਂ ਤੁਸੀਂ ਨਾਮ ਜਪਿਆ ਤੇ ਤੁਹਾਡੀ ਸੁਰਤੀ ਦੀ ਕੀ ਹੋਣਾ, ਯੂ ਟਰਨ ਮਾਰ ਕੇ ਅੰਦਰ ਚੱਲ ਜਾਣੀ ਤੇ ਮਨ ਤੇ ਅੰਦਰ ਹੀ ਆ ਜਾਣਾ। ਤੇ ਫਿਰ ਅਗਲੇ ਬੰਨੇ ਕੀ ਹੋਊਗਾ, ਪਾਪ ਕੱਟੇ ਜਾਣੇ। ਪਾਪ ਤੋਂ ਪਾਪ ਕੀ, ਜਿਹਦੇ ਕੋ ਭਰੀਏ ਮਤ ਪਾਪਾਂ ਕੇ ਸੰਗ, ਉਹ ਟੋਪੇ ਨਾਵੇਂ ਕੇ ਰੰਗ। ਹਾਂ, ਦੇਖੋ ਆਪਾਂ ਜਦੋਂ ਮਾੜੇ ਕਰਮ ਕਰਦੇ ਆ ਨਾ, ਤੇ ਉਹ ਪਾਪ, ਉਹਨੂੰ ਪਾਪ ਕਹਿੰਦੇ ਨੇ। ਤੇ ਤੁਹਾਨੂੰ ਪਤਾ ਹੀ ਹੈ ਨਾ, ਪਾਪ ਦਾ ਮਤਲਬ
ਤਪੋਂ ਰਾਜ ਤੇ ਰਾਜੋ ਨਰਕ। ਜਦੋਂ ਤਪ ਕਰਦਾ ਬੰਦੇ ਨੂੰ ਰਾਜ ਮਿਲਦਾ ਹੈ, ਫਿਰ ਰਾਜ ਤੋਂ ਬਾਅਦ ਫਿਰ ਪਾਪ ਕਰਦਾ ਫਿਰ ਉਹਨੂੰ ਨਰਕ ਮਿਲਦਾ। ਇਸੇ ਤਰ੍ਹਾਂ ਬਾਣੀ ਕਹਿੰਦੀ ਉਹ ਪਾਪ ਕਹਿੰਦੇ ਜਿਹੜੇ ਤੂੰ ਕੀਤੇ ਤੇਰੇ ਮਾਫ ਹੋ ਜਾਣ। ਤੇ ਜਦੋਂ ਮਾਫ ਹੋ ਗਏ ਫਿਰ ਕੀ ਹੋਊਗਾ? ਮਾਫ ਹੋ ਕੇ ਤੇ ਫਿਰ ਜਿਹੜਾ ਤੇਰੀ ਚਿੱਟੀ ਚਾਦਰ ਸੀ, ਜਿਹੜੀ ਸਾਫ਼ ਸੁਥਰੀ ਤੂੰ ਰੱਬ ਨੇ ਦਿੱਤੀ ਸੀ ਤੈਨੂੰ, ਉਹ ਤੈਨੂੰ ਵਾਪਸ ਕਰ ਦਿੱਤੀ ਜਾਵੇਗੀ। ਤੂੰ ਇਮਤਿਹਾਨ ਚੋਂ ਪਾਸ ਹੋ ਗਿਆ। ਜਦੋਂ ਚਿੱਟੀ ਚਾਦਰ ਲੈ ਕੇ ਜਾਏਗਾ ਤੂੰ ਸੰਸਾਰ ਨੂੰ ਤਿਆਗ ਕੇ, ਤੇ ਵੈਸੇ ਤਾਂ ਜੀਂਦੇ ਜੀ ਬੜਾ ਉੱਚ ਕੋਟੀ ਦਾ ਜੀਵਨ ਤੁਹਾਨੂੰ ਮਿਲ ਜਾਣਾ। ਵੈਸੇ ਸਾਰੇ ਤੁਸੀਂ ਅਨੁਭਵ ਕਰ ਰਹੇ ਜੋ, ਕੋਈ ਕਹਿਣ ਸੁਣਨ ਵਾਲੀ ਗੱਲ ਤੇ ਰਹੀ ਨਹੀਂ ਰਹੀ। ਔਰ ਉਹ ਜਦੋਂ ਚਾਦਰ ਤੂੰ ਲੈ ਕੇ ਜਾਏਗਾ ਤੇ ਪਰਮੇਸ਼ਰ ਦੇ ਘਰ 'ਚ ਤੇਰੀ ਬੜੀ ਇੱਜ਼ਤ ਹੋਊਗੀ ਕਿ ਵਾਹ ਵੀ ਵਾਹ, ਇਹ ਤੇ ਬੰਦਾ ਕੋਈ ਵੱਖਰਾ ਹੀ, ਇਹਨੂੰ ਭੀੜ ਤੋਂ ਬਾਹਰ ਕੱਢ ਲਓ। ਤੇ ਕੁਝ ਸੱਚ ਪਾਵੇ, ਤੈਨੂੰ ਸੱਚ ਦੀ ਪ੍ਰਾਪਤੀ ਹੋ ਜਾਊਗੀ, ਤੂੰ ਵਾਪਸ ਚੱਲ ਜਾਏਗਾ। ਇਸ ਗੇਮ 'ਚ ਤੂੰ ਪਾਸ ਹੋ ਗਿਆ, ਬਹੁਤ ਵੱਡੀ ਗੱਲ ਹੈ, ਕੋਈ ਮਾਮੂਲੀ ਗੱਲ ਨਹੀਂ ਹੈ। ਬਟ ਇੱਥੇ ਤੇ ਕਰਮਾਂ ਵਾਲੇ ਜੀ ਪਹੁੰਚਦੇ ਨੇ, ਜਿਆਦਾ ਭੀੜ ਨਹੀਂ ਮਿਲੇਗੀ ਤੁਹਾਨੂੰ, ਥੋੜੇ ਜਿਹੇ ਲੋਕ ਮਿਲਣਗੇ। ਫਿਰ ਵੀ ਮੈਂ ਬੜਾ ਹੈਰਾਨ ਹੁੰਦਾ ਕਿ ਪਤਾ ਨਹੀਂ 70-80 ਬੰਦੇ ਕਿੱਥੋਂ ਇਕੱਠੇ ਹੋ ਗਏ। ਬੜੀ ਵੱਡੀ ਗੱਲ ਹੈ, ਬਹੁਤ ਹੈਰਾਨਗੀ ਵਾਲੀ ਗੱਲ ਹੈ। ਇਹ ਰਸਤੇ ਤੇ ਆਉਂਦਾ ਹੀ ਨਹੀਂ ਬੰਦਾ। ਬੰਦੇ ਨੂੰ ਉਲਟੇ ਪੁਲਟੇ ਕੰਮ ਕਹਿ ਦੋ, ਉਹ ਇੱਧਰ ਉੱਧਰ ਫਾਲਤੂ ਦੀਆਂ ਗੱਲਾਂ 'ਚ ਯਕੀਨ ਕਰੂਗਾ, ਪਰ ਬੰਦਾ ਇਹ ਨਹੀਂ ਸੋਚਦਾ ਕਿ ਮੈਂ ਖੁਦ ਹੀ ਪਰਮਾਤਮਾ ਹੋ ਸਕਦਾ। ਉਹਦੇ ਮਨ 'ਚ ਨਹੀਂ ਆਉਂਦਾ। ਅਸਲ ਦੇ ਵਿੱਚ ਇਹ ਜਿਹੜਾ ਬੰਦਾ ਇਸ ਰਸਤੇ ਤੇ ਚੱਲਦਾ ਹੈ ਨਾ, ਤਾਂ 15-20 ਦਿਨਾਂ 'ਚ ਤਾਂ ਬੜਾ ਜੀਵਨ ਸੁਧਰਾ ਹੋ ਜਾਂਦਾ ਬੰਦੇ ਦਾ। ਹੁਣ ਵੀ ਵੇਖੋ, ਅੱਜ ਇੱਕ ਕੁੜੀ ਦਾ ਫੋਨ ਆਇਆ ਸੀ, ਉਹ ਕਹਿੰਦੀ ਕਿ ਮੇਰਾ ਘਰ ਦਾ ਬੜਾ ਆਨੰਦ ਲੈ ਰਿਹਾ ਜੀਵਨ ਦਾ, ਗਾਰਡਨ 'ਚ ਆ ਕੇ ਬਹਿ ਜਾਂਦੇ ਨੇ, ਕੁਦਰਤ ਨੂੰ ਵੇਂਦੇ ਨੇ ਚਾਰੋਂ ਤਰਫ, ਕਿਤੇ ਵੇਖਿਆ ਹੀ ਨਹੀਂ ਕਹਿੰਦੀ ਗਾਰਡਨ 'ਚ। ਤੇ ਮਤਲਬ ਪ੍ਰਕਿਰਤੀ ਨੂੰ, ਜਾਨਵਰ, ਪੰਛੀ, ਲੋਕਾਂ ਨੂੰ ਚੱਲਦਿਆਂ ਨੂੰ ਵੇਂਦੇ ਪਏ ਨੇ। ਕਿਤੇ ਇੰਨੀ ਸਪੀਡ ਸੀ ਜੀਵਨ ਦੇ ਵਿੱਚ, ਪਤਾ ਹੀ ਨਹੀਂ ਸੀ ਕਿ ਜੀਵਨ ਵੀ ਕੋਈ ਚੀਜ਼ ਹੈ। ਬਸ ਭੱਜੀ ਜਾਓ, ਭੱਜੀ ਜਾਓ, ਭੱਜੀ ਜਾਓ, ਭੱਜੀ ਜਾਓ, ਕਿਤੇ ਵੇਖਿਆ ਹੀ ਨਹੀਂ। ਕਿਤੇ ਹੁਣ ਠਹਿਰਾਓ ਆ ਗਿਆ, ਥੋੜਾ ਜਿਹਾ ਹੋਸ਼ ਆ ਰਹੀ ਆ ਕਿ ਜੀਵਨ ਹੈ ਕੀ ਆ, ਔਰ ਮੈਂ ਪਤਾ ਨਹੀਂ ਕਿਹੜੇ ਸੁੱਖ ਨੂੰ, ਪਤਾ ਨਹੀਂ ਕਿਹੜੀ ਚੀਜ਼ 'ਚ ਲੱਭ ਰਿਹਾ। ਔਰ ਇਹ ਆ ਕਿ ਕਹਿੰਦੇ ਕਿ ਮਿਲਿਆ ਵੀ ਕੁਛ ਨਹੀਂ, ਬਸ ਆਪਣੇ ਆਪ 'ਚ ਆਨੰਦ ਆ। ਬਸ ਆਪਣੇ ਆਪ ਦੇ ਵਿੱਚ ਆਨੰਦ ਤੇ ਨਿੱਜੇ ਸਭ ਤਾਂ ਆ ਕਿਉਂਕਿ ਮਨ ਜਿਹੜਾ ਉਹ ਤੁਹਾਡਾ ਸ਼ਾਂਤ ਹੋ ਗਿਆ, ਮਨ ਅੰਦਰ ਆ ਰਿਹਾ, ਅੰਤਰਮੁਖੀ ਹੋ ਰਿਹਾ, ਤੇ ਸੁੱਖ ਤੇ ਆਪਣੇ ਆਪ ਹੀ ਹੋਣਾ। ਬਾਣੀ 'ਚ ਤੇ ਲਿਖਿਆ ਵਾ ਸੱਚ ਚਿੱਤ ਆਨੰਦ। ਜਦੋਂ ਤੁਸੀਂ ਸੱਚ ਦਾ ਪੱਲਾ ਫੜਿਆ ਹੋਵੇ, ਸੱਚ ਦੀ ਗੱਲ ਤੇ ਕਰ ਰਹੇ ਹੋ, ਅਵਿੱਤੇ ਤੇ ਸੱਚ ਹੀ ਸੱਚ ਕਰ ਰਹੇ ਹੈ। ਸੁਣੀਏ ਸੱਚ, ਨਾ ਇਹ ਸੁਣੀਏ ਸੱਚ, ਕਿ ਜਦੋਂ ਸੱਚ ਹੋ ਗਿਆ ਤੇ ਫਿਰ ਅੱਗੇ ਚਿੱਤ ਤੇਰਾ ਆਵੇ ਧੋਤਾ ਨਾ ਅਗਲਿਆਂ ਨੇ। ਕਹਿੰਦੇ ਬਾਣੀ ਪਾਪ ਕੱਟੀਏ ਤੇ ਨਿਰਮਲ ਹੋ ਜਾਣਾ। ਨਿਰਮਲ ਹੋ ਗਿਆ ਤੇ ਫਿਰ ਤੇ ਪ੍ਰਮਾਤਮਾ ਹੀ ਆ। ਰਾਮ ਕਬੀਰਾ ਏਕ ਭਏ ਤੇ ਕੋਈ ਨਾ ਸਕੇ ਪਛਾਣੀ। ਫਿਰ ਆਨੰਦ ਹੀ ਬਾਕੀ ਰਹਿ ਜਾਂਦਾ ਹੈ। ਤੇ ਫਿਰ ਲਿਖਿਆ ਨਾਨਕ ਨਾ ਹੀ ਸੁਣੀਏ, ਮੁਖ ਉਜਲੇ ਨਾਉ ਗੁਰਮੁਖ ਤੇ ਆਵੇ। ਹਾਂ, ਬਾਕੀ ਇਹ ਕਹਿੰਦੇ ਆ ਕਿ ਥੋੜਾ ਜਿਹਾ ਆਪਣੀ ਡਾਇਰੈਕਸ਼ਨ ਵੇਖੋ। ਜੇ ਤੁਸੀਂ 10-15-20 ਸਾਲ ਤੋਂ ਕਿਤੇ ਘੁੰਮ ਰਹੇ ਜੋ ਤੇ ਤੁਹਾਨੂੰ ਅਜੇ ਤੱਕ ਸਮਾਧੀ ਨਹੀਂ ਮਿਲ ਰਹੀ, ਗਤੀ ਕੋਈ ਨਹੀਂ ਹੋ ਰਹੀ, ਤੇ ਫਿਰ ਗੁਰਮੁਖਾਂ ਦੀ ਸੰਗਤ ਜ਼ਰੂਰ ਚੱਲ। ਆਪਣਾ ਸਮਾਂ ਨਾ ਬਰਬਾਦ ਕਰੋ, ਕਿਉਂਕਿ ਤੁਹਾਨੂੰ ਭੇਦ ਦਾ ਪਤਾ ਨਹੀਂ ਲੱਗਣ ਦਿਆ। ਇੰਨਾ ਸਮਾਂ ਤੇ ਤੁਸੀਂ ਪਹਿਲਾਂ ਵੀ ਵੇਸਟ ਕਰ ਲਿਆ, ਹੋਰ ਵੀ ਵੇਸਟ ਕਰੀ ਜਾਓਗੇ। ਪਰ ਜਿਹੜੇ ਤਰੀਕੇ ਨਾਲ ਤੁਸੀਂ ਲੱਭ ਰਹੇ ਜੋ ਨਾ, ਉਹ ਤਰੀਕਾ ਸਹੀ ਨਹੀਂ ਹੈ। ਹੁਣ ਤੁਹਾਨੂੰ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਮਹਾਤਮਾ ਬੁੱਧ ਨੇ ਇਹ ਨਹੀਂ ਕਿਹਾ ਸੀ ਕਿ ਰੱਬ ਨਹੀਂ ਹੈ। ਰੱਬ ਨੇ ਉਹਨੇ ਕਿਹਾ ਸੀ ਕਿ ਪਹਿਲਾਂ ਤੂੰ ਕਰ ਕਿ ਆਪਣੀ ਆਤਮਾ ਦੇ ਦਰਸ਼ਨ ਕਰ ਲਾ, ਆਪਣੀ ਆਤਮਾ ਦੇ ਸਾਖਸ਼ਾਤ ਦਰਸ਼ਨ ਕਰ ਲਾ, ਤੇ ਉਸ ਤੋਂ ਬਾਅਦ ਫਿਰ ਤੂੰ ਜਿਸ ਵੀ ਚੀਜ਼ ਨੂੰ ਪੂਜਾ ਕਰਨਾ ਚਾਹਵੇਂ ਤੇ ਕਰ ਲੈ। ਪਰ ਜੇ ਤੂੰ ਸੋਚੇ ਕਿ ਮੂਰਤੀਆਂ ਦੇ ਵਿੱਚ ਰੱਬ ਬੈਠਾ, ਫੋਟੋਆਂ 'ਚ ਰੱਬ ਬੈਠਾ, ਇਹ ਰੱਬ ਨਹੀਂ ਹੈ। ਠੀਕ ਹੈ ਜੀ ਸਾਹਿਬ? ਬਿਲਕੁਲ। ਤੇ ਐਵੇਂ ਕਹਿੰਦਾ ਮੂਰਤੀਆਂ ਦੀ ਪੂਜਾ ਨਾ ਕਰੀ ਜਾਓ। ਇੱਥੇ ਵੀ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਜੇ ਤੇ ਤੁਹਾਡੇ ਕੋਲ ਯੁਕਤੀ ਹੈਗੀ ਆ, ਉਹ ਸੱਚੀ ਤੁਹਾਡਾ ਕਾਰਜ ਰੋਕ ਆਉਂਦਾ ਤੇ ਬੜੀ ਵਧੀਆ, ਗੁੱਡ ਐਂਡ ਵੈਲ। ਫਿਰ ਤੁਸੀਂ ਸਮਾਧੀ ਸਹਿ ਸਮਾਧੀ ਤੁਹਾਡੀ ਲੱਗ ਰਹੀ, ਹੋਰ ਕੀ ਚਾਹੀਦਾ ਤੁਹਾਨੂੰ। ਪਰ ਜੇ ਨਹੀਂ ਗੱਲ ਬਣ ਰਹੀ ਤੇ ਗੁਰਮੁਖਾਂ ਦੀ ਸੰਗਤ ਜ਼ਰੂਰ, ਉਹਦੇ ਨਾਲ ਤੁਹਾਨੂੰ ਆਟੋਮੈਟਿਕਲੀ ਭੇਦ ਮਿਲ ਜੂਗਾ, ਕਿਉਂਕਿ ਤੁਹਾਡਾ ਹੰਕਾਰ ਹੀ ਤੁਹਾਨੂੰ ਆਪਣੇ ਆਪ ਤੋਂ ਦੂਰ ਲੈ ਕੇ ਜਾ ਰਿਹਾ। ਤੇ ਫਿਰ ਕੀ ਹੋਊਗਾ? ਉਜਲੇ ਹੋ ਜਾਣਗੇ ਤੁਹਾਡੇ ਮੁੱਖ। ਤੇ ਉਜਲੇ ਦਾ ਮਤਲਬ ਇਹੋ ਹੀ ਹੈ ਕਿ ਜਦੋਂ ਸੱਚ ਆ ਗਿਆ ਜੀਵਨ 'ਚ, ਫਿਰ ਤੇ ਬੰਦੇ ਦਾ ਕਿਹੜਾ ਹੀ ਖੇੜਾ ਵਾ। ਜ਼ਿੰਦਗੀ ਇੱਕ ਕਦਮ ਫੁੱਲਾਂ ਵਰਗੀ ਹੋ ਜਾਂਦੀ ਹੈ, ਤੇ ਉਹਦੀ ਜ਼ਿੰਦਗੀ ਇੱਕ ਬਿਆਨ ਤੇ ਕੋਈ ਕਰ ਨਹੀਂ ਸਕਦਾ, ਅਨਵਰਨੀ ਹੈ। ਤੁਸੀਂ ਉਹਨੂੰ ਅਨੁਭਵ ਕਰ ਸਕਦੇ ਹੋ। ਉਹ ਕੁੜੀ ਕਹਿੰਦੀ ਹੈ ਕਿ ਵੀਰ ਜੀ ਜਿਹੜਾ ਜੀਵਨ ਹੈ ਨਾ, ਪਵਿੱਤਰ ਜੀਵਨ ਹੈ, ਬੜਾ ਉੱਚਾ ਜੀਵਨ ਹੈ। ਮਿਲਿਆ ਵੀ ਕੁਛ ਨਹੀਂ, ਇੰਝ ਲੱਗਦਾ ਹੈ ਕਿ ਜਿੱਦਾਂ ਕੁਛ ਮਿਲ ਗਈ ਹੈ ਜੀ, ਅੰਦਰ ਕੁਛ ਰੁਕ ਗਿਆ, ਜਿਹੜੀ ਗਤੀ ਸੀ। ਤੇ
ਮੈਂ ਹਾਂ ਬਸ ਇਹੋ ਹੀ ਆ ਕਿ ਜਿਵੇਂ ਜਿਵੇਂ ਤੁਹਾਡੀ ਸੁਰਤੀ ਤੁਹਾਡੇ ਕਰੀਬ ਆਉਂਦੀ ਗਈ, ਤੁਹਾਡੇ ਜੀਵਨ 'ਚ ਆਪਣੇ ਆਪ ਹੀ ਸੁੱਖ ਆ ਜਾਣਾ। ਤੁਸੀਂ ਫਾਲਤੂ ਦੀਆਂ ਚੀਜ਼ਾਂ ਨੂੰ ਜੱਫੀ ਪਾਉਣੀ ਹਟ ਜਾਓਗੇ। ਤੁਸੀਂ ਇਹਨਾਂ ਨੂੰ ਐਵੇਂ ਨਾ ਚਿੰਬੜੋਗੇ। ਜਿਹੜੀ ਚੀਜ਼ ਦੀ ਲੋੜ ਆ ਤੁਹਾਨੂੰ ਮਿਲਦੀ ਜਾਣੀ ਆ, ਕਿਉਂਕਿ ਪਰਮਾਤਮਾ ਨੇ ਤੁਹਾਨੂੰ ਦੇਣੀ ਦੇਣੀ। ਤੇ ਸਾਧ ਸੰਗਤ ਜੀ, ਜਦੋਂ ਤੁਹਾਡੀ ਈੜਾ ਨਾੜੀ ਚੱਲਦੀ ਆ, ਕਹਿਣ ਤੋਂ ਭਾਵ ਕਿ ਖੱਬੀ ਨਾਸਿਕਾ ਚੱਲਦੀ ਆ, ਤੇ ਜੇ ਤੇ ਨਾਰਮਲ ਚੱਲਦੀ ਆ ਤੇ ਉਹਦੇ ਨਾਲ ਤੁਹਾਡਾ ਮਨ ਜਿਹੜਾ ਅੰਤਰਮੁਖੀ ਹੁੰਦਾ ਹੈ। ਜੇਕਰ ਸੱਜੀ ਨਾਸਿਕਾ ਲੋੜ ਤੋਂ ਜ਼ਿਆਦਾ ਚੱਲਦੀ ਆ, ਪਿੰਗਲਾ ਚੱਲਦੀ ਆ, ਤੇ ਤੁਹਾਡਾ ਮਨ ਜਿਹੜਾ ਲੋੜ ਤੋਂ ਜ਼ਿਆਦਾ ਬਾਹਰ ਮੁਖੀ ਹੋਊਗਾ। ਜਿਵੇਂ ਜਿਵੇਂ ਤੁਸੀਂ ਸ਼ੁੱਧ ਹੁੰਦੇ ਗਏ, ਦੇਖੋ ਪਰਮਾਤਮਾ ਕੀ ਕਰਦਾ ਹੈ ਕਿ ਸਟੈਪ ਬਾਈ ਸਟੈਪ ਆ। ਪਹਿਲਾਂ 5 ਕਿਲੋ ਚੀਜ਼ ਦਊਗਾ, ਤੇ ਜੇ ਅਸੀਂ 5 ਕਿਲੋ ਚੀਜ਼ ਦੀ ਸਹੀ ਵਰਤੋਂ ਕਰਦੇ ਹਾਂ ਤੇ ਸਾਨੂੰ 10 ਕਿਲੋ ਦੇ ਦਿੰਦਾ। ਤੇ ਜਿਵੇਂ ਜਿਵੇਂ ਅਸੀਂ ਸ਼ੁੱਧ ਹੋਈ ਜਾਂਦੇ ਹਾਂ ਤੇ ਤਿਵੇਂ ਤਿਵੇਂ ਕਿ ਪਰਮਾਤਮਾ ਵੀ ਹੈਲੋ ਓਕੇ ਤੇ ਫਿਰ ਕੀ ਹੁੰਦਾ ਵਾ ਕਿ ਫਿਰ ਜਿਹੜਾ ਵਾ ਸਾਡੇ ਜੀਵਨ 'ਚ ਜਿਹੜਾ ਵਾ ਸਮਾਧੀ ਜਿਹੜੀ ਹੋਰ ਗਹਿਰੀ ਹੁੰਦੀ ਜਾਣੀ। ਆਪ ਇੱਕ ਚੀਜ਼ ਨੂੰ ਸਮਝੋ, ਜਦੋਂ ਆਪ ਨੇ ਆਪਣੇ ਜੀਵਨ ਨੂੰ ਥੋੜਾ ਥੋੜਾ ਵੇਖਿਆ ਨਾ, ਉੱਚਾ ਹੋ ਰਿਹਾ, ਤੁਹਾਡਾ ਜੀਵਨ ਪਹਿਲੇ ਨਾਲੋਂ ਵਧੀਆ ਹੋ ਰਿਹਾ, ਤੇ ਉਹਦੇ ਨਾਲ ਤੁਹਾਡੀ ਸਮਾਧੀ ਵੀ ਗਹਿਰੀ ਹੁੰਦੀ ਜਾਵੇਗੀ। ਤੇ ਤੁਹਾਨੂੰ ਨਿਰਵਿਚਾਰ ਸਮਾਧੀ ਜਿਹੜੀ ਹੋਰ ਉੱਚੀ ਮਿਲੂਗੀ, ਸਾਫ਼ ਮਿਲੂਗੀ, ਹੋਰ ਕਲੀਅਰ ਮਿਲੂਗੀ, ਕ੍ਰਿਸਟਲ ਕਲੀਅਰ। ਤੇ ਮਾਨ ਅਪਮਾਨ ਜਿਹੜਾ ਹੈਗਾ ਇਹਨੂੰ ਵੇਖਿਆ ਕਰੋ, ਇਹਦੀ ਵਰਤੋਂ ਕਰੋ। ਜਦੋਂ ਤੁਹਾਡੇ ਅੰਦਰ ਮਹਿਸੂਸ ਹੋਵੇ ਕਿ ਮੇਰਾ ਅਪਮਾਨ ਹੋ ਰਿਹਾ ਜਾਂ ਮੇਰਾ ਮਾਣ ਹੋ ਰਿਹਾ, ਇਹ ਚੀਜ਼ਾਂ ਤੋਂ ਤੁਹਾਨੂੰ ਆਪਣੇ ਅੰਤਰਾਕਰਨ ਦੇ ਬਾਰੇ ਪਛਾਣ ਮਿਲਦੀ ਹੈ। ਪਤਾ ਲੱਗਦਾ ਕਿ ਮੇਰੇ ਅੰਦਰ ਕਿੱਦਾਂ ਦਾ ਸਿਸਟਮ ਹੈਗਾ। ਜੇ ਤੁਹਾਡੀ ਕੋਈ ਬੇਇੱਜ਼ਤੀ ਨਹੀਂ ਕਰੂਗਾ, ਤੁਹਾਨੂੰ ਕਿੱਦਾਂ ਪਤਾ ਲੱਗੂਗਾ ਕਿ ਕਿਹਨੇ ਕਰਤੀ ਹੈ ਤੇ ਅੰਦਰ ਹਲਚਲ ਪੈਦਾ ਹੋ ਗਈ ਹੈ, ਤੇ ਤੁਹਾਨੂੰ ਆਪਣੇ ਅੰਦਰ ਦੀ ਜਿਹੜੀ ਭਾਵਨਾ ਉਹਨੂੰ ਸਮਝਣ ਦਾ ਮੌਕਾ ਮਿਲੂਗਾ। ਤੇ ਇੱਕ ਕੋਸ਼ਿਸ਼ ਕਰਿਆ ਕਰੋ ਕਿ ਘਰ ਵਿੱਚ ਜੇ ਕੋਈ ਤੁਹਾਨੂੰ ਮੰਨ ਲਓ ਕਿ ਮੈਂਟਲੀ ਗੱਲਾਂ ਕਰਦਾ ਹੈ, ਪਰੇਸ਼ਾਨ ਕਰਦਾ ਹੈ, ਤੇ ਉਹਦੀਆਂ ਗੱਲਾਂ ਪਹਿਲੀ ਗੱਲ ਤੇ ਵੈਸੇ ਸਾਧਨਾ ਕਰਨ ਵਾਲੇ ਬੰਦੇ ਨੂੰ ਲੱਗਦੀਆਂ ਨਹੀਂ, ਪਰ ਦੇਖੋ ਅਗਲਾ ਤੁਹਾਨੂੰ ਪਰੇਸ਼ਾਨ ਕਰਨਾ ਚਾਹੁੰਦਾ ਤੇ ਉਹਦੀਆਂ ਗੱਲਾਂ ਨਾ ਸੁਣੋ। ਕਹਿਣ ਤੋਂ ਭਾਵ ਇਹੋ ਹੀ ਆ ਕਿ ਜਦੋਂ ਆਪਾਂ ਉਹਨਾਂ ਦੀਆਂ ਗੱਲਾਂ ਤੇ ਰਿਐਕਸ਼ਨ ਕਰਦੇ ਆ ਨਾ, ਅਸੀਂ ਸੋਚਦੇ ਆ, ਤੇ ਉਹ ਫਿਰ ਅਗਲਾ ਖੁਸ਼ ਹੁੰਦਾ ਤੇ ਉਹ ਬੰਦਾ ਹਟਦਾ ਨਹੀਂ ਆ। ਉਹਨੇ ਉਦੋਂ ਹਟਣਾ ਵਾ ਜਦੋਂ ਤੁਸੀਂ ਉਹ ਰਿਐਕਸ਼ਨ ਕਰਨਾ ਬੰਦ ਕਰ ਦਿੰਦੇ ਜੋ। ਔਰ ਰਹੀ ਗੱਲ, ਜੇ ਤੁਹਾਡੇ ਮਨ 'ਚ ਹੈਗਾ ਕੋਈ ਤੁਹਾਨੂੰ ਘਰੇ ਵੀ ਪਰੇਸ਼ਾਨ ਕਰਦਾ ਹੈ, ਤਾਂ ਉਹਨੂੰ ਅਗਲੇ ਦਿਨ ਨੈਕਸਟ ਡੇ ਉਹਦੇ ਨਾਲ ਗੱਲ ਕਰੋ ਵੀ ਆਪਾਂ ਗੱਲਬਾਤ ਕਰਨੀ ਹੈ, ਤੈਨੂੰ ਪ੍ਰੋਬਲਮ ਕੀ ਹੈਗੀ ਆ, ਆਪਾਂ ਬਹਿ ਕੇ ਸੈਟਲ ਕਰ ਲੈਂਦੇ ਆ। ਤੇ ਤੂੰ ਜੇ ਕੋਈ ਮੇਰੇ 'ਚ ਕਮੀ ਹੈਗੀ ਮੈਨੂੰ ਦੂਰ ਕਰ ਲੈਂਦਾ। ਕੋਸ਼ਿਸ਼ ਕਰਿਆ ਕਰੋ, ਗੱਲ ਕਰਿਆ ਕਰੋ। ਇੱਕ ਪਤਾ ਕੀ, ਪ੍ਰਤੀਕਿਰਿਆ ਨਹੀਂ ਕਰਨੀ। ਅਗਲੇ ਨੇ ਸੋਚਣ ਲੱਗ ਪਿਆ ਤੇ ਤੁਸੀਂ ਸਟਾਰਟ ਹੋ ਗਏ ਰੋਬੋਟ ਵਾਂਗੂ, ਉਹ ਕਿਹੜਾ ਤਰੀਕਾ। ਅਗਲਾ ਜੇ ਛੇੜਖਾਨੀ ਕਰਦਾ, ਜਾਣਬੁੱਝ ਕੇ ਲੜਨ ਦੀ ਵੀ ਕੋਸ਼ਿਸ਼ ਕਰਦਾ, ਥੋੜਾ ਧਿਆਨ ਦਿਓ ਆਪਣੇ ਜੀਵਨ 'ਚ, ਕਿਉਂਕਿ ਆਪਾਂ ਸਮਾਜਿਕ ਪ੍ਰਾਣੀ ਆ, ਆਪਾਂ ਫੈਮਿਲੀ ਦੇ ਵਿੱਚ ਰਹਿਣਾ ਹੁੰਦਾ ਹੈ, ਤੇ ਕਈ ਕਿਸਮ ਦੇ ਬੰਦੇ ਹੁੰਦੇ ਨੇ, ਤੇ ਉਹ ਜਿੱਦਾਂ ਦਾ ਉਹਨਾਂ ਦਾ ਬਿਹੇਵੀਅਰ ਹੈਗਾ ਵਾ, ਤੇ ਇਹ ਨਹੀਂ ਕਿ ਉਹਨੂੰ ਉਹਦੇ ਵੱਲ ਵੇਖ ਕੇ ਅਸੀਂ ਆਪਣਾ ਸੁਭਾਅ ਨੂੰ ਚੇਂਜ ਕਰ ਦੇਣਾ, ਆਪਣੇ ਸੁਭਾਅ ਦਾ ਤਿਆਗ ਨਹੀਂ ਕਰਨਾ ਆਪਾਂ। ਹਾਂ, ਅਗਲੇ ਨੂੰ ਪ੍ਰੋਬਲਮ ਹੈਗੀ ਆ ਤੇ ਉਸ ਵੇਲੇ ਉਹਦੇ ਨਾਲ ਗੱਲ ਜ਼ਰੂਰ ਕਰੋ ਅਗਲੇ ਦਿਨ, ਤਾਂ ਜੋ ਗੱਲ ਨੂੰ ਸਹੀ ਤਰੀਕੇ ਨਾਲ ਹੈਂਡਲ ਕੀਤਾ ਜਾਵੇ। ਦੇਖੋ, ਸਵਾਲ ਜਵਾਬ ਕਰਨਾ ਕੋਈ ਮਾੜੀ ਚੀਜ਼ ਨਹੀਂ ਆ, ਇੱਕ ਸਿਆਣੇ ਮਨੁੱਖ ਦੀ ਪਛਾਣ ਹੈ। ਤੇ ਦੇਖੋ, ਜਦ ਤੱਕ ਤੁਹਾਡੇ ਅੰਦਰ ਜਿਹੜੀ ਸ਼ਕਤੀ ਪ੍ਰਗਟ ਨਹੀਂ ਨਾ ਹੁੰਦੀ, ਈੜਾ ਪਿੰਗਲਾ ਤੇ ਸੁਖਮਣਾ, ਉਹਨਾਂ ਚਿਰ ਤੁਹਾਡੇ ਜੀਵਨ 'ਚ ਮਤਲਬ ਸਹਿਜ ਨਹੀਂ ਹੋਣਾ। ਨਾਮ ਤੁਹਾਡੇ ਅੰਦਰ ਆ, ਸਰੀਰ ਦੇ ਅੰਦਰ, ਜਦ ਤੱਕ ਕੋਈ ਸ਼ਕਤੀ ਪ੍ਰਗਟ ਨਹੀਂ ਹੁੰਦੀ, ਉਹਨਾਂ ਚਿਰ ਤੱਕ ਤੁਹਾਡੇ ਜੀਵਨ ਦੇ ਵਿੱਚ ਉਚਾਈ ਨਹੀਂ ਹੋਣੀ। ਕਿਉਂਕਿ ਜਿਹੜਾ ਔਗਣ ਹੈ ਨਾ, ਔਗਣ ਉਹਨਾਂ ਚਿਰ ਦੂਰ ਨਹੀਂ ਹੋ ਸਕਦੇ ਜਿੰਨਾ ਚਿਰ ਸਾਡੀ ਪ੍ਰਾਣ ਊਰਜਾ ਜਿਹੜੀ ਉੱਪਰ ਨਹੀਂ ਜਾਂਦੀ। ਔਰ ਪ੍ਰਾਣ ਊਰਜਾ ਨੂੰ ਰੋਕਣ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਅਸੀਂ ਜਦੋਂ ਕਿਸੇ ਨਾਲ ਈਰਖਾ ਕਰਦੇ ਹਾਂ, ਦਵੈਸ਼ ਕਰਦੇ ਹਾਂ, ਉਹਦੇ ਨਾਲ ਕੀ ਹੁੰਦਾ ਕਿ ਇਹਦੀ ਪ੍ਰਾਣ ਊਰਜਾ ਹੌਲੀ ਹੌਲੀ ਕਰਕੇ ਘਟਦੀ ਜਾਂਦੀ ਹੈ। ਔਰ ਸਾਡੇ ਸਰੀਰ 'ਚ ਵੀ ਇਹਦਾ ਬੜਾ ਪ੍ਰਭਾਵ ਆਉਂਦਾ ਹੈ। ਜਿਹੜਾ ਬੰਦਾ ਹਉਮੈ 'ਚ ਜੀਵਨ ਬਤੀਤ ਕਰਦਾ, ਉਹਨੂੰ ਹਾਰਟ ਅਟੈਕ ਬਹੁਤ ਆਊਗਾ, ਉਹਦੇ ਦਿਲ ਦੀਆਂ ਬਹੁਤ ਬਿਮਾਰੀਆਂ ਆਉਣਗੀਆਂ। ਜਿਹੜਾ ਬੰਦਾ ਡਿਪਰੈਸ਼ਨ 'ਚ ਜਾਣ ਡਿਆ, ਉਹਦਾ ਕਾਰਨ ਇਹੋ ਕਿ ਉਹਦੀ ਈੜਾ ਲੋੜ ਤੋਂ ਜ਼ਿਆਦਾ ਐਕਟੀਵੇਟ ਆ, ਚਿੰਤਨ ਕਰ ਰਿਹਾ, ਬਹੁਤ ਜ਼ਿਆਦਾ ਚਿੰਤਨ ਕਰ ਰਿਹਾ। ਸਭ ਤੋਂ ਵਧੀਆ ਤਰੀਕਾ ਹੈਗਾ ਸਮਾਧੀ। ਤੁਸੀਂ ਸਮਾਧੀ 'ਚ ਜਾਓ ਔਰ ਆਪਣੇ ਮਨ ਨੂੰ ਵੇਖੋ, ਔਰ ਜਿਹੜੀਆਂ ਚੀਜ਼ਾਂ ਨਹੀਂ ਲੋੜ ਹੈਗੀਆਂ ਉਹਨਾਂ ਨੂੰ ਮਾਫ਼ ਕਰੋ ਉਹਨਾਂ ਨੂੰ, ਕਿਉਂਕਿ ਜਦ ਮਾਫ਼ ਕਰਨ ਦੇ ਨਾਲ ਅਗਲੇ ਨੂੰ ਕੋਈ ਫਾਇਦਾ ਨਹੀਂ ਹੁੰਦਾ, ਤੁਸੀਂ ਮੁਕਤ ਹੋ ਜਾਂਦੇ। ਔਰ ਮਾਫ਼ੀ ਦੇਣਾ ਇੱਕ ਬਹੁਤ ਵੱਡੀ ਗੱਲ ਹੈ। ਪਰਮਾਤਮਾ ਵੀ ਤੇ ਸਾਨੂੰ ਮਾਫ਼ ਹੀ ਕਰਨ ਦਿੰਦਾ, ਬਾਣੀ ਵੀ ਤੇ ਕਹਿੰਦੀ ਆ ਕਿ ਉਹ ਤੈਨੂੰ ਨਿਰਮਲ ਕਰ ਦੂਗਾ, ਤੈਨੂੰ ਮਾਫ਼ ਕਰ ਦੂ, ਤੇਰੇ ਪਾਪ ਜਿਹੜੇ ਵੀ ਬਖਸ਼ ਦੂਗਾ। ਤੇ ਜੇ ਪ੍ਰਮਾਤਮਾ ਸਾਡੇ ਇੰਨੇ ਮਾੜੇ ਪਾਪਾਂ ਨੂੰ ਬਖਸ਼ ਸਕਦਾ, ਤੇ ਅਸੀਂ ਛੋਟੀਆਂ ਮੋਟੀਆਂ ਗੱਲਾਂ ਕਿਉਂ ਨਹੀਂ ਮਾਫ਼ ਕਰ ਦਿੰਦੇ ਲੋਕਾਂ ਨੂੰ। ਉਹਦੇ ਨਾਲ ਕੀ ਹੁੰਦਾ ਕਿ ਸਾਡਾ ਮਨ ਜਿਹੜਾ ਚਿੱਤ ਹੈ ਉਹ ਸਾਫ਼ ਹੋ ਜਾਂਦਾ, ਤੇ ਸਾਡੀ ਜਿਹੜੀ ਸੁਖਮਣਾ ਹੋਰ ਚੰਗੇ ਤਰੀਕੇ ਨਾਲ ਚੱਲਦੀ ਹੈ। ਜਿੰਨਾ ਹੀ ਆਪਾਂ
ਫਾਲਤੂ ਦੀਆਂ ਗੱਲਾਂ ਦਾ ਚਿੰਤਨ ਕਰਦੇ ਹਾਂ, ਲੋਕਾਂ ਨਾਲ ਈਰਖਾ ਕਰਦੇ ਹਾਂ, ਬਹਿਸ ਕਰਦੇ ਹਾਂ ਫਾਲਤੂ ਦੀਆਂ ਗੱਲਾਂ 'ਚ, ਉਹਨਾਂ ਹੀ ਸਾਡੇ ਅੰਦਰ ਜਿਹੜਾ ਵਾ ਉਹ ਸੁਖਮਣਾ ਦਾ ਜਿਹੜਾ ਫਲੋ ਉਹ ਘੱਟ ਜਾਣਾ। ਤੇ ਵੈਸੇ ਇਹਨਾਂ ਚੀਜ਼ਾਂ ਦਾ ਧਿਆਨ ਦਿਆ ਕਰੋ, ਖੁਸ਼ ਰਿਹਾ ਕਰੋ, ਚੰਗੀ ਚੀਜ਼ ਖਾਇਆ ਕਰੋ, ਹੈਲਥੀ ਚੀਜ਼ ਖਾਓ, ਐਕਸਰਸਾਈਜ਼ ਕਰੋ, ਪਾਣੀ ਪੀਆ ਕਰੋ ਤੇ ਰੱਬ ਦਾ ਧਿਆਨ ਰੱਖਿਆ ਕਰੋ। ਠੀਕ ਹੈ ਨਿਸ਼ਚੈ ਸਾਹਿਬ? ਹਾਂਜੀ ਵੀਰ ਜੀ, ਬਹੁਤ ਵਧੀਆ। ਤੇ ਅੱਜ ਦੀ ਸਮਾਪਤੀ ਆਪਾਂ ਇੱਥੇ ਕਰਦੇ ਹਾਂ। ਤੇ ਬਸ ਕੋਸ਼ਿਸ਼ ਇਹ ਕਰਿਆ ਕਰੋ ਕਿ ਜਿੱਦਾਂ ਹੁਣ ਤੁਹਾਡੀ ਜੇ ਖੱਬੀ ਨਾਸਕਾ ਜ਼ਿਆਦਾ ਚੱਲਦੀ ਹੈ ਨਾ, ਤੇ ਛੋਟਾ ਜਿਹਾ ਰੂੰ ਦਾ ਪੀਸ ਲੈ ਕੇ ਨਾ ਉਹ ਨਾਸਾਂ ਤੇ ਵਾੜ ਲਿਆ, 10-15 ਮਿੰਟ ਵਾੜਿਆ ਤੇ ਉਹਦੇ ਨਾਲ ਕੀ ਹੋਊਗੀ, ਸੱਜੀ ਆਪਣੇ ਆਪ ਹੀ ਚੱਲਣ ਡੈ ਪੈਣੀ। ਜੇ ਸੱਜੀ ਜਿਆਦਾ ਚੱਲਦੀ ਆ ਤੇ ਫਿਰ ਵੀ ਵੇਖੋ ਜਿਹੜੀ ਸੱਜੀ ਹੈਗੀ ਆ ਨਾ ਉਹ ਹੈਗੀ ਆ ਪਿੰਗਲਾ ਤੇ ਖੱਬੀ ਹੈਗੀ ਕੀੜਾ। ਜਦੋਂ ਸੱਜੀ ਚੱਲਦੀ ਆ ਤੇ ਹਉਮੈ ਦਾ ਪ੍ਰਗਟਾਵਾ ਕਰਦੀ ਆ, ਬੰਦੇ ਨੂੰ ਹੋਸ਼ ਨਹੀਂ ਰਹਿੰਦੀ, ਬੰਦਾ ਕੰਮ ਦੇ ਪ੍ਰਤੀ ਪਾਗਲ ਹੋ ਜਾਂਦਾ, ਪੈਸਾ ਹੀ ਪੈਸਾ, ਪੈਸਾ ਹੀ ਪੈਸਾ। ਪੈਸਾ ਇੱਕ ਅਲੱਗ ਚੀਜ਼ ਹੈ, ਜ਼ਰੂਰਤ ਹੈ ਸਾਡੀ, ਪਰ ਇਕੱਲਾ ਪੈਸਾ ਸਾਨੂੰ ਹੈਪੀਨੈਸ, ਖੁਸ਼ੀ ਨਹੀਂ ਦੇ ਸਕਦਾ। ਤੇ ਜਿਹੜੀ ਈੜਾ ਵਾ ਉਹਦਾ ਵੀ ਬੈਲੈਂਸ ਜ਼ਰੂਰੀ ਹੈ। ਜਦੋਂ ਈੜਾ ਸਹੀ ਤਰੀਕੇ ਨਾਲ ਚੱਲਦੀ ਹੈ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਗੱਲ ਨੂੰ ਯਥਾਰਕ ਤੌਰ ਤੇ ਵੇਖ ਸਕਦੇ ਹਾਂ, ਅਸੀਂ ਭਾਵਨਾ ਨਹੀਂ ਜੋੜਾਂਗੇ। ਸੱਚ ਜੋ ਹੈਗਾ, ਜੋ ਸਾਹਮਣੇ ਪ੍ਰਗਟ ਹੋ ਗਿਆ, ਈੜਾ ਜਦੋਂ ਵੀ ਤੁਹਾਡੀ ਸਾਹਮਣੇ ਹੋਗੀ ਨਾ ਤੇ ਤੁਹਾਨੂੰ ਜੀਵਨ ਦੇ ਵਿੱਚ ਕੀ ਹੋਊਗਾ ਕਿ ਤੁਹਾਨੂੰ ਪਤਾ ਲੱਗੂਗਾ ਕਿ ਅਸਲੀਅਤ ਕੀ ਹੈ ਸਾਹਮਣੇ। ਤੁਸੀਂ ਅਗਿਆਨ ਤੋਂ ਕੰਮ ਨਹੀਂ ਲਓਗੇ, ਹੋਸ਼ ਆ ਜਾਣੀ ਹੈ ਤੁਹਾਨੂੰ, ਜੀਵਨ ਦੇ ਪਰੇ ਸੁਚੇਤ ਹੋ ਜਾਓਗੇ ਤੁਸੀਂ। ਅਗਲਾ ਲੜਨ ਦੀ ਕੋਸ਼ਿਸ਼ ਕਰਦਾ, ਤੁਹਾਨੂੰ ਪਤਾ ਲੱਗ ਜਾਊ ਕਿ ਜਿਹੜਾ ਬੰਦਾ ਹੈ ਅਗਲਾ ਇਹ ਲੜਨ ਦੀ ਕੋਸ਼ਿਸ਼ ਕਰ ਰਿਹਾ, ਤੇ ਤੁਸੀਂ ਸਟੈਪ ਬੈਕ ਕਰ ਲਓ। ਤੇ ਜੇਕਰ ਤੁਸੀਂ ਵੀ ਉਹਦੇ ਅਟੈਕ ਕਰਨ ਦੇ ਉਹਦੇ ਉੱਪਰ, ਇਹਦਾ ਮਤਲਬ ਕਿ ਤੁਸੀਂ ਪ੍ਰਤੀਕਿਰਿਆ ਕਰ ਰਹੇ ਹੋ, ਤੁਸੀਂ ਸਵਾਲ ਜਵਾਬ ਨਹੀਂ ਕਰ ਰਹੇ। ਤੁਸੀਂ ਇਹਨੂੰ ਪੁੱਛੋ ਕਿ ਬਈ ਤੇਰੇ ਨਾਲ ਕੀ ਪ੍ਰੋਬਲਮ ਹੋਈ ਹੈ ਮੇਰੀ, ਕਿਉਂ ਤੂੰ ਇੰਨਾ ਫਾਲਤੂ ਬੋਲ ਰਿਹਾ। ਤੁਸੀਂ ਨਹੀਂ ਆਪਣੀ ਭਾਸ਼ਾ ਬਦਲਣੀ, ਅਗਲਾ ਬੋਲਦਾ ਬੋਲਣ ਦਿਓ। ਜੇ ਤਵਾ ਸੜਿਆ ਤੇ ਉਹ ਆਪਣੇ ਕੰਢੇ ਸਾੜਦੇ, ਤੁਸੀਂ ਸ਼ਾਂਤ ਰਹੋ। ਜੇ ਤੁਸੀਂ ਵੀ ਸਟਾਰਟ ਹੋ ਗਏ ਤੇ ਫਿਰ ਉਹਦੇ ਚ ਤੁਹਾਡੇ ਚ ਕੋਈ ਫਰਕ ਨਹੀਂ ਹੈ। ਹਾਂ, ਅਗਲੇ ਨੇ ਗੁੱਸਾ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਬਹੁਤ ਵਧੀਆ ਮੌਕਾ ਹੈ, ਸਾਥ ਦੇਣ ਲਈ ਤੇ ਬਹੁਤ ਵਧੀਆ, ਉਸ ਚੀਜ਼ ਨੂੰ ਸਮਝ ਸਕਦੇ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਹਾਂਜੀ ਵੀਰ ਜੀ।